ਅੱਜ ਕੈਨੇਡਾ ਡੇ ਹੈ ਤੇ ਕੈਨੇਡਾ ਡੇ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਮੇਰੇ ਨਾਲ ਡਾਕਟਰ ਹਰਦੀਪ ਅਟਵਾਲ ਨੇ। ਕੈਨੇਡਾ ਡੇ ਦੀਆਂ ਸਭ ਨੂੰ ਪਹਿਲਾਂ ਮੁਬਾਰਕਾਂ ਦਿੰਦੇ ਹਾਂ। ਅੱਜ ਅਸੀਂ ਕੈਨੇਡਾ ਡੇ ਨਹੀਂ ਮਨਾ ਰਹੇ, ਸੈਲੀਬ੍ਰੇਟ ਉਸ ਤਰ੍ਹਾਂ ਨਹੀਂ ਕਰ ਰਹੇ। ਸਾਡੀ ਸਰਕਾਰ ਵੀ ਉਹ ਡੇ ਨਹੀਂ ਮਨਾ ਰਹੀ ਕਿਉਂਕਿ ਜਿਹੜੀਆਂ ਘਟਨਾਵਾਂ ਨੇ ਉਹਦਾ ਜ਼ਿਕਰ ਅਸੀਂ ਪਿਛਲੀ ਸੈਗਮੈਂਟ 'ਚ ਵੀ ਕਰ ਚੁੱਕੇ ਹਾਂ, ਜਿਹਦੇ ਕਰਕੇ ਥੋੜ੍ਹਾ ਮਾਹੌਲ ਜਿਹੜਾ ਗਮਗੀਨ ਹੈ, ਉਦਾਸ ਹੈ। ਪਰ ਇਹਦੇ ਬਾਵਜੂਦ ਜਿਹੜਾ ਬਰਥਡੇ ਹੈ ਕੈਨੇਡਾ ਦਾ ਉਹ 153ਵਾਂ ਜਨਮ ਦਿਨ ਹੈ। ਇਹਦੀ ਹਿਸਟਰੀ ਬਾਰੇ ਕੁਝ ਇੱਕ ਗੱਲਾਂ ਜਿਹੜੀਆਂ ਅਸੀਂ ਘੱਟ ਪੜ੍ਹਦੇ ਹਾਂ, ਘੱਟ ਸੁਣਦੇ ਹਾਂ, ਪਰ ਜਿਹੜੇ ਸਕਾਲਰ ਹੁੰਦੇ ਨੇ, ਜਿਹੜੇ ਲੋਕ ਹਿਸਟਰੀ 'ਚ ਇੰਟਰਸਟ ਰੱਖਦੇ ਨੇ, ਉਹ ਗਹਿਰਾਈ ਤੱਕ ਕੱਢ ਕੇ ਲਿਆਉਂਦੇ ਨੇ ਚੀਜ਼ਾਂ। ਅਤੇ ਕੁਝ ਕੁ ਗੱਲਾਂ ਆਪਾਂ ਡਾਕਟਰ ਹਰਦੀਪ ਹੋਰਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਇਸ ਮੁਲਕ ਦੀ ਹਿਸਟਰੀ ਕੀ ਆ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਇੱਕ ਵਾਰੀ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਬਹੁਤ ਥੈਂਕ ਯੂ ਸੋ ਮਚ ਹਰਜੀਤ ਜੀ, ਤੁਸੀਂ ਮੌਕਾ ਦਿੱਤਾ ਦਰਸ਼ਕਾਂ ਦੇ ਨਾਲ ਰੂਬਰੂ ਹੋਣ ਦਾ। ਤੇ ਕੈਨੇਡਾ ਡੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਵੀ। ਤੇ ਕੈਨੇਡਾ ਡੇ 'ਚ ਜੋ ਆਪਾਂ ਸੁਣਨ ਨੂੰ ਆ ਰਿਹਾ, ਸਭ ਦੇ ਸਾਹਮਣੇ ਆਇਆ, ਤੇ ਉਹਦੇ ਲਈ ਜਿਹੜਾ ਅਸੀਂ ਅਫਸੋਸ ਵੀ ਹੈ ਸਾਨੂੰ, ਬੱਚਿਆਂ ਦੇ ਲਈ, ਲੋਕਾਂ ਦੇ ਲਈ ਜੀ। ਸੋ ਕੈਨੇਡਾ ਜਿਹੜਾ ਅੱਜ ਕੈਨੇਡਾ ਆ, ਇੱਥੇ ਤੱਕ ਪਹੁੰਚਣ ਲਈ ਕੈਨੇਡਾ ਦੁਨੀਆ ਦਾ ਇੱਕ ਉਹ ਵਾਹਿਦ ਮੁਲਕ ਆ ਜਿੱਥੇ ਹਰ ਕੋਈ ਆਉਣਾ ਚਾਹੁੰਦਾ ਆ। ਸਵਰਗ ਕਿਹਾ ਜਾਂਦਾ ਧਰਤੀ ਦਾ। ਔਰ ਜਿਹੜੇ ਇੱਥੋਂ ਦੇ ਲਿਵਿੰਗ ਸਟੈਂਡਰਡ ਨੇ ਉਹ ਵੀ ਆਪਾਂ ਜਿਹੜੇ ਟੌਪ 5-7 ਕੰਟਰੀ ਆ ਉਹਨਾਂ ਵਿੱਚ ਰਹਿੰਦੇ ਆ ਹਮੇਸ਼ਾ। ਅਮੀਰ ਮੁਲਕ ਵੀ ਕਹਿੰਦੇ ਆ, ਵਾਤਾਵਰਨ ਪੱਖੋਂ ਵੀ ਸਾਫ ਸੁਥਰਾ ਮੁਲਕ ਹੈ। ਕਈ ਖੂਬੀਆਂ ਨੇ ਇਸ ਮੁਲਕ ਦੀਆਂ ਜਿਹਦੇ ਕਰਕੇ ਇਹ ਅਟਰੈਕਸ਼ਨ ਹੈ ਦੁਨੀਆ ਭਰ ਲਈ। ਅਤੇ ਇਹਦੀ ਜਿਹੜੀ ਹਿਸਟਰੀ ਆ, ਜਿੱਥੇ ਵੀ ਆਪਾਂ ਜਾ ਕੇ ਵਸਦੇ ਹਾਂ, ਰਹਿੰਦੇ ਹਾਂ, ਉਹਦੇ ਪਿਛੋਕੜ ਬਾਰੇ ਆਪਾਂ ਜਾਣਨਾ ਜ਼ਰੂਰ ਚਾਹੁੰਦੇ ਹੁੰਦੇ ਹਾਂ। ਆਪਾਂ ਮਾੜੇ ਪੱਖ ਦੀ ਗੱਲ ਤੇ ਕਰ ਲਈ, ਅਤੇ ਕੈਨੇਡਾ ਦੇ ਜਿਹੜੇ ਚੰਗੇ ਦਿਨ ਨੇ, ਇੱਥੇ ਤੱਕ ਪਹੁੰਚਣ ਲਈ ਕਿਹੋ ਜਿਹਾ ਸਫ਼ਰ ਤੈਅ ਕਰਕੇ ਇੱਥੋਂ ਦੇ ਲੋਕ ਇੱਥੇ ਪਹੁੰਚੇ ਨੇ, ਉਹਦੇ ਬਾਰੇ ਤੁਹਾਡੇ ਕੋਲੋਂ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਡਾਕਟਰ ਸਾਹਿਬ, ਕੈਨੇਡਾ ਦਾ 153ਵਾਂ ਜਨਮ ਦਿਨ ਹੈ। ਅਫੀਸ਼ਲੀ 153 ਸਾਲ ਹੋ ਗਏ ਕੈਨੇਡਾ ਹੋਂਦ ਵਿੱਚ ਆਇਆ। ਇਹਦੇ ਹੋਂਦ 'ਚ ਆਉਣ ਦਾ ਸਫ਼ਰ ਜਿਹੜਾ ਸੀਗਾ ਉਹਦੇ ਬਾਰੇ ਥੋੜ੍ਹੀ ਬਹੁਤੀ ਗੱਲ ਜਿਹੜੀ ਆ ਉਹ ਸਾਂਝੀ ਕਰੀਏ, ਕਿਸ ਤਰ੍ਹਾਂ ਹੋਇਆ ਜੀ? ਹਾਂਜੀ ਜੀ, ਕੈਨੇਡਾ ਡੇ ਹਰ ਸਾਲ ਜਿਹੜਾ ਸੀ ਉਹ 1 ਜੁਲਾਈ ਨੂੰ ਮਨਾਇਆ ਜਾਂਦਾ। ਤੇ ਚਾਹੇ ਜਿਹੜੇ ਆਮ ਸਧਾਰਨ ਲੋਕ ਨੇ ਕੈਨੇਡਾ ਦੇ, ਉਹਨੂੰ ਖੁਸ਼ੀਆਂ ਦੇ ਰੂਪ 'ਚ ਮਨਾਉਂਦੇ ਨੇ, ਪਰ ਇਸ ਧਰਤੀ ਦੇ ਕੁਝ ਇੱਦਾਂ ਦੇ ਲੋਕ ਵੀ ਹੈਗੇ ਨੇ ਇੱਥੋਂ ਦੇ ਜਿਹੜੇ ਮੂਲ ਵਸਿੰਦੇ ਨੇ, ਤੇ ਉਹ ਕੈਨੇਡਾ ਡੇ ਜਿਹੜਾ ਸੀਗਾ ਉਹਨੂੰ ਉਸ ਤਰ੍ਹਾਂ ਖੁਸ਼ੀ ਮਹਿਸੂਸ ਨਹੀਂ ਸੀ ਕਰਦੇ, ਕਿਉਂਕਿ ਉਹਨਾਂ ਦੀਆਂ ਯਾਦਾਂ ਸੀ ਜਿਹੜੀਆਂ ਉਹ ਤਸ਼ੱਦਦ ਦੀਆਂ, ਉਹ ਕਤਲੋਗਾਰਤ ਦੀਆਂ, ਉਹ ਜੀਨੋਸਾਈਡ ਦੀਆਂ ਜਿਹੜੀਆਂ ਸੀ ਉਹ ਤਾਜ਼ਾ ਹੋ ਜਾਂਦੀਆਂ ਸੀ ਕੈਨੇਡਾ ਡੇ ਵਾਲੇ ਦਿਨ ਪਿਛਲੇ ਹਮੇਸ਼ਾ। ਕਿਉਂਕਿ ਇੱਕ ਜਿਹੜਾ ਕੈਨੇਡਾ ਵਰਗਾ ਮੁਲਕ ਹੈਗਾ, ਤੇ ਇਹ ਜੇ ਆਪਾਂ ਕਹੀਏ ਕਿ ਜੇ ਅਸੀਂ ਖੁਸ਼ੀ ਦੇ ਨਾਦ, ਜਿੱਤ ਦੇ ਨਾਦ ਅਸੀਂ ਕੈਨੇਡਾ ਡੇ ਤੇ ਮਨਾਉਣੇ ਨੇ, ਤਾਂ ਕੁਦਰਤੀ ਤੌਰ ਤੇ ਜਿਹੜੀ ਹੈਗੀ ਆ ਉਹ ਕਿਸੇ ਦੇ ਘਰਾਂ ਨੂੰ ਢਾਹ ਕੇ, ਕਿਸੇ ਦੀਆਂ ਲਾਸ਼ਾਂ ਦੇ ਉੱਤੇ ਜਾਂ ਦੱਬੇ ਕੁਚਲੇ ਲੋਕਾਂ ਦੇ ਉੱਤੇ ਭੰਗੜੇ ਪਾਉਣ ਵਾਲੀ ਗੱਲ ਹਮੇਸ਼ਾ ਰਹੀ ਆ। ਪਰ ਇਸ ਵਾਰੀ ਜਿਹੜੀਆਂ ਗੱਲਾਂ ਨੇ ਉਹ ਪਬਲਿਕਲੀ ਜਿਹੜੀਆਂ ਨੇ ਉਹ ਹਿਸਟਰੀ ਦੇ ਵਿੱਚ ਤਾਂ ਪਈਆਂ ਸੀ, ਪਰ ਪਬਲਿਕਲੀ ਗੱਲਾਂ ਜਿਹੜੀਆਂ ਨੇ ਉਹ ਇੱਥੋਂ ਦੀ ਜਮਹੂਰੀ ਪ੍ਰੈਸ, ਡੈਮੋਕ੍ਰੈਟਿਕ ਪ੍ਰੈਸ ਜਿਹੜੀ ਹੈਗੀ ਆ ਉਹਦੇ 'ਚ ਸਾਹਮਣੇ ਆਈਆਂ ਨੇ, ਜਿਹੜੀਆਂ ਕਿ ਲਾਸ਼ਾਂ ਜਿਹੜੀਆਂ ਨੇ ਮਿਲਣੀਆਂ ਸ਼ੁਰੂ ਹੋਈਆਂ ਨੇ, ਕੰਕਾਲ ਮਿਲਣੇ ਸ਼ੁਰੂ ਹੋਏ ਨੇ ਉਸ ਮਾਸੂਮ ਬੱਚਿਆਂ ਦੇ, ਇਸ ਧਰਤੀ ਦੇ ਮੂਲ ਲੋਕ ਸੀ ਜਿਹੜੇ ਉਹਨਾਂ ਦੇ। ਤੇ ਉਹ ਯਾਦਾਂ ਫਿਰ ਤਾਜ਼ੀਆਂ ਹੋ ਗਈਆਂ ਕਿ ਕਿਸ ਕਤਲੋਗਾਰਤ ਦੇ ਇੱਕ ਇਤਿਹਾਸ ਦੇ ਵਿੱਚੋਂ ਲੰਘ ਕੇ ਇਹ ਮੁਲਕ ਜਿਹੜਾ ਹੋਂਦ ਵਿੱਚ ਆਇਆ, ਜਿਹਦਾ ਅਸੀਂ ਅੱਜ ਜਨਮ ਦਿਨ ਜਿਹੜਾ ਮਨਾਉਣ ਦੀ ਗੱਲ ਕਰ ਰਹੇ ਹਾਂ। ਜੀ ਡਾਕਟਰ ਸਾਹਿਬ, ਪਹਿਲੇ ਤੇ ਕਿਹਾ ਜਾਂਦਾ ਹੈ ਕਿ ਕੋਈ ਡੋਮੀਨੀਅਨ ਵਗੈਰਾ ਇੱਥੇ ਬਣੀਆਂ ਸੀਗੀਆਂ, ਕੁਝ ਸਟੇਟਾਂ 'ਚ ਰਲੀਆਂ, ਫਿਰ ਹੌਲੀ ਹੌਲੀ ਇਹਦਾ ਵਿਸਤਾਰ ਹੋਇਆ। ਇਹਦੇ ਬਾਰੇ ਕੋਈ ਜਾਣਕਾਰੀ ਤੁਹਾਡੇ ਕੋਲ ਹੈ ਤੇ ਉਹ ਸਾਂਝੀ ਕਰੀਏ ਦਰਸ਼ਕਾਂ ਨਾਲ। ਹਾਂਜੀ ਹਰਜੀਤ ਜੀ, ਜੇ ਆਪਾਂ ਹਿਸਟਰੀ ਜਿਹੜੀ ਹੁੰਦੀ ਆ ਉਹ ਤਾਂ ਲੰਬੀਆਂ ਕਹਾਣੀਆਂ ਹੁੰਦੀਆਂ ਨੇ ਹਿਸਟਰੀ ਦੀਆਂ, ਪਰਤ ਦਰ ਪਰਤ ਜਿਹੜਾ ਹੈਗਾ ਉਹਦੇ 'ਚ ਚਾਹੇ ਆਪਾਂ ਲਗਾਤਾਰ ਜਿਹੜੇ ਹੈਗੇ ਨੇ ਜਿੰਨੇ ਮਰਜ਼ੀ ਪ੍ਰੋਗਰਾਮ ਕਰ ਲਈਏ ਉਹ ਵੀ ਘੱਟ ਨੇ, ਕਿਉਂਕਿ ਕੈਨੇਡਾ ਜਿਹੜਾ ਸੀ ਉਹ ਇੱਕ ਬਣਿਆ ਹੀ ਇੱਕ ਟਰਮੋਇਲ ਦੇ ਵਿੱਚੋਂ ਆ, ਇੱਕ ਖੂਨੀ ਸੰਘਰਸ਼ ਦੇ ਵਿੱਚੋਂ ਜਿਹੜਾ ਸੀ ਇਹ ਮੁਲਕ ਪੈਦਾ ਹੋਇਆ। ਤੇ ਇਹ ਜਿਹੜਾ ਕੈਨੇਡਾ ਵਰਗੇ ਮੁਲਕ ਦਾ ਧਰਤੀ ਦੇ ਨਕਸ਼ੇ ਦੇ ਉੱਤੇ ਉੱਭਰਨਾ, ਇਹਦੇ ਲਈ 500 ਸਾਲਾਂ ਦਾ ਉਸ ਤੋਂ ਪਿੱਛੋਂ ਦਾ ਵੀ ਇਤਿਹਾਸ ਆ। 1867 ਦੇ ਵਿੱਚ ਜੇ ਆਪਾਂ ਦੇਖਿਆ ਕਿ ਇਹ ਮੈਪਲ ਲੀਫ ਵਾਲਾ ਜਿਹੜਾ ਸੀ ਮੁਲਕ
ਇਸ ਨਕਸ਼ੇ ਤੇ ਆਇਆ, ਉਸ ਤੋਂ 500 ਸਾਲ ਪਹਿਲਾਂ ਜਿਹੜੇ ਸੀ ਉਹ ਇੱਕ ਦਾਬੇ ਤੇ ਖੂਨੀ ਸਿਆਸੀ ਉਥਲ-ਪੁਥਲ ਜਿਹੜੀ ਆ ਉਹ ਪਾਰ ਕਰਕੇ ਜਿਹੜਾ ਸੀ ਕੈਨੇਡਾ ਤੇ USA, ਇਸ ਮਹਾਂਦੀਪ ਦੇ ਵਿੱਚ ਜਿਹੜੇ ਵੱਡੇ ਮੁਲਕ ਨੇ USA ਤੇ ਕੈਨੇਡਾ ਜਿਹੜੇ ਨੇ ਉਹ ਨਕਸ਼ੇ ਦੇ ਉੱਤੇ ਅੱਜ ਦਿਖ ਰਹੇ ਨੇ। ਇਹ ਜੇ ਕਹਾਣੀ ਆਪਾਂ ਪਿੱਛੇ ਜਾਈਏ, ਜੇ ਕਹਾਣੀ ਦੇ ਰੂਪ ਚ ਆਪਾਂ ਦੇਖੀਏ, ਹਿਸਟਰੀ ਰੂਪ ਚ ਦੇਖੀਏ, ਤਾਂ 1500 ਈਸਵੀ ਦੇ ਦੌਰ ਵਿੱਚ, ਕਿਉਂਕਿ ਜਿਹੜਾ USA ਵਾਲਾ ਹਿੱਸਾ ਸੀ ਉੱਥੋਂ ਦੀਆਂ ਜਿਹੜੀਆਂ ਸੀਗੇ ਉਹ ਪਹਿਲਾਂ ਆਬਾਦ ਹੋ ਗਿਆ ਸੀਗਾ, ਤੇ ਉੱਥੋਂ ਹੌਲੀ ਹੌਲੀ ਜਿਹੜਾ ਸੀ ਨਾਰਥ ਵਾਲੇ ਪਾਸੇ, ਜਿਹਨੂੰ ਇਹ ਕਹਿ ਦਿੰਦੇ ਕਿ ਬਰਫ਼ ਨਾਲ ਰੱਦਿਆ ਹੋਇਆ ਵੀ ਇੱਥੇ, ਕਿ ਇੱਧਰ ਨੂੰ ਆਉਣੇ ਸ਼ੁਰੂ ਹੋਏ ਸੀਗੇ ਲੋਕ। ਤੇ ਇਹਦੇ ਚ ਸਭ ਤੋਂ ਪਹਿਲਾਂ 1500 ਈਸਵੀ ਦੇ ਵਿੱਚ ਇਤਿਹਾਸ ਦੇ ਵਿੱਚ ਜਿਹੜਾ ਸੀ ਆਪਾਂ ਜਾਈਏ ਤਾਂ ਅੰਦਾਜ਼ਾ ਲੱਗਦਾ ਕਿ 1500 ਈਸਵੀ ਦੇ ਵਿੱਚ ਯੂਰਪੀਅਨ ਖੋਜੀ ਵਪਾਰੀ ਸੀ ਜਿਹੜੇ, ਉਹ ਅਮਰੀਕਾ ਦੇ ਇਸ ਮਹਾਂਦੀਪ ਦੇ ਉੱਤਰੀ ਖੇਤਰ ਜਿਹੜਾ ਸੀ ਕੈਨੇਡਾ ਵਾਲੀ ਥਾਂ ਜਿਹੜੀ ਹੈਗੀ ਆ, ਇੱਥੇ ਆਉਣੇ ਸ਼ੁਰੂ ਹੋਏ। ਤੇ ਉਹਨਾਂ ਨੂੰ ਇਸ ਧਰਤੀ ਇੱਥੇ ਆ ਕੇ ਪਤਾ ਲੱਗਿਆ ਕਿ ਇਸ ਧਰਤੀ ਦੇ ਇਸ ਹਿੱਸੇ ਦੇ ਉੱਪਰ ਵੀ ਬਹੁਤ ਸਾਰੇ ਕੁਦਰਤੀ ਸੋਮੇ ਮੌਜੂਦ ਨੇ, ਖਣਿਜ ਪਦਾਰਥ ਨੇ, ਤੇ ਉਹ ਇੱਥੋਂ ਦੇ ਰਾਅ ਮਟੀਰੀਅਲ ਜਿਹੜਾ ਸੀ, ਇੱਥੇ ਦੇ ਜਿਹੜੀ ਫਰ ਸੀ, ਜਿਹੜੀ ਜਾਨਵਰਾਂ ਦੀ ਫਰ ਖੱਲ ਸੀਗੀ, ਫਰ ਜਿਹੜੀ ਸੀ ਉਹ ਵੀ ਉਹਨਾਂ ਨੂੰ ਲੱਗੀ ਕਿ ਬਹੁਤ ਵਧੀਆ ਹੈਗੀ ਆ। ਤੇ ਇਹ ਫਿਰ ਵਪਾਰੀਆਂ ਨੂੰ ਇੱਧਰ ਨੂੰ ਆਉਣ ਦਾ ਜਿਹੜਾ ਸੀ ਉਹ ਉਹਨਾਂ ਦਾ ਸਿਲਸਿਲਾ ਸ਼ੁਰੂ ਹੋਇਆ 1500 ਈਸਵੀ ਦੇ ਵਿੱਚ। ਤੇ ਇੱਥੇ ਆ ਕੇ ਉਹਨਾਂ ਦਾ ਜਿਹੜਾ ਸੀ ਟਾਕਰਾ ਸੀ, ਜਿਹੜਾ ਇੱਥੋਂ ਦੇ ਰਹਿਣ ਵਾਲੇ ਜਿਹੜੇ ਇੰਡੀਜੀਨਸ ਲੋਕ ਸੀ, ਮੂਲ ਨਿਵਾਸੀ ਲੋਕ ਸੀ, ਉਹਨਾਂ ਦੇ ਨਾਲ ਉਹਨਾਂ ਦਾ ਵਾਹ ਪੈਣਾ ਸ਼ੁਰੂ ਹੋਇਆ, ਜਿਹੜਾ ਕਿ ਹਜ਼ਾਰਾਂ ਸਾਲਾਂ ਤੋਂ ਇਸ ਧਰਤੀ ਦੇ ਉੱਤੇ ਲੋਕ ਰਹਿ ਰਹੇ ਸੀਗੇ। ਤੇ ਜਿਹੜੇ ਆਉਣ ਵਾਲੇ ਲੋਕ ਸੀਗੇ ਉਹਦੇ ਵਿੱਚ ਬ੍ਰਿਟਿਸ਼ ਵਪਾਰੀ ਜਿਹੜੇ ਸੀਗੇ, ਬ੍ਰਿਟਿਸ਼ ਵੀ ਸੀਗੇ, ਫਰਾਂਸੀਸੀ ਵੀ ਸੀਗੇ, ਜਿਹੜੇ ਕਿ ਇੱਥੋਂ ਇੱਧਰ ਨੂੰ ਆਉਣਾ ਸ਼ੁਰੂ ਹੋਏ। ਤੇ ਉਹਨਾਂ ਦੇ ਵਿੱਚ ਫਰਾਂਸੀਸੀ ਤੇ ਬ੍ਰਿਟਿਸ਼ ਨਾਲ ਮਿਲ ਕੇ ਉਹਨਾਂ ਨੇ ਇਕੱਠੇ ਹੋ ਕੇ ਨੇਟਿਵ ਜਿਹੜੇ ਲੋਕ ਸੀ, ਇੱਥੋਂ ਦੇ ਰਹਿਣ ਵਾਲੇ ਲੋਕ ਸੀ, ਉਹਨਾਂ ਦੇ ਨਾਲ ਮੁਕਾਬਲੇ ਦਾ ਇੱਕ ਜ਼ਬਰਦਸਤ ਹਿੰਸਕ ਰੂਪ, ਵਾਇਲੈਂਟ ਜਿਹੜਾ ਸੀ ਟਕਰਾਅ ਜਿਹੜਾ ਸੀ, ਮੁਕਾਬਲਾ ਪੂਰਾ ਤਰ੍ਹਾਂ ਚੱਲਿਆ। ਤੇ ਹੌਲੀ ਹੌਲੀ ਜਿਹੜਾ ਸੀ ਉਹ ਸਮਝੌਤਿਆਂ ਦੇ ਰੂਪ 'ਚ, ਤੇ ਕਦੀ ਸ਼ਾਂਤੀ ਦਾ ਨਾਮ ਲੈ ਕੇ, ਤੇ ਇਹ ਕਬਜ਼ੇ ਜਿਹੜੇ ਸੀ ਇੱਥੇ ਉਹਨਾਂ ਦੇ ਐਸਟੈਬਲਿਸ਼ ਹੋਣੇ ਸ਼ੁਰੂ ਹੋ ਗਏ। ਤੇ ਸ਼ਾਂਤੀ ਕਰਦੇ ਕਰਦੇ ਮਿੱਤਰਤਾ ਦਾ ਦੌਰ ਜਿਹੜਾ ਸੀ ਉਹ ਵੀ ਦੌਰ ਕਰਨਾ ਸ਼ੁਰੂ ਕੀਤਾ। ਤੇ ਹੌਲੀ ਹੌਲੀ ਧਰਤੀ ਦੇ ਬਹੁਤੇ ਖੇਤਰਾਂ ਦੇ ਵਿੱਚ ਯੂਰਪੀਅਨ ਵਸੋਂ ਹੁੰਦੀ ਸੀਗੀ, ਉਹਦਾ ਕਬਜ਼ਾ ਹੋ ਗਿਆ। ਤੇ ਕਈ ਸਮਝੌਤਿਆਂ ਦੇ ਨਾਲ ਜਿਹੜੇ ਇੱਥੋਂ ਦੇ ਲੋਕ ਸੀਗੇ, ਨੇਟਿਵ ਲੋਕ ਸੀਗੇ, ਉਹਨਾਂ ਨੂੰ ਛੋਟੇ ਛੋਟੇ ਖੇਤਰਫਲਾਂ ਦੇ ਵਿੱਚ, ਛੋਟੇ ਛੋਟੇ ਰਿਜ਼ਰਵਾਂ ਦੇ ਵਿੱਚ ਰਹਿਣ ਦੀ ਮਨਜ਼ੂਰ ਕਰ ਦਿੱਤਾ ਗਿਆ। ਤੇ ਇਹ ਜਿਹੜੇ ਰਿਜ਼ਰਵ ਨੇ ਉਹ ਅੱਜ ਵੀ 600 ਦੇ ਕਰੀਬ ਰਿਜ਼ਰਵ ਨੇ, ਅੱਜ ਵੀ ਇਸ ਧਰਤੀ ਦੇ ਉੱਤੇ ਮੌਜੂਦ ਨੇ। ਤੇ ਇਹਨਾਂ ਦੇ ਆਪਣੇ ਨੇਟਿਵ ਸੱਭਿਆਚਾਰ ਪਹਿਚਾਣ ਪ੍ਰਤੀ ਉਹਨਾਂ ਦੀ ਹਮਲਾਵਰ ਪਹੁੰਚ ਸੀ ਜਿਹੜੀ ਯੂਰਪੀਅਨ ਸੱਭਿਆਚਾਰ ਨੇ, ਤੇ ਉਹਦੇ ਲਈ ਜਿਹੜਾ ਸੀ ਉਹਨਾਂ ਦੀ ਮਤਲਬ ਉਹਨਾਂ ਨੂੰ ਵੀ ਸਹਿਣ ਕਰਨ ਦੇ ਲਈ ਲੋਕਾਂ ਨੂੰ ਮਜਬੂਰ ਹੋਣਾ ਪਿਆ। ਸਰਕਾਰੀ ਸਰਪ੍ਰਸਤੀ ਦੇ ਵਿੱਚ ਜਿਹੜੇ ਸੀ, ਜਦੋਂ ਤਲਵਾਰ ਪਹੁੰਚਦੀ ਆ ਤੇ ਤਲਵਾਰ ਦੇ ਨਾਲ ਜਿਹੜਾ ਸੀ ਉਹ ਧਰਮ ਵੀ, ਜਿਹੜੀ ਈਸਾਈ ਮਿਸ਼ਨਰੀ ਜਿਹੜੇ ਸੀਗੇ ਉਹਨਾਂ ਦੇ ਵੀ ਇੱਥੇ ਆਉਣਾ ਜਿਹੜਾ ਸੀ ਨਾਲ ਐਸਟੈਬਲਿਸ਼ ਹੋਣੇ ਸ਼ੁਰੂ ਹੋ ਗਏ। ਤੇ ਈਸਾਈ ਮਿਸ਼ਨਰੀਆਂ ਵੱਲੋਂ ਜਿਹੜੇ ਸੀ ਇੱਥੋਂ ਦੇ ਮੂਲ ਨਿਵਾਸੀ ਬੱਚੇ ਸੀ, ਉਹਨਾਂ ਨੂੰ ਜਬਰੀ ਮਾਂ ਪਿਓ ਤੋਂ ਖੋਹ ਕੇ ਈਸਾਈ ਧਰਮ ਵਗੈਰਾ ਅਪਣਾਉਣ ਦਾ ਜਿਹੜਾ ਸੀ, ਉਹਨਾਂ 'ਚ ਪਨੀਰੀ ਲਾ ਕੇ ਤੇ ਉਹਨਾਂ ਨੂੰ ਆਪਣੀ ਬੋਲੀ ਭੁਲਾਉਣ ਦਾ ਜਿਹੜਾ ਸੀ, ਪੁਰਾਣੀ ਬੋਲੀ ਭੁਲਾਉਣ ਦਾ ਉਹਨਾਂ 'ਚ ਯਤਨ ਲਗਾਤਾਰ ਜਿਹੜਾ ਸੀ ਇਹ ਬਸਤੀਵਾਦੀ ਲੋਕਾਂ ਵੱਲੋਂ ਕੀਤਾ ਜਾਂਦਾ ਰਿਹਾ ਜੀ। ਤੇ ਇਹਦੇ ਵਿੱਚ ਬਿਲਕੁਲ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਵਪਾਰਕ ਮੁਕਾਬਲੇ ਵੀ ਇਹਨਾਂ ਦੇ ਆਪਸ ਵਿੱਚ ਚੱਲਦੇ ਸੀਗੇ। ਤੇ ਜਿਹੜੇ ਫ੍ਰੈਂਚ ਤੇ ਫ੍ਰੈਂਚ ਤੇ ਬ੍ਰਿਟਿਸ਼ ਲੋਕ ਸੀਗੇ, ਉਹਨਾਂ ਦੇ ਆਪਸ ਵਿੱਚ ਵੀ ਵਪਾਰੀ ਮੁਕਾਬਲੇ ਜਿਹੜੇ ਸੀਗੇ ਤੇ ਉਹ ਵੀ ਚੱਲਦੇ ਸੀਗੇ। ਤੇ ਇਹਨਾਂ ਦੇ ਆਪਾਂ ਜੀ ਕਿ ਫ੍ਰੈਂਚ ਤੇ ਜਿਹੜੇ ਬ੍ਰਿਟਿਸ਼ ਸੀਗੇ, ਉਹਨਾਂ ਦਾ ਆਪਸੀ ਜਿਹੜਾ ਭਾਈਚਾਰਾ ਸੀ ਉਹ ਕੋਈ ਬਹੁਤਾ ਸੁਖਾਲਾ ਵੀ ਨਹੀਂ ਸੀਗਾ। ਤੇ ਇਹ ਦੋਨੇ ਬਸਤੀਵਾਦੀ ਜਿਹੜੇ ਦੋਨੇ ਸਾਮਰਾਜ ਸੀਗੇ ਫ੍ਰੈਂਚ ਤੇ, 7 ਸਾਲ ਇਹਨਾਂ ਦੀ ਆਪਸ ਵਿੱਚ ਵੀ ਲੜਾਈ ਫ੍ਰੈਂਚ ਤੇ ਬ੍ਰਿਟਿਸ਼ ਦੀ ਇੱਥੇ ਚੱਲਦੀ ਰਹੀ। ਤੇ ਅਖੀਰ 1763 ਦੇ ਵਿੱਚ 1763 ਦੇ ਵਿੱਚ ਫਰਾਂਸ ਜਿਹੜਾ ਸੀ ਉਹ ਉੱਤਰੀ ਅਮਰੀਕਨ ਮਹਾਂਦੀਪ ਦੇ ਵਿੱਚ ਇੱਥੇ ਉਹਨਾਂ ਨੇ ਆਖਰ ਆਪਣੀ ਹਾਰ ਮੰਨੀ। ਤੇ ਜਿਹੜੀਆਂ ਮੈਜੋਰਟੀ ਜਿਹੜੀਆਂ ਬਸਤੀਆਂ ਸੀ, ਜਿਹੜੀਆਂ ਕਲੋਨੀ ਸੀਗੇ ਜਿਹੜੀਆਂ, ਉਹ ਬ੍ਰਿਟਿਸ਼ ਦੇ ਹਵਾਲੇ ਹੋ ਗਈਆਂ। ਤੇ ਇਹ ਬਹੁਤਾ ਜਿਹੜਾ ਇਲਾਕਾ ਸੀ ਜਿਹੜਾ ਇਹ ਬ੍ਰਿਟਿਸ਼ ਸਾਮਰਾਜ ਦੇ ਸਿੱਧਾ ਆਪਾਂ ਕਹਿੰਦੇ ਆ ਕਿ ਕਿੰਗ ਤੇ ਆਪਣੀ ਰਾਣੀ ਜਿਹੜੀ ਸੀ ਉਹਦੇ ਕਬਜ਼ੇ 'ਚ ਆਉਣਾ ਸ਼ੁਰੂ ਹੋ ਗਿਆ ਸੀ। ਤੇ ਇਸੇ ਤਰ੍ਹਾਂ USA ਤੇ ਜਿਹੜਾ ਸੀ USA ਵਾਲੀ ਥਾਂ ਵੀ, ਉਧਰ ਵੀ ਜ਼ਿਆਦਾ ਉਹਨਾਂ ਦਾ ਹੀ ਬ੍ਰਿਟਿਸ਼ ਦਾ ਕਬਜ਼ਾ ਹੋਣਾ ਸ਼ੁਰੂ ਹੋ ਗਿਆ ਸੀ। ਤੇ ਇਹ ਬ੍ਰਿਟਿਸ਼ ਨਾਰਥ ਅਮਰੀਕਾ ਜਿਹੜਾ ਸੀ, ਇਸ ਧਰਤੀ ਦਾ ਨਾਮ ਉਦੋਂ ਬ੍ਰਿਟਿਸ਼ ਨਾਰਥ ਅਮਰੀਕਾ ਦੇ ਨਾਂ ਨਾਲ ਕਲੋਨੀ ਜਿਹੜੀਆਂ ਸੀ ਉਹ ਬਣਨੀਆਂ ਸ਼ੁਰੂ ਹੋਈਆਂ। ਇਸ ਤੋਂ ਅੱਗੇ ਆਪਾਂ ਗੱਲ ਜੀ ਡਾਕਟਰ ਸਾਹਿਬ, ਮੈਂ ਥੋੜਾ ਜਿਹਾ ਇੱਕ ਹੋਰ ਮੈਨੂੰ ਇੰਟਰਸਟਿੰਗ ਲੱਗ ਰਿਹਾ ਹੈ
ਜਿਵੇਂ ਤੁਸੀਂ ਦੱਸਿਆ ਕਿ ਅਮਰੀਕਾ ਵਾਲਾ ਏਰੀਆ ਦੇ ਵਿੱਚ ਪਹਿਲਾਂ ਕਾਬਜ ਹੋ ਗਏ ਸੀਗੇ ਬਸਤੀਵਾਦੀ ਲੋਕ, ਬ੍ਰਿਟਿਸ਼ ਵਗੈਰਾ ਚੋਂ ਆ ਕੇ ਜਾਂ ਦੂਜੀ ਦੁਨੀਆ ਤੋਂ ਆ ਕੇ, ਯੂਰਪ ਤੋਂ ਆ ਕੇ, ਤੇ ਫਿਰ ਜਿਹੜੀ ਡਿਮਾਰਕੇਸ਼ਨ ਹੋਈ ਆ, ਕੈਨੇਡਾ ਨਾਰਥ ਪੋਲ ਸੀਗਾ, ਇਧਰ ਨੂੰ ਮਤਲਬ ਘੱਟ ਵਸੋਂ ਸੀਗੀ, ਤੇ ਬਾਅਦ ਵਿੱਚ ਯੂਐਸ ਕੈਨੇਡਾ ਦੇ ਮਤਲਬ ਉਭਾਰ ਕਿੱਦਾਂ ਹੋਇਆ ਕੈਨੇਡਾ ਬਣਦਾ, ਤੇ ਉਹਦੀ ਡਿਮਾਰਕੇਸ਼ਨ ਕਿੱਦਾਂ ਹੋਈ, ਤੇ ਕਿੱਦਾਂ ਦੋ ਮੁਲਕ ਕਿਉਂ ਬਣੇ? ਜੇ ਉੱਥੇ ਯੂਐਸਏ ਵਾਲੇ ਪਾਵਰਫੁਲ ਸੀਗੇ ਲੋਕ, ਤੇ ਸੇਮ ਹੀ ਲੋਕਾਂ ਦੀ ਪ੍ਰਿਸ਼ਠ ਭੂਮੀ ਇੱਕੋ ਹੀ ਸੀਗੀ ਕਿ ਉਹ ਬ੍ਰਿਟਿਸ਼ ਤੋਂ ਹੀ ਆਏ ਹੋਏ ਲੋਕ ਸੀ, ਯੂਰਪੀਅਨ ਲੋਕ ਸੀ, ਤੇ ਇਹਨਾਂ ਨੇ ਇਹਨਾਂ ਨੂੰ ਦੇਸ਼ਾਂ ਨੂੰ ਅਲੱਗ ਕਿੱਦਾਂ ਹੋਣ ਦਿੱਤਾ, ਜਾਂ ਅਲੱਗ ਕਿਵੇਂ ਹੋਏ, ਇੱਕ ਹੀ ਸਾਮਰਾਜ ਕਿਉਂ ਨਾ ਬਣਿਆ? ਇਹ ਡਿਮਾਰਕੇਸ਼ਨ ਕਿਵੇਂ ਤੇ ਕਿੱਦਾਂ ਹੋਈ? ਤੇ ਅਮਰੀਕਨ ਕੈਨੇਡੀਅਨ ਵਾਰ ਵੀ ਇੱਕ ਕਹਿੰਦੇ ਹੋਈ ਸੀਗੀ, ਉਹਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਵੀ ਸਾਂਝੀ ਕਰੀਏ ਆਪਾਂ। ਹਾਂਜੀ, ਦੇਖੋ ਇੱਕ ਚੀਜ਼ ਨਜ਼ਰ ਆਉਂਦੀ ਆ ਕਿ ਆਪਾਂ ਨੇ ਮਨ 'ਚ ਕਨਸੈਪਟ ਹੈਗਾ ਕਿ ਯੂਨੀਫਾਈਡ, ਕਿ ਪੂਰੀ ਜਿਹੜਾ ਆਪਾਂ ਕਹੀਏ ਕਿ ਬ੍ਰਿਟਿਸ਼ ਹਕੂਮਤ ਜਿਹੜੀ ਉੱਥੋਂ ਚਲਾ ਰਹੀ ਸੀਗੀ, ਉਹ ਇੱਕ ਯੂਨੀਫਾਈਡ ਤਰੀਕੇ ਦੇ ਨਾਲ ਇੱਕ ਦੇਸ਼ ਬਣਾ ਕੇ ਚੱਲ ਰਹੀ ਹੋਊਗੀ, ਇੱਦਾਂ ਬਿਲਕੁਲ ਨਹੀਂ ਸੀਗਾ। ਕਿਉਂਕਿ ਜੇ ਆਪਾਂ USA ਦੀ ਧਰਤੀ ਦੀ ਗੱਲ ਕਰੀਏ, ਜਿੱਥੇ ਸਭ ਤੋਂ ਪਹਿਲਾਂ ਵਾਦ ਹੋਇਆ, ਮਤਲਬ ਨਾਰਥ ਦੇ ਨਾਲੋਂ ਜਿਹੜਾ ਸਾਊਥ ਦਾ ਅਮਰੀਕਾ ਦਾ ਏਰੀਆ ਸੀ, ਉਹ ਵਾਦ ਹੋਇਆ ਪਹਿਲਾਂ, ਉੱਥੇ ਵੀ ਤਕਰੀਬਨ ਜਿਹੜੀਆਂ 13 ਬਸਤੀਆਂ ਸੀਗੀਆਂ, 13 ਕਾਲੋਨੀਸ ਆਪਾਂ ਕਹਿ ਦਿੰਦੇ ਹਾਂ, 13 ਬਸਤੀਆਂ ਸੀ ਜਿਹੜੀਆਂ ਅਲੱਗ-ਅਲੱਗ ਸੀਗੀਆਂ, ਰਿਆਸਤਾਂ ਕਹਿ ਸਕਦੇ, ਰਿਆਸਤਾਂ ਸੀ ਅਲੱਗ-ਅਲੱਗ, ਚਾਹੇ ਉਹ ਸਿੱਧਾ ਬ੍ਰਿਟਿਸ਼ ਹਕੂਮਤ ਦੀ ਸਰਪ੍ਰਸਤੀ 'ਚ ਦੇਖ-ਰੇਖ 'ਚ ਸੀਗੀਆਂ, ਪਰ ਉਹ ਫਿਰ ਵੀ ਜਿਹੜੀਆਂ ਸੀ ਉਹ 13 ਬਸਤੀਆਂ ਉੱਧਰ ਸੀਗੀਆਂ, ਤੇ ਇਸੇ ਤਰ੍ਹਾਂ ਨਾਰਥ ਵਾਲੇ ਹਿੱਸੇ 'ਚ ਵੀ ਇੱਧਰ ਵੀ ਜਿਹੜੀਆਂ ਸੀ ਉਹ ਅਲੱਗ-ਅਲੱਗ ਬਸਤੀਆਂ ਸੀ ਜਿਹੜੀਆਂ ਉਹ ਰਾਣੀ ਦੀ ਸਰਪ੍ਰਸਤੀ ਦੇ ਵਿੱਚ ਚੱਲ ਰਹੀਆਂ ਸੀ। ਤੇ ਇਸੇ ਤਰ੍ਹਾਂ ਤੁਸੀਂ ਗੱਲ ਜ਼ਿਕਰ ਕੀਤੀ ਕਿ USA ਮੁਲਕ ਜਿਹੜਾ ਸੀ, ਸਭ ਤੋਂ ਪਹਿਲਾਂ ਤਾਂ USA ਮੁਲਕ ਜਿਹੜਾ ਅੱਜ ਦਾ ਮੁਲਕ ਆ, ਉਹ ਕਿੱਦਾਂ ਨਕਸ਼ੇ ਤੇ ਉੱਭਰਦਾ ਹੈਗਾ। USA ਦੀਆਂ ਜਿਹੜੀਆਂ 13 ਬਸਤੀਆਂ ਸੀ ਜਿਹੜੀਆਂ ਉੱਥੋਂ ਦੀਆਂ, ਚਾਹੇ ਉਹ ਰਿਆਸਤਾਂ ਰਾਣੀ ਦੇ ਅੰਡਰ ਸੀਗੀਆਂ, ਲੰਡਨ ਬ੍ਰਿਟਿਸ਼ ਹਕੂਮਤ ਦੇ ਅੰਡਰ ਸੀਗੀਆਂ, ਪਰ ਉਹਦਾ ਜਿਹੜਾ ਉੱਥੋਂ ਦੀ ਪਾਰਲੀਮੈਂਟ ਦੇ ਵਿੱਚੋਂ ਉਹਨਾਂ ਦੇ ਉੱਤੇ ਲਗਾਤਾਰ ਡਿਕਟੇਟਰਾਨਾ ਰਵੱਈਆ ਤੇ ਹੋਰ ਸਾਰਾ ਕੁਝ ਚੱਲਦਾ ਸੀ, ਉਹਦੇ ਤੋਂ ਬਹੁਤੀਆਂ ਖੁਸ਼ ਨਹੀਂ ਸੀ, ਉਹ ਨਾਰਾਜ਼ ਹੀ ਰਹਿੰਦੀਆਂ ਸੀ ਉਹਨਾਂ ਤੋਂ। ਤੇ ਇਸ ਤਰ੍ਹਾਂ ਉਹਨਾਂ ਦੇ ਵਿੱਚ ਅਮਰੀਕਨ ਜਿਹੜੀਆਂ ਰਿਆਸਤਾਂ ਸੀਗੀਆਂ ਤੇ ਉਹਨਾਂ ਦੀ ਆਜ਼ਾਦੀ ਜਿਹੜੀ ਸੀ, ਉਹਦਾ ਇੱਕ ਦੌਰ ਸ਼ੁਰੂ ਹੋ ਜਾਂਦਾ ਹੈਗਾ ਕਿ 1775 ਈਸਵੀ ਦੇ ਵਿੱਚ ਉਹ ਇਹਨਾਂ ਤੋਂ ਆਜ਼ਾਦ ਹੋਣ ਦੇ ਲਈ, ਬ੍ਰਿਟਿਸ਼ ਪਾਰਲੀਮੈਂਟ ਤੋਂ ਆਜ਼ਾਦ ਹੋਣ ਦੇ ਲਈ USA ਦੀਆਂ ਜਿਹੜੀਆਂ ਅਮਰੀਕਾ ਦੀਆਂ ਸੀਗੀਆਂ ਕਲੋਨੀਸ, ਉਹਨਾਂ ਨੇ ਇੱਕ ਸੰਘਰਸ਼ ਰਿਆਸਤਾਂ ਨੇ ਸ਼ੁਰੂ ਕੀਤਾ, ਤੇ ਉਹਦੇ 'ਚ ਉਹਨਾਂ ਨੇ ਮਤਲਬ ਅੰਤ ਜਿਹੜੀਆਂ ਸੀ ਅਮਰੀਕਨ ਰਿਆਸਤਾਂ ਸੀ ਜਿਹੜੀਆਂ ਆਜ਼ਾਦ ਹੋਈਆਂ, ਤੇ ਮਜਬੂਰਨ ਬ੍ਰਿਟਿਸ਼ ਸਾਮਰਾਜ ਸੀ ਜਿਹੜਾ ਉਹ ਇੱਕ USA ਅਮਰੀਕਾ ਦੇ ਤੌਰ ਤੇ ਦੇਸ਼ ਨੂੰ ਮਾਨਤਾ ਦੇਣੀ ਪਈ। ਤੇ ਉਹ ਜਿਹੜੀ ਆਜ਼ਾਦੀ ਦਾ ਸੰਘਰਸ਼ ਸੀ ਜਿਹੜਾ, ਉਹ ਸਿਰਫ ਇੱਥੋਂ ਤੱਕ ਨਹੀਂ ਸੀ ਕਿ ਉਹਨਾਂ ਨੇ ਕਰਨਾ ਸੀ ਸਿਰਫ ਆਜ਼ਾਦੀ ਲੈਣੀ ਸੀ, ਇੱਕ ਸਲੇਵ ਓਨਰ ਸੁਸਾਇਟੀ ਦੇ ਵਿੱਚ ਜਿਹੜੇ ਸਲੇਵ ਸੀਗੇ, ਤੇ ਉਹ ਆਜ਼ਾਦੀ ਦੇ ਵਿੱਚ ਜਿਹੜੇ ਸੀ ਸਲੇਵਸ ਵਾਲਾ ਪੱਖ ਜਿਹੜਾ ਸੀਗਾ, ਉਹ ਧੜਾ ਸੀ ਜਿਹੜਾ ਸਲੇਵ ਓਨਰਾਂ ਦੇ ਵੀ ਖਿਲਾਫ ਸੀਗਾ, ਉਸ ਦੇ ਵਿੱਚ ਉਹਨਾਂ ਧੜਾ ਭਾਰੂ ਹੋ ਕੇ ਉਹ ਜਿੱਤ ਦੇ ਰੂਪ 'ਚ ਨਜ਼ਰ ਆਉਂਦਾ ਹੈਗਾ। ਤੇ USA ਜਦੋਂ ਬਣਦਾ ਹੈਗਾ ਤਾਂ ਉਹਦੇ 'ਚ ਇਹ ਜਮਹੂਰੀ ਕਦਰਾਂ ਕੀਮਤਾਂ ਨਾਲ ਲੈ ਕੇ ਤੁਰਦਾ ਡੈਮੋਕ੍ਰੈਟਿਕ ਤਰੀਕੇ ਨਾਲ, ਕਿ ਸਲੇਵ ਓਨਰਸ ਨੇ ਜਿਹੜੇ, ਉਹਨਾਂ ਦੇ ਤਸ਼ੱਦਦ ਜਿਹੜਾ ਸੀ ਉਹ ਨਹੀਂ ਹੋਣਾ ਚਾਹੀਦਾ, ਸਲੇਵ ਆਜ਼ਾਦ ਹੋਣੇ ਚਾਹੀਦੇ ਨੇ, ਸਾਰੇ ਲੋਕ ਇੱਕੋ ਜਿਹੇ ਹੁੰਦੇ ਨੇ। ਜਿਹੜਾ ਆਪਾਂ ਕਹਿੰਦੇ ਆ ਕਿ ਸਟੈਚੂ ਆਫ ਲਿਬਰਟੀ ਵਾਲੀ ਗੱਲ ਜਿਹੜੀ ਹੈਗੀ ਆ, ਉਹ ਇੱਕ ਪੁਰਾਣੇ ਸਲੇਵ ਓਨਰ ਸੁਸਾਇਟੀ ਤੋਂ ਵੀ ਇੱਕ ਆਜ਼ਾਦੀ ਦੀ ਮੁਕਤੀ ਦੀ ਲੜਾਈ ਸੀਗੀ। ਤੇ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ USA ਜਦੋਂ ਆ ਜਾਂਦਾ, ਤੇ ਇੱਧਰ ਜਿਹੜੇ ਬਾਕੀ ਬਚਦਾ ਇਲਾਕਾ ਜਿਹੜਾ ਕਿ ਨਾਰਥ ਦੇ ਵਿੱਚ ਆ, ਉਹਨੂੰ ਬ੍ਰਿਟਿਸ਼ ਨਾਰਥ ਅਮਰੀਕਾ ਕਿਹਾ ਜਾਣ ਲੱਗ ਗਿਆ। ਇੱਕ USA ਆਜ਼ਾਦ ਹੋ ਕੇ USA ਬਣ ਜਾਂਦਾ, ਤੇ ਉਹ ਸਿੱਧਾ ਰਾਣੀ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ, ਤੇ ਜਿਹੜਾ ਬਾਕੀ ਦਾ ਹਿੱਸਾ ਨਾਰਥ ਵਾਲਾ ਹੋਗਾ ਉਹ ਬ੍ਰਿਟਿਸ਼ ਨਾਰਥ ਅਮਰੀਕਾ ਦੇ ਰੂਪ ਦੇ ਵਿੱਚ ਉਸ ਧਰਤੀ ਦੇ ਨਕਸ਼ੇ ਤੇ ਰਹਿੰਦਾ ਹੈਗਾ। ਤੇ ਹੁਣ ਇਹ ਸੀ ਕਿ USA ਤੇ ਬ੍ਰਿਟਿਸ਼ ਨਾਰਥ ਅਮਰੀਕਾ ਦੇ ਆਪਸੀ ਸੰਬੰਧ ਸੀ ਜਿਹੜੇ, ਉਹ ਬਹੁਤੇ ਚੰਗੇ ਨਹੀਂ ਸੀ। ਚੰਗੇ ਨਾ ਹੋਣ ਦੇ ਵਿੱਚ ਕਾਰਨ ਵੀ ਜਿਹੜਾ ਸੀ, ਉਹ ਪਿੱਛੇ ਜਿਹੜੀ ਬ੍ਰਿਟਿਸ਼ ਹਕੂਮਤ ਸੀ ਉੱਥੋਂ ਦੀ ਬੈਠੀ ਜਿਹੜੀ ਸੀ, ਉਹ ਵੀ ਇੱਕ ਕਾਰਨ ਸੀਗਾ। ਕਿਉਂਕਿ ਜਦੋਂ ਅਮਰੀਕਾ ਦੇਸ਼ ਜਿਹੜਾ ਸੀ ਉਹ ਗੁਲਾਮਦਾਰੀ ਪ੍ਰਥਾ ਤੇ ਨਸਲੀ ਵਿਤਕਰੇ ਦੇ ਖਿਲਾਫ ਘਰੇਲੂ ਜੰਗ ਜਿਹੜੀ ਸੀ, ਇੱਕ ਸਿਵਲ ਵਾਰ ਸੀ ਜਿਹੜੀ ਉਹ ਲੜੀ ਜਾ ਰਹੀ ਸੀਗੀ ਰੈਵੋਲੂਸ਼ਨ ਦੀ ਤਰ੍ਹਾਂ। 1775 ਦਾ ਜਿਹੜਾ ਤੁਸੀਂ US ਰੈਵੋਲੂਸ਼ਨ ਕਹਿ ਰਹੇ ਹੋ। ਹਾਂਜੀ। ਤੇ ਉਹ ਉਸ ਲੜਾਈ ਦੇ ਵਿੱਚ ਜਿਹੜਾ ਸੀ, ਉਸ ਲੜਾਈ ਦੇ ਵਿੱਚ ਰਾਣੀ ਜਿਹੜੀ ਬ੍ਰਿਟਿਸ਼ ਹਕੂਮਤ ਸੀਗੀ, ਉਹਦਾ ਸਟੈਂਡ ਜਿਹੜਾ ਸੀ ਉਹ ਗੁਲਾਮ ਮਾਲਕਾਂ ਦੇ ਵੱਲ ਰਿਹਾ ਸਿਵਲ ਵਾਰ ਦੇ ਵਿੱਚ। ਤੇ ਉਹ ਸਿਵਲ ਵਾਰ ਦੇ ਵਿੱਚ ਜਦੋਂ ਜਿੱਤ ਜਿਹੜੀ ਹੈਗੀ ਆ, ਉਹ ਸਿਵਲ ਵਾਰ ਦੇ ਵਿੱਚ ਜਿਹੜੇ ਸੀ ਉਹ ਡੈਮੋਕ੍ਰੈਟਿਕ ਲੋਕਾਂ ਦੀ ਹੋ ਜਾਂਦੀ ਆ,
ਤੇ ਉਹਦੇ ਨਾਲ ਜਿਹੜੇ ਹਕੂਮਤੀ ਨਸਲ ਪ੍ਰਸਤ ਗੁਲਾਮ ਮਾਲਕ ਸੀ ਜਿਹੜੇ, ਤੇ ਉਹ ਹਾਰ ਜਾਂਦੇ ਨੇ, ਤਾਂ ਉਹਦੇ ਵਿੱਚ ਜਿਹੜੀ ਡੈਮੋਕ੍ਰੇਟਿਕ ਜਿੱਤ ਜਾਂਦੀ ਆ, ਤੇ ਨੇਚਰਲੀ ਹੈਗਾ ਉਹ ਸਾਰਾ ਗੁੱਸਾ ਰਾਣੀ ਦੇ ਖਿਲਾਫ ਵੀ ਜਿਹੜਾ ਉਹ ਇੱਕ ਆ ਜਾਂਦਾ ਉੱਥੇ। ਤੇ ਉਸ ਰੂਪ ਦੇ ਵਿੱਚ ਵੀ ਆਪਾਂ ਜੇ ਕਹੀਏ ਕਿ ਦੋ ਹਿੱਸੇ ਤਾਂ ਪਹਿਲਾਂ ਹੀ ਹੋ ਜਾਂਦੇ ਨੇ, ਦੋ ਹਿੱਸੇ ਤਾਂ ਪਹਿਲਾਂ ਹੀ ਹੋ ਗਏ ਕਿ ਇੱਧਰਲਾ ਹਿੱਸਾ ਰਾਣੀ ਦੇ ਕਬਜ਼ੇ ਵਾਲਾ, ਦੂਜਾ ਹਿੱਸਾ ਰਾਣੀ ਤੋਂ ਆਜ਼ਾਦ ਹੋ ਜਾਂਦਾ। ਤੇ ਉਸ ਤੋਂ ਬਾਅਦ ਫਿਰ ਇੱਥੋਂ ਦੇ ਜਿਹੜੇ ਬ੍ਰਿਟਿਸ਼ ਨਾਰਥ ਅਮਰੀਕਾ ਦੇ, ਫਿਰ ਇਹ ਵੀ ਗੱਲ ਚੱਲਣੀ ਸ਼ੁਰੂ ਹੋ ਗਈ ਸੀ ਉੱਥੋਂ ਦੀ USA ਵਾਲੇ ਏਰੀਆ ਦੇ ਵਿੱਚ, ਉੱਥੋਂ ਜਿਹੜੀ ਜੇਤੂ ਧਿਰ ਸੀਗੀ ਕਿ ਜੇ ਬ੍ਰਿਟਿਸ਼ ਹਕੂਮਤ ਨਾਰਥ ਵਾਲੇ ਪਾਸੇ ਵੀ ਰਹਿੰਦੀ ਆ ਤਾਂ ਇਹ ਕਦੀ ਵੀ ਦੁਬਾਰਾ USA ਤੇ ਦੁਬਾਰਾ ਕਾਬਜ ਹੋ ਜਾਣਗੇ, ਇਹ ਦੁਬਾਰਾ ਮਾਲਕ ਬਣ ਸਕਦੇ ਨੇ। ਇਸ ਕਰਕੇ ਉਹਨੂੰ ਐ ਸੀ ਵੀ ਇੱਕੋ ਵਾਰੀ ਆਪਾਂ ਜੇ USA ਵਾਲੀ ਧਰਤੀ ਤੋਂ ਕੱਢਿਆ ਤਾਂ ਜਿਹੜੀ ਨਾਰਥ ਵਾਲੀ ਧਰਤੀ ਹੈਗੀ ਆ ਇਹ ਵੀ ਬ੍ਰਿਟਿਸ਼ ਹਕੂਮਤ ਤੋਂ ਆਜ਼ਾਦ ਕਰਾ ਲਈ ਜਾਵੇ। ਤੇ ਇਸੇ ਤਰ੍ਹਾਂ ਜਿਹੜਾ ਸੀ ਇਹ ਭਾਵਨਾ ਜਿਹੜੀ ਸੀ, ਇਸ ਗੱਲ ਦਾ ਖਤਰਾ ਜਿਹੜਾ ਸੀ ਬ੍ਰਿਟਿਸ਼ ਹਕੂਮਤ ਲਈ, ਬ੍ਰਿਟਿਸ਼ ਪਾਰਲੀਮੈਂਟ ਲਈ ਬਣਿਆ ਹੋਇਆ ਸੀਗਾ। ਤੇ ਉਹਨਾਂ ਨੇ ਜਿਹੜੀਆਂ ਇੱਥੋਂ ਦੀਆਂ ਰਿਆਸਤਾਂ ਸੀ ਜਿਹੜੀਆਂ ਨਾਰਥ ਵਾਲੇ ਪਾਸੇ ਦੀਆਂ, ਬ੍ਰਿਟਿਸ਼ ਨਾਰਥ ਅਮਰੀਕਾ ਵਾਲੀਆਂ, ਉਹਨਾਂ ਦੇ ਮਨ 'ਚ ਵੀ ਇਹ ਕਹਿਣਾ ਸ਼ੁਰੂ ਕਰਤਾ ਕਿ ਵੀ ਤੁਸੀਂ ਵੀ ਆਪਣੇ ਆਜ਼ਾਦੀ ਦਾ ਜਾਂ ਇੰਡੀਪੈਂਡੈਂਸ ਦਾ ਜਿਹੜਾ ਸੀ ਉਹ ਸ਼ੁਰੂ ਕਰ ਦਿਓ, ਵੀ ਨਹੀਂ ਤਾਂ ਇੱਥੋਂ ਵੀ ਜਿਹੜਾ ਸੀ ਉਹ ਰਾਣੀ ਨੂੰ ਬਾਹਰ ਕੱਢਦੇ ਇੱਥੇ ਵੀ ਆ ਕੇ USA ਜਿਹੜਾ ਸੀ ਉਹ ਦੇਸ਼ ਜਿਹੜਾ ਹੈਗਾ ਯੂਨੀਫਾਈਡ ਇੱਕ ਦੇਸ਼ ਬਣ ਸਕਦਾ। ਇਹ ਵੀ ਇੱਕ ਕਾਰਨ ਸੀਗੇ ਕਿ ਇੱਥੇ ਜਿਹੜੀਆਂ ਰਿਆਸਤਾਂ ਸੀਗੀਆਂ ਨਾਰਥ ਅਮਰੀਕਾ ਵਾਲੇ ਪਾਸੇ, ਉਹਨਾਂ ਨੂੰ ਇਕੱਠੇ ਹੋਣ ਦੇ ਲਈ ਇੱਕ ਦੇਸ਼ ਬਣਾਉਣ ਦੇ ਵੱਲ ਨੂੰ ਜਾਣ ਦਾ ਇੱਕ ਮਜਬੂਰੀ ਬਣ ਗਈ ਸੀ ਉਹਨਾਂ ਵਾਸਤੇ। ਜਾਨੀ ਕਿ ਕੈਨੇਡਾ ਵਾਲਾ ਪੋਰਸ਼ਨ ਜਿਹੜਾ ਆ ਉਹ ਰਾਣੀ ਦੇ ਅੰਡਰ ਰਹਿਣ ਕਰਕੇ ਉੱਥੋਂ ਦੇ ਰੈਵੋਲੂਸ਼ਨ ਤੋਂ ਬਾਅਦ ਜਿਹੜਾ ਇਹ ਵਖਰੇਵਾਂ ਹੋਇਆ, ਉਹਦੇ ਤੋਂ ਬਾਅਦ ਹੀ ਦੋ ਮੁਲਕ ਜਿਹੜੇ ਆ ਉਹ ਬਣੇ। ਸੋ ਅੱਜ ਵੀ ਆਪਾਂ ਚਲੋ ਹੁਣ ਆਪਾਂ ਗੱਲਬਾਤ ਅੱਗੇ ਹਿਸਟਰੀ ਦੀ ਕਰ ਰਹੇ ਹਾਂ, ਅੱਜ ਵੀ ਜਦੋਂ ਓਥ ਲੈਂਦੇ ਆ ਤੇ ਜਿਹੜੇ ਮਹਾਰਾਣੀ ਨੂੰ ਉਹ ਸਾਹਮਣੇ ਰੱਖ ਕੇ ਓਥ ਦਵਾਈ ਜਾਂਦੀ ਆ ਤੇ ਉਹਦੇ ਸਕਸੈਸਰ ਦੇ ਵੀ ਲਾਇਲ ਰਹਿਣ ਦੀ ਗੱਲ ਕੀਤੀ ਜਾਂਦੀ ਆ। ਬਹੁਤ ਸਾਰੇ ਲੋਕ ਇਸ ਗੱਲ ਤੇ ਇਤਰਾਜ਼ ਵੀ ਕਰਦੇ ਆ ਕਿ ਮੌਜੂਦਾ ਡੈਮੋਕ੍ਰੇਟਿਕ ਏਜ ਦੇ ਵਿੱਚ ਇਸ ਤਰ੍ਹਾਂ ਰਹਿਣਾ ਜਿਹੜਾ ਆ ਉਹ ਵਾਜਬ ਨਹੀਂ ਆ, ਪਰ ਕੈਨੇਡਾ ਕਿਉਂਕਿ ਪਤਾ ਨਹੀਂ ਕੁਝ ਕਾਰਨ ਨੇ ਕਿ ਉਹ ਬੜਾ ਸ਼ਾਂਤਮਈ ਢੰਗ ਨਾਲ ਇਹਨਾਂ ਚੀਜ਼ਾਂ ਨੂੰ ਲੈਂਦਾ ਹੈ, ਔਰ ਅੱਜ ਵੀ ਲੀਡਰਸ਼ਿਪ ਜਿਹੜੀ ਆ ਉਹ ਸਖਤੀ ਨਾਲ ਸਟੈਂਡ ਨਹੀਂ ਲੈਂਦੀ ਕਿ ਕੀ ਅਸੀਂ ਇੱਕ ਇੰਡੀਪੈਂਡੈਂਟ ਮੁਲਕ ਆ। ਅੱਜ ਵੀ ਆਸਟ੍ਰੇਲੀਆ ਤੇ ਸਾਡਾ ਕੈਨੇਡਾ ਮੁਲਕ ਜਿਹੜਾ ਉਹ ਮਲਕਾ ਵਿਕਟੋਰੀਆ ਦਾ ਕਿਸਮ ਦਾ ਗੁਲਾਮੀ ਦਾ ਅਹਿਸਾਸ ਜ਼ਰੂਰ ਕਰਾਉਂਦਾ, ਭਾਵੇਂ ਹੈ ਇੰਡੀਪੈਂਡੈਂਟ ਹੀ, ਉਹਨਾਂ ਦਾ ਰੋਲ ਕੋਈ ਬਹੁਤ ਜ਼ਿਆਦਾ ਨਹੀਂ ਰਿਹਾ। ਸੋ ਇਹ ਇੱਥੋਂ ਤੱਕ ਪਹੁੰਚਣ ਲਈ ਹੋਰ ਕਿਹੜੇ ਮਰਹਲੇ ਪਾਰ ਕਰਕੇ ਇਹ ਕੈਨੇਡਾ ਜਿਹੜਾ ਜੀ ਇਹ ਫਿਰ ਬਣਿਆ, ਕਿਸ ਤਰ੍ਹਾਂ ਇੱਥੇ ਕਾਨੂੰਨ ਬਣੇ, ਕਿੱਦਾਂ ਦੇ ਇੱਥੇ ਅਸੈਂਬਲੀਆਂ ਬਣੀਆਂ, ਕਿਵੇਂ ਸਾਰਾ ਜਿਹੜੇ ਆ ਸਟੇਟਾਂ ਇਕੱਠੀਆਂ ਹੋਈਆਂ ਜੀ? ਹਾਂਜੀ, ਇਹ ਬ੍ਰਿਟਿਸ਼ ਨਾਰਥ ਅਮਰੀਕਾ ਦੇ ਨਾਂ ਦੇ ਉੱਤੇ ਜਿਹੜਾ ਇਹ ਸੀਗਾ ਰੂਲ ਵਾਲਾ, 1860 ਦੇ ਵਿੱਚ ਇਹ ਕਹਾਣੀ ਸ਼ੁਰੂ ਹੁੰਦੀ ਆ ਕਿ ਬ੍ਰਿਟਿਸ਼ ਨਾਰਥ ਅਮਰੀਕਾ ਇਲਾਕੇ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਜਿਹੜੀਆਂ ਸੀ ਬ੍ਰਿਟਿਸ਼ ਬਸਤੀਆਂ ਜਿਹੜੀਆਂ ਸੀ, ਜਿਵੇਂ ਪ੍ਰੋਵਿੰਸ ਆਫ ਕੈਨੇਡਾ, ਉਸ ਸਮੇਂ ਦੇ ਜਿਹੜੇ ਪ੍ਰਿੰਸ ਸੀਗੇ, ਰਿਆਸਤਾਂ ਸੀ ਜਿਹੜੀਆਂ, ਉਹਨਾਂ ਦੇ ਨਾਮ ਸੀਗੇ ਪ੍ਰੋਵਿੰਸ ਆਫ ਕੈਨੇਡਾ, ਬ੍ਰਿਟਿਸ਼ ਕੋਲੰਬੀਆ, ਨਿਊਫਾਊਂਡਲੈਂਡ, ਨੋਵਾ ਸਕੋਸ਼ੀਆ, ਨਿਊ ਬਰਸਵਿਕ, ਪ੍ਰਿੰਸ ਐਡਵਰਡ ਆਈਲੈਂਡ ਜਿਹੜੇ ਸੀਗੇ। ਇਹ ਆਪਾਂ ਕਹਿ ਸਕਦੇ ਹਾਂ ਕਿ 6 ਜਿਹੜੀਆਂ ਸੀ ਰਿਆਸਤਾਂ ਜਿਹੜੀਆਂ ਸੀ ਇਸ ਨਾਮ ਦੇ ਉੱਤੇ ਚੱਲ ਰਹੀਆਂ ਸੀ ਇੱਥੇ। ਤੇ ਜਿਹੜੀ ਪ੍ਰੋਵਿੰਸ ਆਫ ਕੈਨੇਡਾ ਨਾਮ ਦੀ ਬਸਤੀ ਦਾ ਇਲਾਕਾ ਸੀਗਾ, ਉਹ ਜਿਹੜਾ ਹੁਣ ਵਾਲਾ ਅੰਟਾਰੀਓ ਤੇ ਕਿਊਬੈਕ ਹੈਗਾ, ਇਹ ਵਾਲੇ ਇਲਾਕੇ ਨੂੰ ਪ੍ਰੋਵਿੰਸ ਆਫ ਕੈਨੇਡਾ ਇੱਕ ਇਕੱਠੀ ਬਸਤੀ ਸੀ ਇਹ ਜੀ। ਤੇ ਪ੍ਰੋਵਿੰਸ ਆਫ ਕੈਨੇਡਾ ਬਸਤੀ ਦੀ ਹਕੂਮਤ ਲਈ ਸਭ ਤੋਂ ਵੱਡੀ ਸਮੱਸਿਆ ਇਹ ਉਸ ਵੇਲੇ ਸੀਗੀ ਕਿ ਇੱਥੋਂ ਦੀ ਵਸੋਂ ਦਾ ਅੱਧਾ ਹਿੱਸਾ ਇੰਗਲਿਸ਼ ਬੋਲਦਾ ਸੀ ਤੇ ਫ੍ਰੈਂਚ ਬੋਲਣ ਵਾਲਿਆਂ ਦੀ ਗਿਣਤੀ ਵੀ ਕਾਫੀ ਵੱਡੀ ਸੀਗੀ। ਤੇ ਸਿਰਫ ਬੋਲੀ ਨਹੀਂ, ਬੋਲੀ ਤਾਂ ਵੱਖਰੀ ਚੀਜ਼ ਸੀ, ਇੰਗਲਿਸ਼ ਤੇ ਫ੍ਰੈਂਚ ਦੇ ਜਿਹੜੇ ਸੱਭਿਆਚਾਰ ਸੀ, ਜਿਹੜੇ ਰਹਿਣ ਸਹਿਣ ਸੀ, ਉਹਨਾਂ ਵਿੱਚ ਵੱਡਾ ਪਾੜਾ ਸੀ ਜਿਹੜਾ, ਜਿਹਦੇ ਕਰਕੇ ਇੱਕੋ ਪ੍ਰੋਵਿੰਸ ਦੇ ਅੰਦਰ ਜਿਹੜਾ ਸੀ ਹਮੇਸ਼ਾ ਆਪਸ ਵਿੱਚ ਇੱਕ ਵਾਦ ਵਿਵਾਦ ਦਾ ਸਿਆਸੀ ਜਿਹੜਾ ਸੀ ਉਹ ਇੱਕ ਵਖਰੇਵਾ ਬਣਿਆ ਰਹਿੰਦਾ ਸੀਗਾ। ਤੇ ਇਸ ਕਰਕੇ ਦੋਵਾਂ ਭਾਸ਼ਾਵਾਂ ਦੇ ਲੀਡਰਾਂ ਦਾ ਵਿਚਾਰ ਸੀ ਕਿ ਜੇ ਦੂਸਰੇ ਰਾਜਾਂ ਨਾਲ ਆਪਾਂ ਇਕੱਠੇ ਹੋ ਜਾਈਏ ਤਾਂ ਉਹਦੇ ਨਾਲ ਜਿਹੜਾ ਸੀ ਉਹ ਕੁਝ ਮਸਲਾ ਹੱਲ ਕਹਾਣੀ ਗਾਂ ਤੁਰ ਸਕਦੀ ਹੈ। ਸੋ ਦੋਵੇਂ ਤਰ੍ਹਾਂ ਜਿਹੜੀਆਂ ਸੀਗੀਆਂ ਪ੍ਰਿੰਸ ਆਫ ਕੈਨੇਡਾ ਦੇ ਵਿੱਚ ਅੰਦਰ ਜਿਹੜੇ ਸਿਆਸੀ ਸੀਗੇ ਸਾਰੇ ਲੋਕ, ਤੇ ਉਹਨਾਂ ਲੀਡਰ ਸੀ ਜਿਹੜੇ, ਉਹਨਾਂ ਨੇ ਦੂਜੇ ਰਾਜਾਂ ਨੂੰ ਦੇ ਨਾਲ ਮਿਲਣ ਦਾ ਇੱਕ ਤਰ੍ਹਾਂ ਰਾਹ ਜਿਹੜਾ ਸੀ ਅੰਦਰੋਂ ਫੈਸਲਾ ਲੈ ਕੇ ਖੋਲ੍ਹਿਆ ਉਹਨਾਂ ਨੇ। ਤੇ ਉਹਦੇ ਵਿੱਚ ਇਕੱਲੀ ਬਸਤੀ ਦੀ, ਕਿਉਂਕਿ ਜਿਹੜੀਆਂ ਸਾਰੀਆਂ ਬਸਤੀਆਂ ਇੱਥੇ ਦੂਜੀਆਂ ਵੀ ਸੀ, ਉਹਨਾਂ ਦੀਆਂ ਵੀ ਇਕੱਲਿਆਂ ਦੀਆਂ ਬੜੀਆਂ ਪ੍ਰੋਬਲਮਾਂ ਸੀਗੀਆਂ ਕਿ ਸਿਆਸੀ ਤੌਰ ਤੇ ਵੀ, ਆਰਥਿਕ ਪੱਖੋਂ ਵੀ,
ਤੇ ਫਿਰ ਰੱਖਿਆ ਦੇ ਪ੍ਰਬੰਧਾਂ ਕਰਕੇ ਕਿ ਕਿਉਂਕਿ USA ਦਾ ਲਗਾਤਾਰ ਖਤਰਾ ਬਣਨਾ ਸ਼ੁਰੂ ਹੋ ਗਿਆ ਸੀਗਾ, ਇਸ ਕਰਕੇ ਰੱਖਿਆ ਦੀ ਵੀ ਪ੍ਰੋਬਲਮ ਆ ਸਕਦੀ ਸੀ ਕਿ ਕੱਲੀਆਂ ਬਸਤੀਆਂ ਨੂੰ USA ਲਈ ਬਹੁਤ ਸੌਖਾ ਸੀ ਟੇਕ ਓਵਰ ਕਰਨਾ। ਤੇ ਇਸੇ ਕਰਕੇ ਉਹ ਸਾਰਿਆਂ ਦੇ ਮਨ ਦੀ ਜਿਹੜੀ ਅਨਸੁਰੱਖਿਆ ਦੀ ਭਾਵਨਾ ਸੀ, ਉਹਦੇ ਕਰਕੇ ਜਿਹੜਾ ਸੀ ਜਦੋਂ ਪ੍ਰਿੰਸ ਆਫ ਕੈਨੇਡਾ ਨੇ ਇਹ ਗੱਲ ਤੋਰੀ ਤਾਂ ਉਹਨਾਂ ਨੇ ਕੁਛ ਜਿਹੜੀ ਸੀ ਉਹਨਾਂ ਦੇ ਮਨਾਂ 'ਚ ਸਹਿਮਤੀ ਹੋਣੀ ਸ਼ੁਰੂ ਹੋ ਚੁੱਕੀ ਸੀ। ਤੇ ਇਸੇ ਤਰ੍ਹਾਂ ਇਹ ਛੋਟੀਆਂ ਵੱਡੀਆਂ ਸਾਰੀਆਂ ਬ੍ਰਿਟਿਸ਼ ਬਸਤੀਆਂ ਸੀ ਜਿਹੜੀਆਂ, ਤੇ ਉਹ ਇੱਕ ਹੋਰ ਵੀ ਉਹਨਾਂ ਦੇ ਸੀਗਾ ਕਿ ਰੇਲਵੇ ਰੋਡ ਨੈਟਵਰਕ ਸੀ, ਜਿਹੜਾ ਰੇਲਵੇ ਦਾ ਤੇ ਰੋਡ ਦਾ ਸੰਚਾਰ ਦੇ ਸਾਧਨ ਸੀ, ਜਿਹੜੇ ਨੈਟਵਰਕ ਸੀ ਉਹ ਕਾਫੀ, ਕਿਉਂਕਿ ਵਪਾਰ ਦੇ ਲਈ ਉਹਦੀ ਬਹੁਤ ਜ਼ਿਆਦਾ ਲੋੜ ਸੀ ਪੂਰੇ ਮੁਲਕ ਦੇ ਵਿੱਚ। ਤੇ ਉਹਦੇ ਲਈ ਇਕੱਲੇ ਜਿਹੜਾ ਸੀ ਪ੍ਰਿੰਸ ਸੀ, ਉਹਦੇ ਕੋਲ ਇੰਨੀ ਪੈਸਾ ਨਹੀਂ ਸੀ, ਇੰਨੀ ਆਮਦਨ ਨਹੀਂ ਸੀ ਕਿ ਉਹ ਆਪਣੇ ਏਰੀਆ ਦੇ ਵਿੱਚ ਵੀ ਆਪਣਾ ਰੇਲਵੇ ਦੀਆਂ ਲਾਈਨਾਂ ਤੇ ਸੜਕਾਂ ਬਣਾ ਸਕੇ ਜੀ। ਤੇ ਇਹਦੇ ਨਾਲ ਵਪਾਰ ਨੂੰ ਅੱਗੇ ਇਸ ਮਹਾਂਦੀਪ ਦੇ ਖਿੱਤੇ 'ਚ ਵਪਾਰ ਨੂੰ ਤੇ ਯਾਤਾਯਾਤ ਦੇ ਨੈਟਵਰਕ ਨੂੰ ਹੋਰ ਵਧਣ ਦੀ ਆਸ ਦੇ ਨਾਲ ਇੱਥੋਂ ਦੀਆਂ ਜਿਹੜੀਆਂ ਬਸਤੀਆਂ ਨੇ ਉਹਨਾਂ ਦੀ ਜਿਹੜੀ ਸਹਿਮਤੀ ਬਣਨੀ ਸ਼ੁਰੂ ਹੋ ਗਈ ਸੀਗੀ। ਤੇ ਕਿਉਂਕਿ ਉਹਨਾਂ ਨੂੰ ਆਸ ਸੀ ਕਿ ਇਕੱਠੇ ਹੋ ਕੇ ਅਸੀਂ ਆਰਥਿਕ ਸਾਧਨ ਇਕੱਠੇ ਕਰਕੇ ਅਸੀਂ ਇੱਕੋ ਨੈਟਵਰਕ ਇੱਕੋ ਸੜਕਾਂ ਦਾ ਵਸਾ ਸਕਦੇ ਹਾਂ। ਤੇ ਇਸ ਤਰ੍ਹਾਂ ਇੱਕ ਸਾਂਝੀ ਮੰਡੀ ਜਿਹੜੀ ਹੈਗੀ ਆ, ਸਾਂਝੀ ਮੰਡੀ ਵਪਾਰ ਦੇ ਲਈ ਜਿਹੜੀ ਜ਼ਰੂਰਤ ਸੀਗੀ, ਇੱਕ ਸਾਂਝੀ ਮੰਡੀ ਦਾ ਇੱਕ ਰੂਪ ਬਣਾ ਕੇ ਉਹਨਾਂ ਨੂੰ ਵਪਾਰ ਜਿਹੜਾ ਸੀ ਉਹ ਇੱਕ ਨਜ਼ਰ ਆ ਰਿਹਾ ਸੀਗਾ। ਤੇ ਉਹਦੇ ਨਾਲ USA ਦੇ ਨਾਲ ਜਿਹੜੀ ਉਹਨਾਂ ਦੀ ਮੁਕਾਬਲੇਬਾਜ਼ੀ ਜਿਹੜੀ ਸੀ, ਆਰਥਿਕ ਪੱਖੋਂ ਵੀ ਸਿਆਸੀ ਪੱਖੋਂ ਵੀ ਜਿਹੜੀ ਮੁਕਾਬਲੇਬਾਜ਼ੀ ਸੀ, ਉਹਨੂੰ ਵੀ ਉਹਨੂੰ ਲੱਗਦਾ ਸੀ ਇਕੱਠੇ ਹੋ ਕੇ ਅਸੀਂ ਸੁਰੱਖਿਆ ਵੀ ਲੈ ਸਕਦੇ ਹਾਂ ਤੇ ਉਹਨਾਂ ਨਾਲ ਵਪਾਰ ਦੀ ਮੁਕਾਬਲੇਬਾਜ਼ੀ ਉਹ ਵੀ ਅਸੀਂ ਨਜਿੱਠ ਸਕਦੇ ਹੈਗੇ। ਤੇ ਇਹਦੇ ਲਈ ਕਨਫੈਡਰੇਸ਼ਨ ਜਿਹੜੀ ਸੀ ਉਹ ਬਣਾਉਣ ਦਾ ਇੱਕ ਤਜਵੀਜ਼ ਸੀ, ਜਿਹੜੀ ਰੱਖਿਆ ਖੇਤਰ ਤੇ ਸ਼ਾਂਤੀ ਲਈ ਉਹਦੀ ਇੱਕ ਭਾਵਨਾ ਕੰਮ ਕਰ ਗਈ। ਤੇ USA ਤੇ ਅਮਰੀਕਾ ਵਰਗੇ ਵੱਡੇ ਮੁਲਕਾਂ ਨਾਲ ਜਿਹੜਾ ਤਣਾਅ ਸੀ ਜਿਹੜਾ, ਤੇ ਉਹ ਤਾਂ ਕਨਫੈਡਰੇਸ਼ਨ ਦੀ ਲਹਿਰ ਜਿਹੜੀ ਸੀ ਉਹ ਹੁਣ ਸ਼ੁਰੂ ਹੁੰਦੀ ਆ ਉਹਦੇ ਕਰਕੇ ਵੀ। ਤੇ ਇਸ ਤਰ੍ਹਾਂ ਇਹ ਕਨਫੈਡਰੇਸ਼ਨ ਦਾ ਜਿਹੜਾ ਪ੍ਰਪੋਜ਼ਲ ਸੀਗੀ, ਤੇ ਬ੍ਰਿਟਿਸ਼ ਨਾਰਥ ਅਮਰੀਕਾ ਦੀ ਇੱਕ ਬਸਤੀ ਪ੍ਰਿੰਸ ਆਫ ਕੈਨੇਡਾ ਨੇ ਬਾਕੀ ਨਾਲ ਰੇਲਵੇ ਦੀ ਪਲੈਨਿੰਗ ਉਹਨੂੰ ਅਮਲੀ ਰੂਪ 'ਚ ਦੇਣਾ ਸ਼ੁਰੂ ਕਰ ਦਿੱਤਾ। ਤੇ ਨੋਵਾ ਸਕੋਸ਼ੀਆ, ਨਿਊ ਬਰਸਵਿਕ ਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਲੀਡਰ ਵੀ ਜਿਹੜੇ ਸੀਗੇ ਉਹ ਵੀ ਇੱਕ ਵੱਖਰੇ ਤੌਰ ਤੇ ਉਹਨਾਂ ਨੇ ਵੀ ਇੱਕ ਯੂਨੀਅਨ ਬਣਾਉਣੀ ਸ਼ੁਰੂ ਕਰਤੀ ਸੀ, ਮੈਰੀਟਾਈਮ ਯੂਨੀਅਨ ਜਿਹੜੀ ਸੀ ਉਹਨਾਂ ਨੇ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਉਸ ਵੇਲੇ। ਤੇ ਬ੍ਰਿਟਿਸ਼ ਪ੍ਰਿੰਸ ਆਫ ਕੈਨੇਡਾ ਨੇ ਵੱਖਰੇ ਤੌਰ ਤੇ ਇਹ ਦੋਨਾਂ ਦੇ ਸਿਆਸਤਦਾਨਾਂ 'ਚ ਵੱਡੀ ਯੂਨੀਅਨ ਬਣਾਉਣ ਦੀ ਜਿਹੜੀ ਸੀ ਉਹ ਇੱਛਾ ਜਦੋਂ ਜ਼ਾਹਰ ਹੋਈ ਤਾਂ 1864 ਵਿੱਚ, ਸਤੰਬਰ 1864 ਵਿੱਚ ਸਾਰੇ ਲੀਡਰ ਜਿਹੜੇ ਸੀ ਉਹ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਸ਼ਾਰਲਟ ਟਾਊਨ ਦੇ ਵਿੱਚ ਪਹਿਲੀ ਵਾਰੀ ਇਕੱਠੇ ਹੋ ਕੇ ਮੀਟਿੰਗ ਸ਼ੁਰੂ ਕਰਦੇ ਨੇ। ਸਤੰਬਰ 1864 ਦੇ ਵਿੱਚ ਇਹ ਮੀਟਿੰਗ ਸ਼ਾਰਲਟ ਟਾਊਨ ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਰੱਖੀ ਜਾਂਦੀ ਆ। ਤੇ ਇਹਦੇ ਵਿੱਚ ਸਤੰਬਰ 1864 ਵਿੱਚ ਪ੍ਰਿੰਸ ਆਫ ਕੈਨੇਡਾ ਦੇ ਨੇਤਾਵਾਂ ਨੇ ਸਭ ਨੂੰ ਵੱਡੀ ਯੂਨੀਅਨ ਬਣਾਉਣ ਦੇ ਲਈ ਰਾਜੀ ਕਰ ਲਿਆ ਤੇ ਅਗਲੀ ਵਿਚਾਰ ਚਰਚਾ ਦੇ ਲਈ ਹੋਰ ਅਗਲੀ ਮੀਟਿੰਗ ਜਿਹੜੀ ਸੀ ਉਹ ਤੈਅ ਹੋ ਗਈ। ਮੈਨੂੰ ਨਾਂ ਤੇ ਹੁਣ ਚ ਆਇਆ ਸੀਗਾ ਜੀ, ਉਹ ਗੱਲ ਕਰ ਰਹੇ ਹਾਂ ਨਾ ਆਪਾਂ। ਹਾਂਜੀ, ਕਨਫੈਡਰੇਸ਼ਨ। ਅੱਛਾ ਜੀ। ਦੀ ਪ੍ਰਪੋਜ਼ਲ ਜਿਹੜੀ ਸੀ ਕਨਫੈਡਰੇਸ਼ਨ ਉਹਦੀ ਹੋ ਗਈ ਸ਼ੁਰੂ। ਅਜੇ ਕੈਨੇਡਾ ਨਾਮ ਸ਼ਬਦ ਨਹੀਂ ਕਿਤੇ ਆਇਆ। ਜੀ। ਹਾਂਜੀ, ਉਹ ਰਾਇ ਸੀ ਵੀ ਆਪਾਂ ਇਕੱਠੇ ਹੋ ਕੇ ਜਿਹੜੇ ਸੀ ਇਹ ਕਨਫੈਡਰੇਸ਼ਨ ਬਣਾ ਲਈਏ। ਤੇ ਉਹਦੀ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਸਤੰਬਰ 1864 ਦੇ ਵਿੱਚ ਜਿਹੜੀ ਪਹਿਲੀ ਕਾਨਫਰੰਸ ਹੋਈ ਉਹਦੀ ਆਮ ਸਹਿਮਤੀ ਬਣ ਗਈ ਉਹਨਾਂ ਦੀ। ਠੀਕ ਹੈ ਜੀ। ਤੇ ਉਸ ਤੋਂ ਅੱਗੇ ਆਪਾਂ ਕਰਦੇ ਹਾਂ ਕਿ ਫਿਰ ਅਗਲੀ ਮੀਟਿੰਗ ਦੀ ਗੱਲ ਹੋ ਗਈ। ਤੇ ਇਹਦਾ ਜਿਹੜੇ ਸੀ ਬਸਤੀਵਾਦੀ ਅਜੇ ਵੀ ਇਹਨਾਂ ਦੇ ਵਿੱਚ ਭਾਵਨਾ ਸੀ, ਜਿਹੜੀ ਉਹ ਬਸਤੀਵਾਦੀ ਭਾਵਨਾ ਸੀ ਅਜੇ ਵੀ ਪਈ ਸੀ ਇਹਨਾਂ ਦੇ ਵਿੱਚ। ਇਹਨਾਂ ਨੇ ਇਸ ਧਰਤੀ ਦੇ ਮੂਲ ਨਿਵਾਸੀ ਉਸ ਮੀਟਿੰਗ ਦੇ ਵਿੱਚ ਇੱਥੋਂ ਦੇ ਧਰਤੀ ਦੇ ਮੂਲ ਨਿਵਾਸੀ ਨੇਟਿਵ ਜਿਹੜੇ ਸੀਗੇ ਉਹਨਾਂ ਦੇ ਜਿਹੜੇ ਜਨਸਮੂਹ ਸੀ, ਬਕਾਇਦਾ ਉਹਨਾਂ ਦੇ ਚੀਫ ਸੀ, ਮੁਖੀ ਸੀ, ਕਬੀਲੇ ਸੀਗੇ ਜਿਹੜੇ, ਉਹਨਾਂ ਨੂੰ ਲੈਣ ਦੇ, ਉਹਨਾਂ ਨੂੰ ਸ਼ਾਮਲ ਹੋਣ ਦਾ ਹੱਕ ਜਿਹੜਾ ਸੀ ਉਹ ਤੋਂ ਇਨਕਾਰ ਹੋਇਆ। ਇਸ ਧਰਤੀ ਦੇ ਕਲੋਨੀਆਂ, ਬ੍ਰਿਟਿਸ਼ ਕਲੋਨੀਆਂ ਇਕੱਠੀਆਂ ਹੋਣੀਆਂ ਨੇ ਜੇਕਰ ਹੋਣਾ, ਤੇ ਉਹਨਾਂ ਦੇ ਬਾਰੇ ਜਿਹੜਾ ਸੀ ਉਹ ਕੋਈ ਸਹਿਮਤੀ ਨਹੀਂ ਬਣੀ ਇਹਨਾਂ ਦੀ ਕਿ ਉਸ ਲੋਕਾਂ ਨੂੰ ਵੀ ਆਪਾਂ ਇਸ ਕਨਫੈਡਰੇਸ਼ਨ 'ਚ ਨਾਲ ਲੈਣਾ ਹੈਗਾ। ਤੇ ਅਕਤੂਬਰ 1864 ਦੇ ਵਿੱਚ ਦੁਬਾਰਾ ਫਿਰ ਕਿਊਬੈਕ ਦੇ ਵਿੱਚ ਜਿਹੜੀ ਸੀ ਉਹ ਕਾਨਫਰੰਸ ਪਹਿਲਾਂ ਸਤੰਬਰ 'ਚ ਹੋਈ ਆ, ਫਿਰ ਅਕਤੂਬਰ 'ਚ ਜਲਦੀ ਦੁਬਾਰਾ ਰੱਖ ਦਿੰਦੇ ਨੇ। ਤੇ ਉੱਥੇ ਕਿਊਬੈਕ ਦੇ ਵਿੱਚ ਕਾਨਫਰੰਸ ਜਿਹੜੀ ਹੋਈ ਤੇ ਉਹਨੂੰ ਕਿਊਬੈਕ ਕਾਨਫਰੰਸ ਦੇ ਨਾਮ ਨਾਲ ਜਿਹੜਾ ਸੀ ਉਹ ਜਾਣਿਆ ਜਾਂਦਾ। ਤੇ ਉੱਥੇ ਬਕਾਇਦਾ ਤੌਰ ਤੇ ਇੱਕ ਪਲੈਨਿੰਗ ਦੇ ਵਿੱਚ ਮਤੇ ਪਾਸ ਕੀਤੇ ਜਾਂਦੇ ਨੇ, ਉਹਨੂੰ ਕਿਊਬੈਕ ਮਤਿਆਂ ਰੂਪ 'ਚ ਜਾਣਿਆ ਜਾਂਦਾ, ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਕੈਨੇਡਾ ਵਰਗੇ ਮੁਲਕ ਦਾ ਇੱਕ ਬਲੂ ਪ੍ਰਿੰਟ ਜਿਹੜਾ ਸੀ ਉਹ ਪਹਿਲੀ ਵਾਰ ਅਕਤੂਬਰ 1864 ਵਾਲੀ ਕਿਊਬੈਕ ਕਾਨਫਰੰਸ ਦੇ ਵਿੱਚ ਰੱਖਿਆ ਜਾਂਦਾ। ਤੇ ਉਹ ਕਿਊਬੈਕ ਮਤਿਆਂ ਦੇ ਜਿਹੜੇ ਅਹਿਮ ਫੈਸਲੇ ਜਿਹੜੇ ਕਿਊਬੈਕ ਮਤਿਆਂ ਦੇ ਨਾਲ ਲਏ ਜਾਂਦੇ ਨੇ। ਤੇ ਇੱਥੋਂ ਵੀ ਆਪਾਂ ਲਾਣਾ ਕਿ ਪ੍ਰਿੰਸ ਐਡਵਰਡ ਜਿਹੜਾ ਆਈਲੈਂਡ ਅਤੇ ਨਿਊਫਿਨ ਆਈਲੈਂਡ ਜਿਹੜੇ ਨੇ ਇੱਥੋਂ ਦੇ,
ਤੇ ਉਹਨਾਂ ਨੇ ਹਿੱਸਾ ਲਿਆ, ਪਰ ਉਹ ਬਾਅਦ ਵਿੱਚ ਦੋਵਾਂ ਕਾਨਫਰੰਸਾਂ ਤੋਂ ਬਾਅਦ ਵਿੱਚ ਉਹਨਾਂ ਨੇ ਵਾਪਸ ਜਾ ਕੇ ਤੇ ਨਿਊ ਪ੍ਰਿੰਸ ਐਡਵਰਡ ਤੇ ਨਿਊਫਾਊਂਡਲੈਂਡ ਨੇ ਆ ਕੇ ਬਾਅਦ ਚ ਜਾ ਕੇ ਨਾ ਕਰਤੀ ਕਿ ਅਸੀਂ ਵਿੱਚ ਸ਼ਾਮਲ ਨਹੀਂ ਹੋਣਾ। ਤੇ ਇਸ ਤੋਂ ਬਾਅਦ ਦਸੰਬਰ 1866 ਤੋਂ ਲੈ ਕੇ ਜਨਵਰੀ 1867 ਤੱਕ 2 ਮਹੀਨੇ ਜਿਹੜਾ ਸੀ ਉਹ ਲੰਡਨ ਦੇ ਵਿੱਚ ਜਾ ਕੇ ਕਾਨਫਰੰਸ ਹੁੰਦੀ ਆ। ਤੇ ਉੱਥੇ ਜਿਹੜੀ ਕਾਨਫਰੰਸ ਹੋਈ ਉਹਦੇ ਵਿੱਚ ਨੋਵਾ ਸਕੋਸ਼ੀਆ, ਨਿਊ ਬਰਸਵਿਕ, ਪ੍ਰੋਵਿੰਸ ਆਫ ਕੈਨੇਡਾ ਦੇ ਜਿਹੜੇ ਵੱਲੋਂ ਇਹ ਨੇਤਾਵਾਂ ਨੇ ਕਿਊਬਿਕ ਮਤੇ ਜਿਹੜੇ ਸੀਗੇ ਉਹ ਪਾਸ ਕੀਤੇ ਸੀ, ਜਿਹੜੇ ਇੱਕ ਪ੍ਰਪੋਜ਼ਲ ਜਿਹੜੀ ਸੀ ਉਹਦਾ ਇੱਕ ਬਕਾਇਦਾ ਤੌਰ ਤੇ ਡਰਾਫਟ ਬਣਾ ਕੇ ਜਿਹੜਾ ਸੀ ਉਹ ਬਣਾਇਆ। ਤੇ ਉਹ 1867 ਵਾਲੇ ਜਿਹੜਾ ਲੰਡਨ 'ਚ ਬਣਾਇਆ ਉਹਨੂੰ ਬ੍ਰਿਟਿਸ਼ ਨਾਰਥ ਅਮਰੀਕਨ ਐਕਟ ਦਾ ਨਾਮ ਦਿੱਤਾ ਗਿਆ, ਬ੍ਰਿਟਿਸ਼ ਨਾਰਥ ਅਮਰੀਕਨ ਐਕਟ ਦਾ ਨਾਮ ਦੇ ਕੇ ਉਹਨਾਂ ਨੂੰ। ਤੇ ਉਹ ਪਾਰਲੀਮੈਂਟ ਜਿਹੜੀ ਸੀ ਬ੍ਰਿਟਿਸ਼ ਪਾਰਲੀਮੈਂਟ ਉਹਦੇ ਵੱਲੋਂ ਉੱਤੇ ਮੋਹਰ ਲੱਗ ਗਈ ਕਿ ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਮਨਜ਼ੂਰੀ ਉਹਨਾਂ ਨੂੰ ਉੱਥੇ ਮਿਲ ਜਾਂਦੀ ਹੈ। ਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਉਹਨਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇੱਥੋਂ ਦੀਆਂ ਜਿਹੜੀ ਇਕਜੁੱਟ ਹੋਣ ਦੀ ਜਿਹੜਾ ਸੀ ਸਿਲਸਿਲਾ ਹੁਣ ਪਲੈਨਿੰਗ ਤੋਂ ਬਾਅਦ ਵਿੱਚ ਇੱਕ ਬਲੂਪ੍ਰਿੰਟ ਦੇ ਰੂਪ 'ਚ ਗਾਹਾਂ ਜਿਹੜਾ ਹੈਗਾ ਉਹ ਪ੍ਰੈਕਟੀਕਲੀ ਹੋਣਾ ਸ਼ੁਰੂ ਹੁੰਦਾ। ਤੇ ਇਹਦੇ 'ਚ ਇਕਜੁੱਟ ਕੈਨੇਡਾ ਜਿਹੜਾ ਹੈਗਾ ਉਹ ਇੱਕ ਇਤਿਹਾਸਕ ਸਫ਼ਰ ਜਿਹੜਾ। ਡਾਕਟਰ ਸਾਹਿਬ, ਇਹ ਸ਼ਬਦ ਕੈਨੇਡਾ ਕਿੱਦਾਂ ਉਭਰਿਆ ਇਹ ਸਾਰੀ ਗੱਲ 'ਚ? ਇਹ ਥੋੜਾ ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ ਕਿ ਉਹਨਾਂ ਦੀ ਕਨਫੈਡਰੇਸ਼ਨ ਤੇ ਬਣੀ, ਗੱਲਬਾਤ ਚੱਲੀ, ਵੱਖ-ਵੱਖ ਪ੍ਰੋਵਿੰਸ ਇਕੱਠੇ ਹੋਏ, ਉਹਨਾਂ ਨੇ ਆਪਣੇ ਹਿੱਤ ਵੇਖੇ ਔਰ ਉਹਨਾਂ ਨੇ ਮਿਲ ਕੇ ਇੱਕ ਕਨਫੈਡਰੇਸ਼ਨ ਬਣਾਈ, ਪਰ ਸ਼ਬਦ ਕੈਨੇਡਾ ਕਿਸ ਤਰ੍ਹਾਂ ਬਣਿਆ ਤੇ ਉਹ ਕਿਵੇਂ ਸਾਰਿਆਂ ਨੂੰ ਸਹਿਮਤੀ ਹੋਈ ਉਹਦੇ ਤੇ? ਹਾਂਜੀ, ਤੇ ਉਹਦੇ 'ਚ ਕੈਨੇਡਾ ਸ਼ਬਦ ਜਿਹੜਾ ਹਿਸਟਰੀ ਦੇ ਵਿੱਚ ਕੈਨੇਡਾ ਸ਼ਬਦ ਦਾ ਪਹਿਲੀ ਵਾਰ ਇਸਤੇਮਾਲ ਜਿਹੜਾ ਹੈਗਾ ਉਹ ਹੁਣ ਗੱਲ ਆਪਾਂ ਆਉਂਦੀ ਆ ਕਿ ਫਿਰ ਉਸ ਤੋਂ ਬਾਅਦ ਉੱਥੋਂ ਆ ਕੇ ਜਦੋਂ 1867 ਵਿੱਚ ਉੱਥੋਂ ਆ ਜਾਂਦੇ ਜਨਵਰੀ ਤੋਂ, ਉੱਥੋਂ ਨਾ ਮਨਜ਼ੂਰੀ ਲੈ ਕੇ ਵਾਪਸ ਆ ਗਏ ਇਹ। ਤੇ ਵਾਪਸ ਆ ਕੇ 1 ਜੁਲਾਈ 1867 ਵਾਲੇ ਦਿਨ ਉਦਨ ਕੈਨੇਡਾ ਸ਼ਬਦ ਜਿਹੜਾ ਸੀ ਪਹਿਲੀ ਵਾਰੀ ਇਤਿਹਾਸ ਦੇ ਨਕਸ਼ੇ ਤੇ ਇੱਕ ਦੇਸ਼ ਦੇ ਰੂਪ 'ਚ ਕੈਨੇਡਾ ਸ਼ਬਦ ਆਉਣਾ ਸ਼ੁਰੂ ਹੁੰਦਾ ਹੈਗਾ। ਤੇ ਹੁਣ ਕਨਫੈਡਰੇਸ਼ਨ ਦਾ ਨਾਮ ਬਦਲ ਕੇ ਜਿਹੜਾ ਸੀ 1 ਜੁਲਾਈ 1867 ਨੂੰ ਉਹੀ ਕੈਨੇਡਾ ਡੇ ਆ ਜਿਹੜਾ ਅੱਜ ਆਪਾਂ ਮਨਾ ਰਹੇ ਹੈਗੇ ਆ, ਉਸ ਤੋਂ ਪਹਿਲੀ ਵਾਰੀ ਬਣਿਆ, ਜਿਹਦੇ 'ਚ ਉਸ ਵੇਲੇ 4 ਪ੍ਰੋਵਿੰਸ ਜਿਹੜੇ ਸੀ, 4 ਕਲੋਨੀਆਂ ਜਿਹੜੀਆਂ ਸੀ ਉਹ ਸ਼ਾਮਲ ਸੀਗੀਆਂ। ਨਿਊ ਬਰਸਵਿਕ, ਨੋਵਾ ਸਕੋਸ਼ੀਆ, ਅੰਟਾਰੀਓ ਤੇ ਕਿਊਬਿਕ। ਹੁਣ ਨੋਟ ਕਰੋ ਇੱਥੇ ਉਹ ਜਿਹੜੀ ਇੱਕ ਪ੍ਰੋਵਿੰਸ ਸੀਗਾ ਉਹ ਹੁਣ 2 ਹਿੱਸਿਆਂ 'ਚ ਬਣ ਜਾਂਦਾ, ਅੰਟਾਰੀਓ ਸ਼ਬਦ ਵੀ ਆ ਗਿਆ ਤੇ ਕਿਊਬਿਕ ਵੀ ਆ ਗਿਆ। ਹਾਂਜੀ, ਕਿਉਂਕਿ ਫ੍ਰੈਂਚ ਤੇ ਉਹ ਇੱਕ ਪ੍ਰੋਵਿੰਸ ਦੇ ਵਿੱਚ ਰਹਿ ਕੇ ਉਹਨਾਂ ਨੂੰ ਔਖਾ ਸੀ ਉਹਨਾਂ ਨੂੰ, ਤੇ ਉਹ ਭਾਸ਼ਾ ਦੇ ਆਧਾਰ ਤੇ ਉਹਨਾਂ ਨੇ ਕਿਊਬਿਕ ਦਾ ਤੇ ਅੰਟਾਰੀਓ ਦਾ ਪਹਿਲੀ ਵਾਰੀ ਆ ਜਾਂਦਾ ਹੈਗਾ। ਤੇ ਇਸੇ ਤਰ੍ਹਾਂ ਜਿਹੜਾ ਪ੍ਰੋਵਿੰਸ ਆਫ ਕੈਨੇਡਾ ਇੱਕ ਪ੍ਰੋਵਿੰਸ ਸੀਗਾ ਤੇ ਉਹਦੇ ਵਿੱਚ ਅੰਟਾਰੀਓ ਤੇ ਕਿਊਬਿਕ ਜਿਹੜੇ ਸੀ ਉਹਨਾਂ ਦੇ ਵਿੱਚ ਹੀ ਜਿਹੜੇ ਸੀ ਅਲੱਗ-ਅਲੱਗ 2 ਪ੍ਰੋਵਿੰਸ ਕਰ ਦਿੱਤੇ ਉਹਦੇ। ਹਾਂਜੀ, ਆ ਜਾਂਦੇ। ਤੇ ਇਸੇ ਤਰ੍ਹਾਂ ਅੱਜ ਵੀ ਕੈਨੇਡਾ ਨਾਮ ਦੀ ਗੱਲ ਜਿਹੜੀ ਆਉਂਦੀ ਹੈਗੀ ਆ ਇਹਦੇ ਵਿੱਚ ਵੀ ਕਹਿੰਦੇ ਵੀ ਜਿਹੜੇ ਵਪਾਰੀ ਸੀ ਇੱਥੋਂ ਦੇ ਤੇ ਇੱਕ ਸਿੰਗਲ ਉਹਦੀ ਕੀ ਨਾਮ ਲੈਂਦੇ ਨੇ, ਕਿਊਰਟੀਜ਼ ਕੀ ਕਹਿੰਦੇ ਨੇ, ਜਿਹੜਾ ਇੱਕ ਕਿਸ਼ਤੀ ਹੁੰਦੀ ਆ। ਅੱਛਾ ਜੀ, ਇੱਕ ਬੰਦੇ ਦੀ ਸਵਾਰੀ ਹੁੰਦੀ ਆ, ਉਹਦਾ ਕੁਝ ਨਾਮ ਹੁੰਦਾ ਮੈਨੂੰ ਖਿਆਲ ਨਹੀਂ ਆ ਰਿਹਾ। ਸਿੰਗਲ ਬੰਦਾ ਜਿਹੜਾ ਕਿਸ਼ਤੀ 'ਚ ਲੈ ਕੇ ਜਾਂਦਾ ਹੈ, ਪਤਾ ਨਹੀਂ ਹਾਂਜੀ ਕੀ ਕਹਿੰਦੇ ਨੇ। ਉਹ ਕਹਿੰਦੇ ਵੀ ਉਹਦੇ ਨਾਲ ਇਹ ਵਪਾਰੀ ਜਿਹੜੇ ਸੀ ਇੱਥੇ ਆਏ ਸੀਗੇ ਤੇ ਉਹਦੇ ਨਾਮ ਤੇ ਕੈਨੇਡਾ ਨਾਮ ਜਿਹੜਾ ਸੀ ਉਸ ਦੇ ਨਾਲ ਮਿਲਦਾ ਉਹ ਤਾਂ ਰੱਖਿਆ ਗਿਆ ਉਸ ਨਾਮ। ਇੰਟਰਸਟਿੰਗ, ਬਹੁਤ ਇੰਟਰਸਟਿੰਗ ਜੀ, ਨਵੀਂ ਗੱਲ ਹੈ ਔਰ ਸਭ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਤੇ ਉਹਦੀ ਜਾਣਕਾਰੀ ਹੋਣੀ ਜ਼ਰੂਰੀ ਆ। ਹਾਂਜੀ, ਸਵਾਲ ਸਧਾਰਨ ਵਿਅਕਤੀ ਦੇ ਮਨ 'ਚ ਵੀ ਸਵਾਲ ਆਉਂਦਾ ਹੈ ਕਿ ਕੈਨੇਡਾ ਸ਼ਬਦ ਕਿੱਥੋਂ ਉਤਪਤੀ ਕਿਵੇਂ ਹੋਈ ਹੋਏਗੀ। ਹਾਂ, ਇਹੀ ਮੈਂ ਜਾਣਨਾ ਚਾਹ ਰਿਹਾ ਸੀਗਾ। ਹਾਂਜੀ, ਉਹ ਇੱਕ ਸਿੰਗਲ ਲੱਕੜ ਦੇ ਵਿੱਚ ਇਕੱਲਾ ਜਣਾ ਬੈਠ ਕੇ ਉਹ ਪਤਵਾਰ ਲੈ ਕੇ ਚਲਾਉਂਦਾ, ਇੱਕ ਬੰਦਾ ਹੀ ਬਹਿੰਦਾ, ਛੋਟੀ ਜਿਹੀ ਕਿਸ਼ਤੀ ਹੁੰਦੀ ਆ ਉਹ ਬਸ। ਅੱਛਾ ਜੀ, ਡਾਕਟਰ ਸਾਹਿਬ ਫਿਰ ਜਿਹੜੀਆਂ ਬਾਕੀ ਪ੍ਰੋਵਿੰਸ ਨੇ ਉਹਨਾਂ ਦਾ ਰੇਵਾਂ ਕਿੱਦਾਂ ਹੋਇਆ ਤੇ ਕਿੱਦਾਂ ਫਿਰ ਅੱਗੇ ਗੱਲ ਚੱਲੀ ਕਿ ਇੱਕ ਵਿਸ਼ਾਲ ਮੁਲਕ ਅਮਰੀਕਾ ਤੋਂ ਵੀ ਵੱਡਾ ਏਰੀਆ ਜਿਹੜਾ ਵਾ ਉਹ ਜਿਹੜਾ ਬ੍ਰਿਟਿਸ਼ ਦੇ ਨਾਲ ਮਿਲ ਕੇ ਚੱਲਦਾ ਸੀ, ਜਿਵੇਂ ਆਪਾਂ ਕਿਹਾ ਡਿਮਾਰਕੇਸ਼ਨ ਹੋ ਜਾਂਦੀ ਆ ਤੇ ਫਿਰ ਇਹ ਮੁਲਕ ਬਣਦਾ ਹੈ। ਬਾਕੀ ਜਿਹੜੀਆਂ ਪ੍ਰੋਵਿੰਸ ਸੀ ਉਹ ਕਿਸ ਤਰ੍ਹਾਂ ਮਿਲਦੀਆਂ ਗਈਆਂ ਇਹਦੇ 'ਚ? ਹਾਂਜੀ, ਇਹ ਬਿਲਕੁਲ ਹੁਣ ਦੇਖੋ, ਹੁਣ ਬੇਸਿਕਲੀ ਤਾਂ ਹੁਣ ਜੇ 4 ਪ੍ਰੋਵਿੰਸ ਸ਼ਾਮਲ ਹੋਏ ਨੇ ਇਹਦੇ 'ਚ, ਇੱਕ ਪ੍ਰੋਵਿੰਸ ਤਾਂ ਉਹੀ ਅੱਧਾ ਹੀ ਹੋਇਆ ਹਨਾ, 2 ਹੋ ਗਏ ਅੰਟਾਰੀਓ ਤੇ ਕਿਊਬਿਕ ਅਲੱਗ ਹੋ ਗਏ। ਤੇ ਇਹਦਾ ਮਤਲਬ ਵੀ ਪੁਰਾਣੀਆਂ ਦੇ ਵਿੱਚ ਨਿਊ ਬਰਸਵਿਕ ਤੇ ਨੋਵਾ ਸਕੋਸ਼ੀਆ ਤੇ ਇੱਕ ਜਿਹੜੀ ਸੀ ਤੀਜਾ ਪ੍ਰੋਵਿੰਸ ਸੀਗਾ ਤੇ ਉਹੀ ਆਏ ਵਿੱਚ, ਤੇ ਬਾਕੀ ਜਿਹੜੇ ਸੀ ਉਹਦਾ ਇੰਤਜ਼ਾਰ ਸੀ ਅਜੇ, ਤੇ ਕਿਉਂਕਿ ਹੌਲੀ-ਹੌਲੀ ਉਹਨਾਂ ਕਰਕੇ ਕੁਝ ਦਿਖਾਉਣਾ ਸੀ, ਨਾਲ ਆਉਣਾ ਸੀ ਉਹਨਾਂ ਨੇ। ਤੇ ਨੋਵਾ ਸਕੋਸ਼ੀਆ ਤੇ ਨਿਊ ਬਰਸਵਿਕ ਜਿਹੜੇ ਸੀਗੇ ਤੇ ਅਜੇ ਵੀ ਉਹਨਾਂ ਸ਼ਾਮਲ ਹੋਣ ਤੋਂ ਮਤਲਬ ਹਿਚਕਿਚਾ ਰਹੇ ਸੀਗੇ। ਤੇ ਬਾਕੀ 6 ਪ੍ਰੋਵਿੰਸ ਸੀ ਜਿਹੜੇ 3 ਟੈਰੀਟਰੀਆਂ ਜਿਹੜੀਆਂ ਸੀ
ਉਹ ਇੱਕ ਵੱਡੇ ਮੁਲਕ ਦਾ ਕਰਨ ਵਾਸਤੇ ਅਜੇ ਅਜੇ ਮਤਲਬ ਆਪਾਂ ਕਹੀਏ ਵੀ ਟਾਈਮ ਲੱਗਣਾ ਸੀਗਾ। ਹਾਂਜੀ। ਤੇ ਉਹ ਫਿਰ ਬਾਅਦ ਵਿੱਚ ਹੌਲੀ-ਹੌਲੀ ਜਿਹੜੇ ਸੀਗੇ ਉਹ ਆਉਣੇ ਜਿਹੜੇ ਸੀਗੇ ਉਹ ਵਾਰੀ-ਵਾਰੀ ਜਿਹੜੇ ਸੀ ਸ਼ਾਮਲ ਹੋਣੇ ਬ੍ਰਿਟਿਸ਼ ਕੋਲੰਬੀਆ ਵਗੈਰਾ ਹੌਲੀ-ਹੌਲੀ ਵਾਪਸ ਆਉਣੇ ਸ਼ੁਰੂ ਹੋ ਜਾਂਦੇ ਨੇ। ਤੇ ਇੱਥੇ ਹੀ ਆਪਾਂ ਨਾਲ ਹੀ ਹੁਣ ਇਕੱਲੇ ਪ੍ਰਿੰਸਾਂ ਦਾ ਵੀ ਜ਼ਿਕਰ ਤੇ ਮੂਲ ਨਿਵਾਸੀ ਜਿਹੜੇ ਇੱਥੋਂ ਦੇ ਲੋਕ ਸੀ, ਨੇਟਿਵ ਰਿਜ਼ਰਵ ਸੀਗੇ, ਉਹਨਾਂ ਨੂੰ ਵੀ ਆਪਾਂ ਬਾਰ-ਬਾਰ ਇਹੀ ਜ਼ਿਕਰ ਕਰਦੇ ਹਾਂ ਕਿ ਉਹਨਾਂ ਨੂੰ ਫਿਰ ਵੀ ਅਜੇ ਸੱਦਾ ਨਹੀਂ ਦਿੱਤਾ ਗਿਆ ਦੇਸ਼ ਬਣਾਉਣ 'ਚ। ਮਤਲਬ ਸੱਤਾ 'ਚ ਭਾਈਵਾਲੀ ਉਹਨਾਂ ਨੂੰ ਬਿਲਕੁਲ ਨਹੀਂ ਦਿੱਤੀ ਜਾਂਦੀ ਸੀਗੀ ਉਦੋਂ ਵੀ ਤੇ ਹੁਣ ਬਿਲਕੁਲ। ਆਪਾਂ ਖਾਸ ਤੌਰ ਤੇ ਅੰਡਰਲਾਈਨ ਕਰ ਰਹੇ ਹਾਂ ਵੀ ਅਜੇ ਤੱਕ ਵੀ ਉਹਨਾਂ ਨੂੰ ਸ਼ਾਮਲ ਕਰਨ ਦੇ ਲਈ ਨੇਟਿਵ ਲੋਕਾਂ ਨੂੰ, ਮੂਲ ਨਿਵਾਸੀ ਲੋਕਾਂ ਨੂੰ ਸ਼ਾਮਲ ਹੋਣ ਦਾ ਕੋਈ ਸੱਦਾ ਨਹੀਂ ਸੀ ਇਹਦੇ ਵਿੱਚ ਜੀ। ਤੇ ਇਹ ਜਿਹੜੀਆਂ ਸੀ ਕਨਫੈਡਰੇਸ਼ਨ ਬਣਾਉਣ ਦੀ ਜਿਹੜੀ ਗੱਲ ਸੀਗੀ 1870 ਵਿੱਚ ਨਾਰਥ ਵੈਸਟ ਟੈਰੀਟਰੀ ਦੇ, ਇਹ ਪਹਿਲੀ ਵਾਰੀ ਸੀ 1870 ਵਿੱਚ ਨਾਰਥ ਵੈਸਟ ਟੈਰੀਟਰੀ ਦੇ ਨਿਊਟ ਤੇ ਨੇਟਿਵ ਲੋਕਾਂ ਨੇ ਨਿਊਟ ਬਹੁ ਗਿਣਤੀ ਵਾਲੇ ਲੋਕਾਂ ਨੇ ਸਵੈ ਸ਼ਾਸਿਤ ਪ੍ਰਿੰਸ ਬਣਾਉਣ ਦੀ ਮੰਗ ਉਠਾਈ ਸੀ। 1800 ਪਹਿਲੀ ਵਾਰ ਸੀ 1870 ਵਿੱਚ ਜਾਗਰਤੀ ਆਉਂਦੀ ਹੈਗੀ ਆ ਕਿ ਜਿਹੜੇ ਨਿਊਟ ਨਾਰਥ ਵੈਸਟ ਟੈਰੀਟਰੀ ਰਹਿਣ ਵਾਲੇ ਨਿਊਟ ਲੋਕ ਨੇ, ਉਹਨਾਂ ਨੇ ਪਹਿਲੀ ਵਾਰੀ ਇੱਕ ਸਵੈ ਸ਼ਾਸਿਤ ਇੰਡੀਪੈਂਡੈਂਟ ਆਪਣੀ ਟੈਰੀਟਰੀ ਜਿਹੜੀ ਸੀ ਉਹਦੇ ਲਈ ਉਹਨਾਂ ਨੇ ਮੰਗ ਉਠਾਈ। ਤੇ ਇਸੇ ਤਰ੍ਹਾਂ 1870 ਵਿੱਚ 4 ਪ੍ਰੋਵਿੰਸ ਵਾਲੇ ਕੈਨੇਡਾ ਦੇਸ਼ ਵਿੱਚ 2 ਹੋਰ ਬਸਤੀਆਂ, ਹੁਣ ਦੇਖੋ ਵਾਰੀ-ਵਾਰੀ ਕਿਵੇਂ ਸ਼ਾਮਲ ਹੁੰਦੇ ਨੇ, ਮੈਨੀਟੋਬਾ ਤੇ ਨਾਰਥ ਵੈਸਟ ਟੈਰੀਟਰੀ ਜਿਹੜੀ ਸੀ ਉਹ ਵੀ ਹੁਣ ਸ਼ਾਮਲ ਹੋ ਗਈਆਂ ਇਹਨਾਂ ਵਿੱਚ 70 ਚ ਆ ਕੇ। ਇਸ ਤੋਂ ਬਾਅਦ ਸਿਲਸਿਲੇਵਾਰ ਵਾਰੀ-ਵਾਰੀ 1871 ਵਿੱਚ ਬ੍ਰਿਟਿਸ਼ ਕੋਲੰਬੀਆ ਸ਼ਾਮਲ ਹੋ ਗਈ ਤੇ 1873 ਵਿੱਚ ਪ੍ਰਿੰਸ ਐਡਵਰਡ ਆਈਲੈਂਡ ਵੀ ਸ਼ਾਮਲ ਹੋ ਜਾਂਦੀ ਆ। 1898 ਵਿੱਚ ਯੂਕੋਨ ਬਸਤੀਆਂ ਉਹ ਵੀ ਸ਼ਾਮਲ ਹੋ ਜਾਂਦੀਆਂ ਨੇ। 1905 ਵਿੱਚ ਆ ਕੇ ਸਸਕੈਚਵਨ ਤੇ ਐਲਬਰਟਾ ਪ੍ਰੋਵਿੰਸ ਉਹ ਸ਼ਾਮਲ ਹੋ ਜਾਂਦੇ ਨੇ। ਨਿਊ ਫਾਊਂਡਲੈਂਡ 1949 ਵਿੱਚ ਸ਼ਾਮਲ ਹੁੰਦਾ ਤੇ 1999 ਵਿੱਚ ਨਨਾਵਟ ਪ੍ਰੋਵਿੰਸ ਜਿਹੜਾ ਸੀ, ਉੱਥੋਂ ਦੇ ਮੂਲ ਵਾਸੀ ਲੋਕ ਜਿਹੜੇ ਸੀਗੇ ਉਹਨਾਂ ਨੇ ਜਿਹੜਾ ਸੀ ਅਧਿਕਾਰ ਮੰਗਿਆ ਕਿ ਸਾਨੂੰ ਪ੍ਰੋਵਿੰਸ ਜਿਹੜਾ ਸੀ ਉਹ ਬਣਾਇਆ ਜਾਵੇ ਤੇ ਉੱਥੇ ਉਹਨੂੰ 1999 ਵਿੱਚ ਸ਼ਾਮਲ ਕਰਕੇ ਉਹਨੂੰ, ਕਿਉਂਕਿ ਹੁਣ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ ਕਿ ਜਿਹੜੇ ਮੂਲ ਵਾਸੀ ਲੋਕ ਸੀ ਉਹਨਾਂ ਦੇ ਜਿਹੜੇ ਕਬੀਲੇ ਸੀ ਉਹਨਾਂ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਤੇ 1999 ਵਿੱਚ ਨਨਾਵਟ ਪ੍ਰਿੰਸ ਜਿਹੜਾ ਸੀ ਮੂਲ ਵਾਸੀ ਲੋਕਾਂ ਦਾ, ਉਹ ਵੀ ਇਹਦੇ ਵਿੱਚ ਸ਼ਾਮਲ ਹੋ ਜਾਂਦਾ ਤੇ ਉਹਨੂੰ ਇੱਕ ਇੰਡੀਪੈਂਡੈਂਟ ਆਟੋਨੋਮਸ ਦੇ ਫੈਸਲੇ ਪ੍ਰਿੰਸ ਦੇ ਅਧਿਕਾਰ ਮਿਲ ਜਾਂਦਾ ਉਹਨਾਂ ਨੂੰ। ਡਾਕਟਰ ਸਾਹਿਬ ਜਿਹੜੇ ਨਨਾਵਟ ਦੀ ਗੱਲ ਕਰ ਰਹੇ ਆਪਾਂ, ਉਹ ਬਿਲਕੁਲ ਮੇਰੇ ਖਿਆਲ ਨਾਰਥ ਪੋਲ ਦੇ ਬਹੁਤ ਨੇੜੇ ਹੋਣ ਕਰਕੇ ਅੱਜ ਵੀ ਉੱਥੇ ਮੈਨੂੰ ਲੱਗਦਾ ਹੈ ਕਿ ਉਸ ਤਰ੍ਹਾਂ ਦੀ ਡਿਵੈਲਪਮੈਂਟ ਸ਼ਾਇਦ ਨਹੀਂ ਆ, ਜਾਂ ਸੰਚਾਰ ਦੇ ਸਾਧਨ ਨਹੀਂ ਆ ਫ੍ਰੀਕੁਐਂਟਲੀ, ਮਤਲਬ 에ਅਰਪੋਰਟ ਉੱਥੇ ਬਹੁਤ ਜ਼ਿਆਦਾ ਨਹੀਂ ਆ, ਬਹੁਤ ਸਾਰੀਆਂ ਫਲਾਈਟ ਨਹੀਂ ਆ, ਉਹ ਅਜੇ ਮੈਨੂੰ ਲੱਗਦਾ ਕਾਫੀ ਪਿੱਛੇ ਹੈ ਸਟੇਟ ਲੱਗਦੀ ਕਿਤੇ ਨਾ ਕਿਤੇ। ਹਾਂਜੀ, ਦੇਖੋ ਇਹ ਸਮੱਸਿਆ ਤਾਂ ਜਿਹੜੀ ਹੈਗੀ ਆ ਕਿ ਹੈਗੀ ਆ ਤੇ ਉਹ ਆਪਾਂ ਜ਼ਿਕਰ ਕਰਦੇ ਆ। ਮਤਲਬ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ 99 ਤੇ 99 ਚ ਆ ਕੇ ਜਿਹੜਾ ਸੀ ਉਹ ਨਨਾਵਟ ਜਿਹੜਾ ਹੈਗਾ ਉਹ ਇੱਕ ਨਾਰਥ ਟੈਰੀਟਰੀ ਜਿਹੜੀ ਹੈਗੀ ਆ ਬਿਲਕੁਲ ਆਪਾਂ ਨਾਰਥ ਪੋਲ ਦੇ ਨੇੜੇ ਹੋਣ ਕਰਕੇ ਇੱਕ ਸਿਰਫ ਮੂਲ ਵਾਸੀ ਲੋਕ ਨੇ ਜਿਹੜੇ ਉੱਥੇ ਰਹਿ ਰਹੇ ਨੇ ਤੇ ਉਹਨਾਂ ਨੂੰ ਇੱਕ ਆਜ਼ਾਦ ਦੇ ਰੂਪ ਚ ਇੱਕ ਪ੍ਰੋਵਿੰਸ ਬਣਾ ਕੇ ਵਿੱਚ ਸ਼ਾਮਲ ਕਰਨ ਦਾ ਜਿਹੜਾ ਸੀ ਉਹ ਕਰ ਲਿਆ ਜਾਂਦਾ ਇਹਨਾਂ ਨੂੰ। ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਅੱਜ ਆਪਾਂ ਕਹੀਏ ਤਾਂ ਅੱਜ ਸਾਡੇ ਮੁਲਕ ਦੇ ਵਿੱਚ, ਕੈਨੇਡਾ ਦੇ ਵਿੱਚ ਟੋਟਲ 10 ਪ੍ਰੋਵਿੰਸ ਨੇ ਜਿਹੜੇ ਵਾਰੀ-ਵਾਰੀ ਆਪਾਂ ਕਹਿੰਦੇ ਵੀ ਇਕੱਠੇ ਹੋਣ ਚ ਕਾਮਯਾਬ ਹੋਏ ਨੇ। ਇਸ ਵਕਤ 10 ਪ੍ਰੋਵਿੰਸ ਨੇ, 3 ਟੈਰੀਟਰੀਆਂ ਨੇ, 3 ਟੈਰੀਟਰੀਜ਼ ਨੇ ਇਸ ਵਕਤ ਆਪਣੀਆਂ। ਤੇ ਜਿਹੜੀ ਨਾਰਥ ਅਮਰੀਕਾ ਆਪਣੇ ਨਾਰਥ ਸਾਈਡ ਦੇ ਉੱਤੇ ਜਿਹੜੀਆਂ ਟੈਰੀਟਰੀਜ਼ ਨੇ, ਨਨਾਵਟ ਤੇ ਦੂਜੀ ਕਿਹੜੀ ਹੈਗੀ ਆ, 2 ਨੇ, ਨਾਰਥ ਵੈਸਟ ਟੈਰੀਟਰੀ ਕਹਿੰਦੇ ਸ਼ਾਇਦ ਉਹਨੂੰ। ਜੀ ਹਾਂ, ਨਾਰਥ। ਹਾਂਜੀ, ਦੋਨਾਂ ਦੀ ਹਾਲਤ ਜਿਹੜੀ ਹੈਗੀ ਆ ਉਹ ਸੱਚੀ ਮੁੱਚੀ ਜਿਵੇਂ ਤੁਸੀਂ ਦੱਸ ਰਹੇ ਹੋ, ਉੱਥੇ ਆਵਾਜਾਈ ਦੇ ਸਾਧਨਾਂ ਦੀ ਸਾਰਾ ਟਾਈਮ ਉੱਥੇ ਜਿਹੜਾ ਬਰਫ਼ ਨਾਲ ਢਕੇ ਰਹਿੰਦੇ ਹੈਗੇ ਨੇ, ਇਹ ਬੜੀ ਸਮੱਸਿਆ ਹੈਗੀ ਆ। ਇਸ ਕਰਕੇ ਰਹਿਣ ਦਾ ਆਪਾਂ ਕਹਿੰਦੇ ਵੀ ਨਿੱਤ ਦਿਹਾੜੀ ਦਾ ਜਿਹੜਾ ਖਰਚਾ ਹੈਗਾ ਰਹਿਣ ਸਹਿਣ ਦਾ, ਉੱਥੇ ਜ਼ਿਆਦਾ ਮੰਨਿਆ ਜਾਂਦਾ ਕਿਉਂਕਿ ਲਗਾਤਾਰ ਹੀਟਿੰਗ ਦੇ ਵਿੱਚ ਲਗਾਤਾਰ ਤੇ ਉੱਤੇ ਤੇ ਈਵਨ ਚੀਜ਼ਾਂ ਉੱਥੇ ਪਹੁੰਚਾਉਣ ਦੇ ਲਈ ਵੀ ਉੱਥੇ ਆਪਾਂ ਕਹੀਏ ਵੀ ਹੈਲੀਕਾਪਟਰ ਦੇ ਨਾਲ ਖਾਣ ਪੀਣ ਦੇ ਸਾਧਨ ਵੀ ਉੱਥੇ ਪਹੁੰਚਾਉਣੇ ਪੈਂਦੇ ਨੇ। ਇਸੇ ਕਰਕੇ ਉਹ ਜਿਹੜਾ ਏਰੀਆ ਹੈਗਾ ਤੇ ਉੱਥੇ ਮਤਲਬ ਕਹਿਣ ਦਾ ਮਤਲਬ ਵੀ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਵੀ ਚੀਜ਼ਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹਦੀਆਂ ਨੇ ਤੇ ਉੱਥੋਂ ਦੇ ਲੋਕ ਜਿਹੜੇ ਨੇ ਰਹਿਣ ਸਹਿਣ ਦੇ ਲਈ, ਲਗਾਤਾਰ ਹੀਟਿੰਗ ਦੇ ਲਈ, ਹੋਰ ਸਹੂਲਤਾਂ ਦੇ ਲਈ ਉਹਨਾਂ ਨੂੰ ਮਹਿੰਗੀਆਂ, ਉਹਦੇ 'ਚ ਲਿਵਿੰਗ ਕਾਸਟ ਮਹਿੰਗੀ ਹੈਗੀ ਆ। ਇਸੇ ਕਰਕੇ ਜੇ ਆਪਾਂ ਕਹੀਏ ਕਿ ਅਲੱਗ-ਅਲੱਗ ਪ੍ਰੋਵਿੰਸਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਲਿਵਿੰਗ ਕਾਸਟ ਜਿਹੜੀ ਹਿਸਾਬ ਨਾਲ ਰਹਿਣ ਦੇ ਨਾਲ ਕੀਤਾ ਜਾਂਦਾ,
ਤਾਂ ਉੱਥੇ ਜਿਹੜੀ ਉਹਨਾਂ ਦੀ ਮਿਨੀਮਮ ਪੇ ਹੈਗੀ ਆ ਉਹ ਜ਼ਿਆਦਾ ਵੀ ਇਸੇ ਜੀ ਕਰਕੇ ਬਿਲਕੁਲ ਰੱਖੀ ਗਈ। ਬਿਲਕੁਲ, ਬਹੁਤ ਸਾਰੇ ਲੋਕ ਇੱਥੋਂ ਜਾ ਕੇ ਵੀ ਕੰਮ ਕਰਦੇ ਨੇ, ਔਰ ਮੈਨੂੰ ਪਤਾ ਕਿ ਉਹ ਚਾਰਟਰਡ ਫਲਾਈਟ ਵਗੈਰਾ ਆਉਂਦੀਆਂ ਨੇ, ਉਹਦੇ ਵਿੱਚ ਉਹਨਾਂ ਨੂੰ 6 ਮਹੀਨੇ ਬਾਅਦ ਜਾਂ ਸਾਲ 'ਚ ਇੱਕ ਵਾਰੀ ਹੀ ਪਰਿਵਾਰਾਂ ਕੋਲ ਆਇਆ ਜਾਂਦਾ ਜੀ। ਮੇਰੇ ਵੀ ਕੋਈ ਦੋਸਤ ਉੱਥੇ ਨਾਨਾਵਟ 'ਚ ਕੰਮ ਕਰਦੇ ਨੇ, ਇੰਜੀਨੀਅਰ ਸੱਜਣ, ਔਰ ਉਹ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਉੱਥੇ ਸੈਲਰੀ ਦਾ ਫਰਕ ਹੈ ਸਾਡੇ ਨਾਲੋਂ, ਔਰ ਜਿਹੜੇ ਲੋਕ ਉੱਥੇ 3 ਸਾਲ ਲਈ ਕੰਮ ਕਰਦੇ ਨੇ ਉਹਨਾਂ ਨੂੰ ਵੱਖਰੀ ਪੈਨਸ਼ਨ ਜਿਹੜੀ ਨਾਨਾਵਟ ਵੱਲੋਂ ਵੀ $300 ਦੇ ਕਰੀਬ ਉਹਨਾਂ ਦੀ ਪੈਨਸ਼ਨ ਦੇ ਵਿੱਚ ਐਡ ਕੀਤਾ ਜਾਂਦਾ ਜੀ। ਹਾਂਜੀ, ਤੇ ਇਹ ਤਾਂ ਸੀ ਵੀ ਚਲੋ ਵੀ ਹੁਣ ਆਪਾਂ ਇੱਕ ਦੇਸ਼ 1870 ਬਣ ਜਾਂਦਾ, ਕੈਨੇਡਾ ਡੇ ਆ ਜਾਂਦਾ। ਕੈਨੇਡਾ ਡੇ ਜਿਹੜਾ ਅੱਜ ਆਪਾਂ ਮਨਾ ਰਹੇ ਹਾਂ, ਇਹ ਤਾਂ ਕਹਾਣੀ ਉਸ ਦੀ ਆ ਕਿ ਕੈਨੇਡਾ ਡੇ ਜਿਹੜਾ ਸੀ ਇਦਾਂ ਇੱਕ ਮੁਲਕ ਹੋਣ ਦੇ ਵਿੱਚ ਆਉਂਦਾ ਹੈਗਾ, ਤੇ ਇੱਕ ਡੈਮੋਕ੍ਰੈਟਿਕ ਤੇ ਹੋਰ ਸਾਰਾ ਜਿਹੜਾ ਸੀ ਸੰਵਿਧਾਨ ਦੇ ਰੂਪ ਦੇ ਵਿੱਚ ਇਸ ਮੁਲਕ ਦੇ ਵਿੱਚ ਲਾਗੂ ਹੋ ਜਾਂਦਾ, ਜਿਹਦੇ 'ਚ ਆਪਾਂ ਕਹਿੰਦੇ ਹਾਂ ਕਿ ਸਾਰਿਆਂ ਨੂੰ ਇੱਕੋ ਜਿਹੇ ਅਧਿਕਾਰ, ਔਰਤਾਂ ਨੂੰ ਅਧਿਕਾਰ ਜਾਂ ਸਾਰਾ ਕੁਛ ਗੱਲਾਂ ਜਿਹੜੀਆਂ ਨੇ ਹਿਸਟਰੀ ਦੇ ਵਿੱਚ ਪਈਆਂ ਰਹਿੰਦੀਆਂ ਨੇ। ਹੁਣ ਮੈਂ ਜ਼ਿਕਰ ਕਰਾਂਗਾ ਕਿ ਜਿਹੜੀਆਂ ਨੇਟਿਵ ਆਪਾਂ, ਕਿਉਂਕਿ ਆਪਾਂ ਜਿਹੜੇ ਨੇਟਿਵ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਨੇ, ਮੂਲ ਨਿਵਾਸੀ, ਉਹਨਾਂ ਦੀ ਵੀ ਆਪਾਂ ਜਿਹੜੀ ਹਾਲਤ ਹੈਗੀ ਆ ਜਾਂ ਉਹਨਾਂ ਦੀ ਵੀ ਹਿਸਟਰੀ ਦੇ ਵਿੱਚ ਨਾਲ ਜਿਹੜਾ ਹੈਗੀ ਆਪਾਂ ਜ਼ਿਕਰ ਨਾਲ ਕਰਨਾ ਬਣਦਾ। ਤੇ ਕਿਉਂਕਿ ਬਸਤੀਵਾਦੀ ਦੌਰ 'ਚ ਰਲੇਵੇਂ ਦੇ ਦੇਸ਼ ਬਣਨ ਦੀ ਪ੍ਰਕਿਰਿਆ ਦੇ ਕਾਫੀ ਅਰਸੇ ਤੋਂ ਬਾਅਦ ਵਿੱਚ ਜਿਹੜੇ ਨੇਟਿਵ ਸਮੂਹ ਸੀਗੇ, ਉਸ ਸਮੇਂ ਦੀਆਂ ਜਿਹੜੀਆਂ ਨੀਤੀਆਂ ਸੀ, ਚਾਹੇ ਉਹ ਵਿੱਚ ਸ਼ਾਮਲ ਨਹੀਂ ਹੋਏ ਰੱਖਿਆ ਗਿਆ ਉਹਨਾਂ ਨੂੰ, ਪਰ ਜਿਹੜੀਆਂ ਨੀਤੀਆਂ ਸੀ ਉਹਨਾਂ ਦੇ ਉੱਤੇ ਉਵੇਂ ਹੀ ਠੋਸੀਆਂ ਜਾਂਦੀਆਂ ਰਹੀਆਂ ਇੱਕ ਮੁਲਕ ਦੀ ਤਰ੍ਹਾਂ। ਉਹਨਾਂ ਦੀ ਬਿਨਾਂ ਕਿਸੇ ਹਿੱਸੇਦਾਰੀ ਤੋਂ, ਬਿਨਾਂ ਫੈਸਲਿਆਂ 'ਚ ਹਿੱਸੇਦਾਰੀ ਤੋਂ ਉਹਨਾਂ ਦੇ ਉੱਤੇ ਨੀਤੀਆਂ ਜਿਹੜੀਆਂ ਦੇਸ਼ ਦੀਆਂ ਉਵੇਂ ਠੋਸੀਆਂ ਜਾਂਦੀਆਂ ਰਹੀਆਂ, ਚਾਹੇ ਉਹਨਾਂ ਨੂੰ ਦੇਸ਼ ਬਣਨ ਦੀ ਪ੍ਰਕਿਰਿਆ 'ਚ ਪਾਸੇ ਰੱਖਿਆ ਗਿਆ। ਤੇ ਇਸੇ ਤਰ੍ਹਾਂ ਜਿਹੜੇ 600 ਦੇ ਕਰੀਬ ਰਿਜ਼ਰਵ ਨੇ ਜਿਹੜੇ ਉੱਥੋਂ ਦੇ ਸਥਾਨਕ ਮੂਲ ਨਿਵਾਸੀ ਨੇ ਜਿਹੜੇ, ਉਹਨਾਂ ਨੂੰ ਬੜੀ ਦੇਰ ਬਾਅਦ ਇਸ ਗੱਲ ਦਾ ਅਧਿਕਾਰ ਮਿਲਿਆ ਕਿ ਉਹ ਲੋਕਲ ਗਵਰਨਮੈਂਟਸ, ਸਥਾਨਕ ਸਰਕਾਰਾਂ ਕਹਿ ਦਿੰਦੇ ਆ, ਸਥਾਨਕ ਸਰਕਾਰਾਂ ਤੇ ਕਮੇਟੀਆਂ ਜਿਹੜੀਆਂ ਸੀ ਉਹ ਬਣਾਉਣ ਦਾ ਅਧਿਕਾਰ ਜਿਹੜਾ ਸੀ ਉਹ ਹੌਲੀ ਹੌਲੀ ਉਸ ਤੋਂ ਬਾਅਦ ਵੀ ਜਾ ਕੇ ਮਿਲਦਾ, ਤੇ ਤਾਂ ਕਿ ਉਹ ਆਪਣਾ ਫੈਸਲੇ ਆਪ ਕਰ ਸਕਣ ਤੇ ਆਪਣੀਆਂ ਹਾਲਤਾਂ ਨੂੰ ਸੁਧਾਰ ਕਰ ਸਕਣ, ਤੇ ਉਹਨਾਂ ਨੂੰ ਬਰਾਬਰੀ ਦੇ ਅਧਿਕਾਰ ਦੇਣ ਦੀ ਜਿਹੜੀ ਸੀ ਪ੍ਰਥਾ ਜਿਹੜੀ ਸੀ ਉਹ ਚਲਾਈ ਜਾਂਦੀ ਆ। ਤੇ ਫਿਰ ਮੁਲਕ ਦੇ ਵਿੱਚ, ਕੈਨੇਡਾ ਦੇ ਵਿੱਚ ਇੱਕ ਭਲਾਈ ਤੇ ਸੁਰੱਖਿਆ ਵਿਭਾਗ ਵੀ ਉਹਨਾਂ ਦੇ ਲਈ ਵੱਖਰਾ ਬਣਿਆ ਹੋਇਆ। ਤੇ ਹੁਣ ਇਹ ਵੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਸੱਭਿਆਚਾਰ ਤੇ ਕਲਾ ਜਿਹੜੀ ਉਹਨਾਂ ਦੀ ਹੈਗੀ ਆ, ਤੇ ਉਹਨੂੰ ਉਤਸ਼ਾਹਿਤ ਕਰਨਾ ਆਪਾਂ, ਤੇ ਉਹਦੇ ਲਈ ਉਪਰਾਲੇ ਕਰਨੇ ਨੇ, ਉਹਦੇ ਲਈ ਫੰਡ ਜਿਹੜਾ ਸੀ ਕੀਤਾ ਜਾਂਦਾ। ਕਹਿਣ ਦਾ ਮਤਲਬ ਜਿਹੜੀਆਂ ਪਿਛਲੀਆਂ ਦਾਬੇ ਦੀਆਂ, ਲੁੱਟ ਦੀਆਂ ਸਾਰੀਆਂ ਗੱਲਾਂ ਨੇ, ਉਹਨਾਂ ਨੂੰ ਸੁਧਾਰ ਕਰਨ ਦੇ ਲਈ, ਉਹਨੂੰ ਠੀਕ ਕਰਨ ਦੇ ਲਈ ਜਿਹੜਾ ਸੀ ਇਦਾਂ ਦੇ ਉਪਰਾਲੇ ਜਿਹੜੇ ਨੇ ਅੱਜ ਨਜ਼ਰ ਆਉਂਦੇ ਨੇ। ਤੇ ਇੱਕ ਹੋਰ ਸੈਕਸ਼ਨ ਤੁਹਾਨੂੰ ਜਾਣੋਗੇ ਜਿਹਦਾ ਮੈਂ ਖਾਸ ਤੌਰ ਤੇ ਜ਼ਿਕਰ ਕਰਾਂਗਾ, ਕਿ ਇੱਕ ਹੋਰ ਵੱਡਾ ਸੈਕਸ਼ਨ ਸੀ ਜਿਹੜਾ ਸਾਡੇ ਸਮਾਜ ਦਾ ਹਿੱਸਾ, ਉਹਨੂੰ ਵੀ ਵੋਟਾਂ ਦੇ ਅਧਿਕਾਰ ਤੋਂ ਵਾਂਝੇ ਰੱਖਿਆ ਗਿਆ। ਉਹ ਨੇਟਿਵ ਨਹੀਂ ਸੀ, ਤੇ ਉਹ ਇਸੇ ਬਸਤੀਵਾਦੀ ਜਿਹੜੇ ਸੀ ਬਾਹਰੋਂ ਆਈ ਦੁਨੀਆ ਦਾ ਹਿੱਸਾ ਸੀ ਜਿਹੜਾ ਵੱਡਾ, ਤੇ ਉਹਨਾਂ ਨਾਲ ਵੀ ਵਿਤਕਰੇ ਦਾ ਸਿਲਸਿਲਾ ਸ਼ੁਰੂ ਹੁੰਦਾ। ਉਹ ਸੀ ਲੇਡੀਜ਼, ਔਰਤਾਂ। ਤੁਹਾਨੂੰ ਹੈਰਾਨੀ ਹੋਊਗੀ ਕਿ ਇੰਨੇ ਸਾਲ ਦੇਸ਼ ਬਣਨ ਤੋਂ ਬਾਅਦ ਵਿੱਚ ਪਹਿਲੀ ਵਾਰੀ 1918 ਦੇ ਵਿੱਚ ਔਰਤਾਂ ਨੇ ਸਟਰਗਲ ਕਰਕੇ ਵੋਟ ਦਾ ਅਧਿਕਾਰ ਲਿਆ ਇੱਥੇ। 1867 ਤੋਂ ਲੈ ਕੇ 1918 ਤੱਕ ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ, ਨਾ ਕੀਤੀ ਜਾਂਦੀ ਸ਼ਰੇਆਮ, ਤੇ ਫਿਰ ਉਹਨਾਂ ਨੂੰ ਵੋਟ ਦਾ ਅਧਿਕਾਰ ਪਹਿਲੀ ਵਾਰੀ ਮਿਲਿਆ ਹੈਗਾ। ਤੇ 1867 ਦੇ ਵਿੱਚ ਜਿਹੜੀ ਸੀ ਔਰਤਾਂ ਨੂੰ ਸਿਆਸਤ ਵਿੱਚ ਆਉਣ ਦੀ ਵੀ ਮਨਾਹੀ ਸੀ, ਜਿਹੜੀ ਸੀ ਵੋਟਾਂ 'ਚ ਖੜੀਆਂ ਨਹੀਂ ਹੋ ਸਕਦੀਆਂ ਸੀ, ਵੋਟ ਪਾ ਨਹੀਂ ਸਕਦੀਆਂ ਸੀ। ਤੇ 1919 'ਚ ਆ ਕੇ, 1919 ਦੇ ਵਿੱਚ ਆ ਕੇ ਇਲੈਕਸ਼ਨ ਐਕਟ ਜਿਹੜਾ ਸੀ ਉਹਦੀ ਸੋਧ ਕੀਤੀ ਜਾਂਦੀ ਆ, ਤੇ ਔਰਤਾਂ ਨੂੰ ਚੋਣ ਲੜਨ ਦਾ, ਇਲੈਕਸ਼ਨ ਦੇ ਵਿੱਚ ਖੜੇ ਹੋਣ ਦਾ ਅਧਿਕਾਰ ਪ੍ਰਾਪਤ ਹੁੰਦਾ। ਤੇ 1901 ਦੇ ਵਿੱਚ ਮੈਕਫਿਲ ਨਾਮ ਦੀ ਪਹਿਲੀ ਵਾਰੀ, 1921 ਆਪਾਂ ਕਹਿੰਦੇ ਹੁਣ ਕਾਫੀ ਗੱਲਾਂ ਲੱਗਦੀਆਂ ਨੇ, ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਚੁਣੀ ਗਈ ਤੇ ਹਾਊਸ ਆਫ ਕਾਮਨ ਦੀ ਪਹਿਲੀ ਵਾਰ ਮੈਂਬਰ ਬਣੀ। ਆਪਾਂ ਨੇਟਿਵ ਲੋਕਾਂ ਦੀ ਗੱਲ ਕਰਦੇ ਹਾਂ, ਇੱਥੇ ਤਾਂ ਔਰਤਾਂ ਦੇ ਨਾਲ ਵੀ ਮਤਲਬ ਵਿਤਕਰੇ ਦੀ ਗੱਲ ਜਦੋਂ ਕਰਦੇ ਆ। ਬ੍ਰਿਟਿਸ਼ ਵਿੱਚ ਵੀ ਡਾਕਟਰ ਸਾਹਿਬ ਬਹੁਤ ਲੇਟ ਆ ਕੇ, ਜਿਹੜੀ ਪ੍ਰਿੰਸੈਸ ਸੀਗੀ ਮਹਾਰਾਜਾ ਦਲੀਪ ਸਿੰਘ ਦੀ ਬੇਟੀ, ਉਹਨੇ ਐਜੀਟੇਸ਼ਨ ਲੜੀ ਆ, ਔਰ ਵੋਟ ਦਾ ਅਧਿਕਾਰ ਤੇ ਮੈਨੂੰ ਲੱਗਦਾ ਬ੍ਰਿਟਿਸ਼ ਵਿੱਚ ਵੀ ਬਹੁਤ ਲੇਟ ਮਿਲਿਆ, ਕਹਿਣ ਨੂੰ ਜਿੰਨੀ ਮਰਜ਼ੀ ਡੈਮੋਕ੍ਰੇਸੀ ਕਹੀ ਜਾਂਦੇ ਆ। ਹਾਂਜੀ ਬਿਲਕੁਲ ਜੀ। ਤੇ ਇਹ ਸਾਰੀ ਅੱਜ ਆਪਾਂ ਜਿਸ ਮੁਲਕ ਦੇ ਵਿੱਚ ਬੈਠੇ ਹਾਂ, ਜਿਸ ਧਰਤੀ ਤੇ, ਇੱਕ ਕਹਿਣ ਨੂੰ ਡੈਮੋਕ੍ਰੈਟਿਕ ਤੇ ਸਾਰਾ ਕੁਝ ਜਿਹੜਾ ਹੈਗਾ ਉਹ USA ਦੇ ਨਾਲ ਮਿਲ ਕੇ ਸਾਰੇ ਸੰਸਾਰ ਦੇ ਮੁਲਕਾਂ ਵਿੱਚ ਇਸ ਗੱਲ ਦੀ ਝੰਡਾ ਬਰਦਾਰ ਆ। ਤੇ ਪਰ
ਇੱਥੋਂ ਦੇ ਜਿਸ ਇਤਿਹਾਸ ਜਿਵੇਂ ਜਿਵੇਂ ਪੜਾਅ ਚੋਂ ਨਿਕਲਿਆ ਹੈਗਾ, ਜੋ ਵੀ ਅੱਜ ਸੰਵਿਧਾਨ ਦੇ ਵਿੱਚ ਦਰਜ ਆ ਸਾਰਾ ਕੁਝ ਹੈਗਾ, ਉਹ ਇੱਕ ਚੰਗੀ ਪ੍ਰਾਪਤੀ ਤਾਂ ਹੈਗੀ ਆ, ਪਰ ਉਹਨੂੰ ਇੱਕ ਇੰਪਲੀਮੈਂਟ ਕਿਵੇਂ ਕਰਨਾ, ਉਸ ਅਧਿਕਾਰਾਂ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਉਣਾ ਹੈਗਾ, ਇਹ ਅੱਜ ਵੀ ਇਸ ਬਸਤੀਵਾਦੀ ਇੱਕ ਮਾਨਸਿਕਤਾ ਵਾਲਾ ਜਿਹੜਾ ਹੈਗਾ, ਉਹ ਅੱਜ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਪਈ ਆ। ਤੇ ਜਿਹਦਾ ਸਿੱਟਾ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੋਂ ਦੇ, ਚਾਹੇ ਆਪਾਂ ਕਹੀਏ ਵੀ ਬਲੈਕ ਹੋਣ, ਚਾਹੇ ਇੱਥੋਂ ਦੇ ਇਮੀਗ੍ਰੈਂਟ ਹੋਣ, ਚਾਹੇ ਇੱਥੋਂ ਦੇ ਨੇਟਿਵ ਲੋਕ ਵਿਚਾਰੇ, ਉਹਨਾਂ ਤਾਂ ਜ਼ਿਆਦਾ ਹੀ ਝੱਲਿਆ ਹੈਗਾ। ਉਹ ਕਿਸੇ ਨਾ ਕਿਸੇ ਜਿਹੜਾ ਹੈਗਾ ਉਹ ਕਦੀ ਵੀ ਆਪਣੇ ਮੁਲਕ ਦੇ ਵਿੱਚ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਵਖਰੇਵਾਂ ਕਿਤੇ ਨਾ ਕਿਤੇ ਅੱਜ ਵੀ ਪਿਆ ਹੈਗਾ, ਜਿਹਨੂੰ ਠੀਕ ਕਰਨ ਦੀ ਲੋੜ ਹੈਗੀ। ਬਿਲਕੁਲ ਡਾਕਟਰ ਸਾਹਿਬ, ਸਿੰਬੋਲਿਕ ਤੌਰ ਤੇ ਅੱਜ ਵੀ ਇਹ ਡਿਮਾਂਡ ਕੀਤੀ ਜਾਂਦੀ, ਖਾਸ ਕਰਕੇ ਜਿਹੜੇ ਆਇਰਲੈਂਡ ਵਗੈਰਾ ਤੋਂ ਲੋਕ ਆਏ ਨੇ, ਬਹੁਤ ਸਾਰੇ ਲੋਕ ਸਿਟੀਜ਼ਨਸ਼ਿਪ ਤੋਂ ਲੈਣ ਤੋਂ ਨਾ ਇਸ ਕਰਕੇ ਕਰਦੇ ਨੇ ਕਿ ਉਹ ਉੱਥੇ ਜਿਹੜੀ ਹੈਗੀ ਆ ਰਾਣੀ, ਉਹਦੇ ਖਿਲਾਫ ਲੜਦੇ ਰਹੇ ਨੇ, ਔਰ ਉਹਨਾਂ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ PR ਹੀ ਰੱਖੀ ਹੋਈ ਆ, ਸਿਟੀਜ਼ਨਸ਼ਿਪ ਨਹੀਂ ਲਈ। ਇਹ ਮੰਗ ਵੀ ਉੱਠਦੀ ਆ ਕਿ ਅੱਜ ਵੀ ਤੁਸੀਂ ਸਾਨੂੰ ਬਿਲਕੁਲ ਅਹਿਸਾਸ ਕਰਾਉਂਦੇ ਹੋ ਗੁਲਾਮੀ ਦਾ। ਸੋ ਜਿਹੜੀਆਂ ਚੀਜ਼ਾਂ ਅਜੇ ਅਸੀਂ ਸ਼ਾਇਦ ਉਹਨਾਂ ਤੱਕ ਨਹੀਂ ਜਾਂਦੇ, ਬਹੁਤ ਸਾਰੇ ਲੋਕ ਉਹਨਾਂ ਚੀਜ਼ਾਂ ਨੂੰ ਵੀ ਮਹਿਸੂਸ ਕਰਦੇ ਨੇ ਕਿ ਬਸਤੀਵਾਦੀ ਯੁੱਗ ਦਾ ਪਰਛਾਵਾਂ ਜਿਹੜਾ ਆ ਕਿਤੇ ਨਾ ਕਿਤੇ ਅੱਜ ਵੀ ਸਾਡੇ ਉੱਤੇ ਹੈ ਜੀ। ਹਾਂਜੀ, ਮੈਂ ਤੁਹਾਨੂੰ ਹੁਣ ਦੱਸਦਾ ਕਿ ਇੱਥੇ ਇੱਕ ਸੰਸਥਾ ਹੈਗੀ ਆ, ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵ ਨਾਂ ਦੀ ਸੰਸਥਾ ਹੈਗੀ ਆ, ਤੇ ਉਹਨੇ ਇੱਕ ਸਰਵੇ ਕੀਤਾ। ਉਹਨਾਂ ਨੇ ਦੇਖਿਆ ਕਿ ਗਰੀਬੀ ਦਾ ਸਰਵੇ, ਇੱਥੋਂ ਦੇ ਲੋਕਾਂ ਦੀ, ਕੈਨੇਡੀਅਨ ਲੋਕਾਂ ਦੀ ਗਰੀਬੀ ਦਾ ਸਰਵੇ ਜਿਹੜਾ ਕਰਦੇ ਨੇ, ਤਾਂ ਉਹਦੇ ਚ ਕੰਪੇਅਰ ਜਦੋਂ ਹੁੰਦਾ ਕਿ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਏਰੀਏ ਚ ਰਹਿਣ ਵਾਲੇ ਬੱਚੇ ਨੇ, ਜਿਹੜੇ ਰਿਜ਼ਰਵਾਂ ਚ ਰਹਿਣ ਵਾਲੇ ਬੱਚੇ ਨੇ ਜੀ, ਉਹਨਾਂ ਚ ਗਰੀਬੀ ਉਸ ਕਮਿਊਨਿਟੀ ਤਾਂ ਹੈ, ਪਰ ਇੱਕ ਇੰਡੀਕੇਟਰ ਦੇ ਤੌਰ ਤੇ ਉਹਨਾਂ ਨੇ ਬੱਚਿਆਂ ਨੂੰ ਲਿਆ ਕਿ ਗਰੀਬੀ ਦੀ ਮਾਰ ਜਿਹੜੀ ਹੈਗੀ ਆ ਉਹ ਬੱਚਿਆਂ ਤੇ ਸ਼ਰੇਆਮ ਜਿਹੜੀ ਬਹੁਤ ਜ਼ਿਆਦਾ ਜਿਹੜੀ ਹੈਗੀ ਆ, ਉਹ ਦੂਜਿਆਂ ਦੇ ਕੰਪੈਰੀਟਿਵਲੀ ਜ਼ਿਆਦਾ ਪੈ ਰਹੀ ਆ ਉੱਥੇ। ਤੇ ਇਹ ਅੰਕੜੇ ਜਿਹੜੇ ਨੇ ਉਹ ਇਹ ਨਹੀਂ ਹੈ ਕਿ ਸੁਧਾਰ ਆ ਰਿਹਾ ਹੈਗਾ। 2011 ਦੇ ਮੁਕਾਬਲੇ 2011 ਵਿੱਚ ਸਰਵੇ ਕੀਤਾ ਉਹਨਾਂ ਨੇ, ਤੇ ਉਦੋਂ ਪਹਿਲਾਂ ਦੇ ਨਾਲੋਂ ਉਹ ਜਿਹੜੀ ਸੀ ਗਰੀਬੀ ਦੇ ਅੰਕੜੇ ਜਿਹੜੇ ਸੀ ਉਹ ਖਰਾਬ ਵਾਲੇ ਪਾਸੇ ਵੱਲ ਨੂੰ ਸਗੋਂ ਜਾ ਰਹੇ ਸੀਗੇ। ਤੇ ਇਸੇ ਕਰਕੇ ਜਿਹੜੀਆਂ ਇੱਥੋਂ ਦੀਆਂ ਮਨੁੱਖੀ ਅਧਿਕਾਰਾਂ ਦੀ ਜਥੇਬੰਦੀਆਂ ਨੇ, ਫਸਟ ਨੈਸ਼ਨ ਜਿਹੜਾ ਸੀ ਉਹਨਾਂ ਦੀ ਜਥੇਬੰਦੀਆਂ ਨੇ, ਉਹ ਲਗਾਤਾਰ ਜਿਹੜੇ ਸੀ ਉਹ ਰਿਜ਼ਰਵਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਰਹਿਣ ਸਹਿਣ ਨੂੰ ਸੁਧਾਰਾਂ ਦੀ ਮੰਗ ਕਰਦੀਆਂ ਰਹਿੰਦੀਆਂ ਨੇ। ਇੱਕ ਹੋਰ ਜਿਹੜੀ ਕਿ ਆਪਾਂ ਤਾਂ ਪੁਰਾਣੇ ਇਤਿਹਾਸ ਦੇ ਗਰਭ ਦੇ ਵਿੱਚੋਂ ਕੰਕਾਲਾਂ ਦੀ ਗੱਲ ਜ਼ਿਕਰ ਬੱਚਿਆਂ ਦੇ ਚੱਲ ਰਿਹਾ ਹੈਗਾ, ਪਰ ਅੱਜ ਵੀ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਲੋਕ ਨੇ, ਫਸਟ ਨੈਸ਼ਨ ਲੋਕ ਨੇ, ਉਹਨਾਂ ਦੀਆਂ ਮਿਸਿੰਗ ਗਰਲਸ, ਮਿਸਿੰਗ ਔਰਤਾਂ ਜਿਹੜੀਆਂ ਸੀ, ਉਹਨਾਂ ਦਾ ਉਧਾਲਾ ਕਰਨਾ, ਉਹਨਾਂ ਨੂੰ ਕਿਡਨੈਪਿੰਗ ਜਿਹੜੀ ਹੈਗੀ ਆ, ਰਿਜ਼ਰਵਾਂ ਦੇ ਵਿੱਚ ਹਮਲੇ ਪਹਿਲਾਂ ਜ਼ਿਆਦਾ ਹੁੰਦੇ ਸੀ, ਅੱਜ ਕਿਸੇ ਵਿੱਚ ਘੱਟ ਹੋਣਗੇ, ਪਰ ਇਹ ਨਹੀਂ ਹੈ ਵੀ ਨਹੀਂ ਹੁੰਦੇ। ਤੇ ਉਹਨਾਂ ਦੀ ਔਰਤਾਂ ਦੀ ਮਿਸਿੰਗ ਗਰਲਸ ਦੀ ਸਮੱਸਿਆ ਅੱਜ ਵੀ ਹੈਗੀ। ਇਸੇ ਤਰ੍ਹਾਂ ਜਿਹੜੇ ਤੇ ਹਿੰਸਕ ਜਿਹੜੇ ਉਹਨਾਂ ਦੇ ਉੱਤੇ ਹਮਲੇ ਨੇ, ਉਹਨਾਂ ਦੇ ਉਹ ਅੱਜ ਵੀ ਉਸੇ ਤਰ੍ਹਾਂ ਜਾਰੀ ਨੇ, ਜਿਹਦੇ ਕਰਕੇ ਇੱਥੋਂ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਉਹ ਲਗਾਤਾਰ ਮੰਗ ਕਰਦੀਆਂ ਰਹਿੰਦੀਆਂ ਨੇ। ਡਾਕਟਰ ਸਾਹਿਬ, ਜਿੱਦਾਂ ਇਹ ਸਰਵੇ ਹੁੰਦੇ ਨੇ, ਜਿਵੇਂ ਉੱਥੋਂ ਦੀ ਤੁਸੀਂ ਬੱਚਿਆਂ ਦੀ ਗਰੀਬੀ ਦੀ ਗੱਲ ਕੀਤੀ ਆ, ਜਿਹੜੀ ਮੂਲ ਨਿਵਾਸੀ ਆ ਉਹਨਾਂ ਦੀ ਪਾਪੂਲੇਸ਼ਨ ਦੇ ਕੋਈ ਸਰਵੇ ਆਉਂਦੇ ਨੇ ਕਿ ਉਹ ਇਨਕਰੀਜ਼ ਹੋ ਰਹੀ? ਕਿਉਂਕਿ ਕੈਨੇਡਾ ਨੂੰ ਬਹੁਤ ਲੋੜ ਪੈਂਦੀ ਹੈ ਇਮੀਗ੍ਰੈਂਟ ਦੀ, ਕਿਉਂਕਿ ਇੱਥੇ ਦੀ ਪਾਪੂਲੇਸ਼ਨ ਉਸ ਤਰ੍ਹਾਂ ਦੀ ਉਨੀ ਨਹੀਂ ਆ ਜਿੰਨਾ ਸਾਡੇ ਕੋਲ ਧਰਤੀ ਹੈ ਜਿੱਡੀ ਵੱਡੀ, ਔਰ ਜਿੱਥੇ ਵਰਕਫੋਰਸ ਦਾ ਹਮੇਸ਼ਾ ਹੀ ਜਿਹੜਾ ਉਹ ਉੱਥੇ ਕਮੀ ਰਹਿੰਦੀ ਹੈ, ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਬਾਹਰੋਂ ਮੰਗਾਉਣਾ ਪੈਂਦਾ। ਜਿਹੜੇ ਨੇਟਿਵ ਲੋਕ ਨੇ ਉਹਨਾਂ ਦੀ ਪਾਪੂਲੇਸ਼ਨ ਦਾ ਜਿਹੜਾ ਕੋਈ ਫੈਕਟਰ ਹੈਗੇ ਨੇ ਆਪਣੇ ਕੋਲ ਕਿ ਉਹ ਕਿਸ ਰੇਸ਼ੋ 'ਚ ਵੱਧ ਰਹੀ ਆ, ਘਟ ਰਹੀ ਆ, ਕਿਵੇਂ ਆ ਉਹਨਾਂ ਦੇ ਜੇ ਜਿਉਣ ਦੀਆਂ ਹਾਲਾਤਾਂ ਉਸ ਤਰ੍ਹਾਂ ਦੀਆਂ ਨਹੀਂ ਜਿੱਦਾਂ ਆਮ ਕੈਨੇਡੀਅਨ ਦੀਆਂ ਨੇ, ਬਾਹਰੋਂ ਆਏ ਲੋਕਾਂ ਦੀਆਂ ਨੇ, ਤੇ ਕੀ ਉਹਨਾਂ ਦੀ ਪਾਪੂਲੇਸ਼ਨ ਤੇ ਇਫੈਕਟ ਪੈਂਦਾ ਕੋਈ ਇਹਨਾਂ ਦਾ? ਹਾਂਜੀ, ਕਿਉਂਕਿ ਜੇ ਆਪਾਂ ਕਹੀਏ ਵੀ ਆਪਾਂ ਕਹੀਏ ਕਿ ਅਸੀਂ ਡਿਵੈਲਪਡ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਜੀ, ਪਰ ਇੱਕੋ ਦੇਸ਼ ਦੇ ਵਿੱਚ ਜਿਹੜੇ ਰਿਜ਼ਰਵ ਨੇ, ਜਿਹੜੇ ਉਹਨਾਂ ਦੀ ਜਿਹੜੀ ਰਹਿਣ ਸਹਿਣ ਦੀ ਹਾਲਤ ਆ ਨਾ, ਉਹ ਥਰਡ ਵਰਲਡ ਕੰਟਰੀਜ਼ ਦੇ ਨਾਲ ਮੁਕਾਬਲਾ ਕੀਤਾ ਜਾ ਸਕਦਾ। ਕਹਿਣ ਦਾ ਮਤਲਬ ਵੀ ਜੇ ਆਪਾਂ ਕਹੀਏ ਕਿ ਅਫਰੀਕਾ ਦੇ ਕੁਝ ਮੁਲਕ ਜਾਂ ਏਸ਼ੀਆ ਦੇ ਕੁਝ ਬਹੁਤ ਜਿਹੜੇ ਜ਼ਿਆਦਾ ਗਰੀਬੀ ਦੀ ਹਾਲਤ ਦੇ ਮੁਲਕ ਨੇ, ਉਹ ਮੁਲਕਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਜਾ ਸਕਦਾ। ਕਿ ਕਹਿਣ ਦਾ ਮਤਲਬ ਹੈ ਕਿ ਇੱਕ ਡਿਵੈਲਪ ਕੰਟਰੀ ਦੇ ਵਿੱਚ ਜਿਹੜੇ ਰਿਜ਼ਰਵਾਂ ਦੀ ਹਾਲਤ ਹੈਗੀ ਆ, ਉਹ ਇੱਕ ਤੀਜੀ ਦੁਨੀਆ ਦੇ ਮੁਲਕਾਂ ਦੇ ਬਰਾਬਰ ਇੰਨਾ ਵਖਰੇਵਾਂ ਨਜ਼ਰ ਆਉਂਦਾ ਹੈਗਾ। ਤੇ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੀ ਆਬਾਦੀ ਵਧਣ ਦੀ ਗੱਲ, ਆਬਾਦੀ ਜਿਹੜੀ ਹੈਗੀ ਆ ਉਹ ਵਧਣ ਦੀ ਬਜਾਏ ਸਗੋਂ ਘਟਦੀ ਨਜ਼ਰ ਆਉਂਦੀ ਹੈਗੀ ਆ। ਤੇ 2011 ਦੇ ਵਿੱਚ ਜਿਹੜੀ ਇੱਕ ਜਨਗਣਨਾ ਹੋਈ ਸੀ, ਉਹਦੇ ਵਿੱਚ 14,685,000 ਜਿਹੜੇ ਮੂਲ ਨਿਵਾਸੀ ਲੋਕ ਨੇ, ਸਾਰੇ ਕਬੀਲਿਆਂ ਨੂੰ ਮਿਲਾ ਕੇ
600 ਰਿਜ਼ਰਵਾਂ 'ਚ ਰਹਿ ਰਹੇ ਨੇ। ਉਹਨਾਂ ਦੀ ਜਿਹੜੀ ਆਬਾਦੀ ਦੀ ਸੀਗੀ ਤੇ ਉਹ 14,06,85 ਜਿਹੜੀ ਉਹ ਗਿਣਤੀ ਹੋਈ ਆ ਉਹਨਾਂ ਦੀ, ਜਿਹਦੇ 'ਚ ਇਹ ਤਕਰੀਬਨ ਜਿਹੜੀ ਕੈਨੇਡਾ ਦੀ ਕੁੱਲ ਵਸੋਂ ਸੀ ਉਹਦਾ 4.3 ਤਕਰੀਬਨ 4.5% ਹਿੱਸਾ ਜਿਹੜਾ ਸੀ ਪੂਰੀ ਕੁੱਲ ਵਸੋਂ ਦਾ ਬਣਦੇ ਨੇ। ਤੇ ਇਹ ਉਹ ਮਤਲਬ ਇਹ ਨਹੀਂ ਹੈ ਕਿ ਆਬਾਦੀ ਉਹਨਾਂ ਦੀ ਵੱਧਦੀ ਨਜ਼ਰ ਆਉਂਦੀ ਆ, ਆਬਾਦੀ ਜਿਹੜੀ ਹੈਗੀ ਆ ਉਹ ਸਗੋਂ ਘਟਦੀ ਨਜ਼ਰ ਆਉਂਦੀ ਹੈ, ਕਿਉਂਕਿ ਉੱਥੇ ਰਿਜ਼ਰਵਾਂ 'ਚ ਮਾੜੀਆਂ ਹਾਲਤਾਂ 'ਚ ਰਹਿਣ ਕਰਕੇ ਤੇ ਉੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਹੈਗੇ ਨੇ ਉਹਨਾਂ ਵਿੱਚ ਮਾਨਸਿਕ ਸਮੱਸਿਆਵਾਂ ਬਹੁਤ ਜ਼ਿਆਦਾ ਨੇ। ਤੇ ਉਹਦੇ 'ਚ ਜਿਹੜੀ ਆਪਾਂ ਕਹੀਏ ਵੀ ਸੁਸਾਈਡ ਦੀ ਆਤਮ ਹੱਤਿਆਵਾਂ ਦਾ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੁਝਾਨ ਜਿਹੜਾ ਸੀ ਉਹ ਮਾਨਸਿਕ ਹਾਲਤ ਪਾਈ ਜਾਂਦੀ ਉਹਨਾਂ ਦੀ, ਜਿਹਦੇ ਕਰਕੇ ਮਾਨਸਿਕ ਹਾਲਤ ਦੇ ਕਰਕੇ ਆਤਮ ਹੱਤਿਆ ਹੋਣਾ ਜਿਹੜਾ ਸੀ ਇੱਕ ਵੱਡੀ ਸਮੱਸਿਆ ਬਣੀ ਹੋਈ ਆ। ਇੱਕ ਥਾਂ ਤੇ ਤਾਂ ਇਹ ਸੀ ਇੱਕ ਰਿਜ਼ਰਵ ਦੇ ਵਿੱਚ ਕਿ ਇੱਕੋ ਦਿਨ ਦੇ ਵਿੱਚ 30 ਆਤਮ ਹੱਤਿਆਵਾਂ ਹੋਣ ਦੇ ਕਾਰਨ ਐਮਰਜੈਂਸੀ ਐਲਾਨ ਕਰਨਾ ਪਿਆ ਸੀਗਾ। 4-5 ਸਾਲ ਪਹਿਲਾਂ ਦੀ ਗੱਲ ਹੈਗੀ ਆ। ਤੇ ਇਹ ਉਹਨਾਂ ਦੀ ਆਤਮ ਹੱਤਿਆਵਾਂ ਜਿਹੜੀਆਂ ਸੀ ਉਹ ਇੱਕ ਵੱਡੀ ਸਮੱਸਿਆ ਜਿਹੜੀ ਹੈਗੀ ਆ, ਇਹ ਕਰਨ ਦੀ ਗੱਲ ਜਿਹੜੀ ਹੈਗੀ ਆ, ਇਹ ਲਗਾਤਾਰ ਇੱਕ ਸਮੱਸਿਆ ਨਜ਼ਰ ਆ ਰਹੀ ਹੈਗੀ ਆ। ਤੇ ਇਸੇ ਤਰ੍ਹਾਂ ਜਿਹੜੀਆਂ ਇੱਥੋਂ ਦੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਤੇ ਉਹ ਲਗਾਤਾਰ ਜਿਹੜੇ ਸੀ ਉਹ ਰਿਜ਼ਰਵ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਗਰੀਬੀ ਦਰ ਦਾ ਜਿਹੜਾ ਸਰਵੇ ਆ ਉਹ ਖਾਸ ਤੌਰ ਤੇ ਕਰਾਇਆ ਜਾਵੇ, ਇਹਦੀ ਮੰਗ ਵੀ ਕਰਦੀਆਂ ਨੇ। ਡਾਕਟਰ ਸਾਹਿਬ, ਜਿਹੜੀਆਂ ਮੌਜੂਦਾ ਪੋਲੀਟੀਕਲ ਪਾਰਟੀ ਨੇ ਇੱਥੇ 2-3-4 ਪਾਰਟੀਆਂ ਨੇ, ਇਹਨਾਂ ਕਿਸੇ ਕੋਲ ਕੀ ਮਤਲਬ ਰੋਡ ਮੈਪ ਹੈਗਾ ਆ ਕਿ ਉਹਨਾਂ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦੇ ਕੇ ਤੇ ਜਿਸ ਤਰ੍ਹਾਂ ਦੇ ਕੈਨੇਡਾ ਦੇ ਬਾਕੀ ਸ਼ਹਿਰੀ ਜਿਹੜਾ ਜ਼ਿੰਦਗੀ ਬਸਰ ਕਰਦੇ ਨੇ, ਜਿਹਨੂੰ ਕਿਹਾ ਜਾਂਦਾ ਡਿਵੈਲਪ ਕੰਟਰੀ ਆਪਾਂ ਰਹਿ ਰਹੇ ਹਾਂ, ਅਮੀਰ ਮੁਲਕ ਦਾ ਵੀ ਦਰਜਾ ਮਿਲਦਾ ਆ, ਦੁਨੀਆ ਦੇ ਜਿਹੜੇ ਟੌਪ 20 ਮੁਲਕ ਨੇ ਉਹਨਾਂ ਦੇ ਵਿੱਚ ਸਿਰ ਕੱਢ ਆਪਣਾ ਮੁਲਕ ਹੈ, ਰਿਚ ਮੁਲਕ ਕਿਹਾ ਜਾਂਦਾ। ਤੇ ਪੋਲੀਟੀਕਲ ਪਾਰਟੀ ਜਿਹੜੀਆਂ ਮੌਜੂਦਾ ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀ ਨੇ, NDP ਆ, ਉਹ ਕਾਫੀ ਪ੍ਰੋਗਰੈਸਿਵ ਕਿਹਾ ਜਾਂਦਾ ਹੈ ਉਹਨਾਂ ਨੂੰ, ਉਹ ਬਿਲਕੁਲ ਉਹਨਾਂ ਦੀ ਫਿਲਾਸਫੀ ਲੈਫਟ ਦੇ ਨੇੜੇ ਤੇੜੇ ਕਹੀ ਜਾਂਦੀ ਹੈ। ਲਿਬਰਲ ਵੀ ਲਗਭਗ ਇਸ ਤਰ੍ਹਾਂ ਹੀ ਨੇ, ਕੰਜ਼ਰਵੇਟਿਵ ਨੂੰ ਜੇ ਛੱਡ ਵੀ ਦਈਏ। ਤੇ ਬਾਕੀ ਪਾਰਟੀਆਂ ਦਾ ਕਿਸੇ ਕੋਲ ਕੋਈ ਰੋਡ ਮੈਪ ਹੈ ਕਿ ਬਰਾਬਰਤਾ ਦਾ ਸੁਨੇਹਾ ਜਿਹੜਾ ਆ ਦੁਨੀਆ ਨੂੰ ਅਸੀਂ ਕਹਿੰਦੇ ਆ ਕਿ ਅਸੀਂ ਇੱਕ ਧਰਮ ਨਿਰਪੱਖ ਮੁਲਕ ਆ, ਦੁਨੀਆ ਨੂੰ ਆਪਣੇ ਕਲਾਵੇ 'ਚ ਲੈਂਦੇ ਆ, ਸ਼ਾਂਤੀ ਅਮਨ ਦੇ ਅਸੀਂ ਪਹਿਰੇਦਾਰ ਆ, ਕਿਸੇ ਜੰਗ 'ਚ ਹਿੱਸਾ ਨਹੀਂ ਲੈਂਦੇ, ਤੇ ਕੀ ਆਪਣੇ ਲੋਕਾਂ ਨਾਲ ਹੁੰਦੇ ਵਿਤਕਰਿਆਂ ਨੂੰ ਦੂਰ ਕਰਨ ਦਾ ਕਿਸੇ ਕੋਲ ਕੋਈ ਮਾਸਟਰ ਪਲਾਨ ਹੈ ਜੀ? ਦੇਖੋ, ਇਹ ਆਪਣੇ ਦੇਸ਼ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਗੱਲਾਂ ਤਾਂ ਜਿਹੜੀਆਂ ਨੇ ਉਹ ਸਭ ਕੁਝ ਜਿਹੜਾ ਸੀ ਉਹ ਹਮਦਰਦੀ ਦਾ ਰਵੱਈਆ ਮੂਲ ਵਾਸੀ ਲੋਕਾਂ ਲਈ, ਇਮੀਗ੍ਰੈਂਟ ਲਈ ਸਾਰਾ ਕੁਝ ਕਰਦੀਆਂ ਨੇ। ਤੇ ਪਰ ਜਿਹੜਾ ਆਪਾਂ ਕਹੀਏ ਪ੍ਰੈਕਟੀਕਲ ਰੂਪ ਦੇ ਵਿੱਚ ਪਾਰਟੀਆਂ ਵੱਲੋਂ ਕੋਈ ਇੱਦਾਂ ਦੀ ਕੰਪੇਨ ਚਲਾ ਕੇ ਉੱਥੋਂ ਦੇ ਵਲੰਟੀਅਰਿੰਗ ਲਈ ਉੱਥੋਂ ਦੇ ਕੁਝ ਕੀਤਾ ਜਾਵੇ, ਇਹ ਇੱਦਾਂ ਦਾ ਜਿਹੜਾ ਸੀ ਉਹ ਕੋਈ ਇੱਕਾ ਦੁੱਕਾ ਥਾਵਾਂ ਤੋਂ ਬਗੈਰ ਕੋਈ ਬਹੁਤਾ ਨਜ਼ਰ ਨਹੀਂ ਆ ਰਿਹਾ ਹੈਗਾ। ਤੇ ਕਿਉਂਕਿ ਕਾਰਨ ਇਹ ਹੈਗਾ ਕਿ ਉਹ ਰਿਜ਼ਰਵਾਂ 'ਚ ਰਹਿਣ ਵਾਲੇ ਲੋਕ ਨੇ ਉਹ ਸਿਆਸੀ ਤੌਰ ਤੇ ਵੀ ਇੰਨੇ ਚੇਤਨ ਨਾ ਹੋਣ ਕਰਕੇ ਉਹ ਬਹੁਤਾ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ 'ਚ ਕੋਈ ਬਹੁਤਾ ਹਿੱਸਾ ਨਹੀਂ ਹੈ ਲੈਂਦੇ, ਕਿਉਂਕਿ ਉਹ ਸਥਾਨਕ ਸਰਕਾਰਾਂ ਹੋਣ ਕਰਕੇ ਉਹ ਆਪਣੇ ਕਬੀਲਿਆਂ ਦੇ ਰੂਪ ਵਿੱਚ ਉੱਥੇ ਹੀ ਆਪਣੀ ਉਹਨਾਂ ਦੀ ਇੱਕ ਲੋਕਲਾਈਜ਼ਡ ਉਹਨਾਂ ਦੀ ਥਿੰਕਿੰਗ ਜਿਹੜੀ ਹੋਣ ਕਰਕੇ ਇਹ ਸਮੱਸਿਆ ਆਉਂਦੀ ਹੈਗੀ ਆ। ਪਰ ਸਵਾਲ ਇਹ ਹੈਗਾ ਕਿ ਜਿਹੜੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਉਹ ਲਗਾਤਾਰ ਜਦੋਂ ਮੰਗ ਕਰਦੀਆਂ ਨੇ ਕਿ ਜਦੋਂ ਅਸੀਂ ਸਰਵੇ ਕਰਦੇ ਹਾਂ ਗਰੀਬੀ ਦਰ ਦਾ ਜਾਂ ਉੱਥੋਂ ਦੀ ਪਾਪੂਲੇਸ਼ਨ ਦਾ, ਤੇ ਉਹ ਲੋਕ ਤਾਂ ਇੱਥੋਂ ਤੱਕ ਅੰਦਾਜ਼ਾ ਹੈਗਾ ਕਿ ਉਹ ਸਰਵੇ 'ਚ ਹਿੱਸਾ ਵੀ ਨਹੀਂ ਚੰਗੀ ਤਰ੍ਹਾਂ ਲੈਂਦੇ ਹੋਣਗੇ। ਇਸ ਕਰਕੇ ਗਿਣਤੀ ਜਿਹੜੀ ਹੈਗੀ ਆ, ਜੋ ਅੰਦਾਜ਼ੇ ਲੱਗਦੇ ਨੇ, ਉਹ ਗਿਣਤੀ ਜਿਹੜੀ ਹੈਗੀ ਗਰੀਬੀ ਦੀ ਜਾਂ ਸਮੱਸਿਆਵਾਂ ਦੀ ਉਹ ਇਸ ਤੋਂ ਜ਼ਿਆਦਾ ਹੋ ਸਕਦੀ ਆ। ਤੇ ਇਹਦੇ ਲਈ ਸਰਕਾਰ ਕੋਲੋਂ ਜਿਹੜੇ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵ ਹੈਗਾ ਉਹਨੇ ਮੰਗ ਵੀ ਕੀਤੀ ਆ ਕਿ ਜਦੋਂ ਉੱਥੋਂ ਦੀ ਹਾਲਤ ਦਾ ਆਪਾਂ ਨੂੰ ਪਤਾ ਹੈਗਾ, ਉੱਥੇ ਸਗੋਂ ਹਰ ਦੂਜੇ ਤੀਜੇ ਸਾਲ ਉਹਨਾਂ ਦਾ ਅਲੱਗ ਤੌਰ ਤੇ ਸਰਵੇ ਕੀਤਾ ਜਾਵੇ, ਉਹਨਾਂ ਦੀ ਹਾਲਤਾਂ ਦਾ, ਉਹਨਾਂ ਦੇ ਰਹਿਣ ਸਹਿਣ ਦਾ, ਉਹਨਾਂ ਦੀਆਂ ਲੋੜਾਂ ਦਾ, ਤੇ ਉਹਨਾਂ ਦੀ ਜਿਹੜੀਆਂ ਮੁੱਢਲੀਆਂ ਲੋੜਾਂ ਤੋਂ ਇਲਾਵਾ ਉਹਨਾਂ ਦੀ ਰੋਜ਼ਗਾਰ ਦੇ ਪ੍ਰਬੰਧ ਕਰਨਾ ਵੀ, ਕਿਉਂਕਿ ਉਹ ਦੂਜੇ ਏਰੀਏ 'ਚ ਆ ਕੇ, ਸ਼ਹਿਰਾਂ 'ਚ ਆ ਕੇ ਜੇ ਨੌਕਰੀ ਕਰਨਾ ਨਹੀਂ ਪਸੰਦ ਕਰਦੇ ਲੋਕ, ਉਹ ਆਪਣੇ ਉਨੇ ਕੁ ਏਰੀਏ 'ਚ ਰਹਿਣਾ ਚਾਹੁੰਦੇ ਨੇ, ਤਾਂ ਉੱਥੇ ਵੀ ਉਹਨਾਂ ਦੇ ਲਈ ਕੋਈ ਉੱਦਾਂ ਦੇ ਰੋਜ਼ਗਾਰ ਦੇ ਪ੍ਰਬੰਧ ਜਿਹੜੇ ਹੈਗੇ ਨੇ ਉਹ ਲੋਕਲ ਪੱਧਰ ਤੇ ਹੋਣੇ ਚਾਹੀਦੇ ਨੇ, ਤਾਂ ਕਿ ਉਹ ਆਪਣਾ ਰੋਜ਼ ਦੀਆਂ ਲੋੜਾਂ ਦੇ ਲਈ ਆਪਣੀ ਕਮਾਈ ਕਰ ਸਕਣ। ਤੇ ਇਸੇ ਤਰ੍ਹਾਂ ਜਿਹੜੀ ਹੋਰ ਸਮੱਸਿਆ ਹੈਗੀ ਆ ਕਿ ਉਹਨਾਂ ਨੂੰ ਇੱਕ ਸਕਿਲਡ ਟ੍ਰੇਨਿੰਗ ਜਿਹੜੀ ਹੈਗੀ ਆ ਉਹ ਵੀ ਉੱਥੇ ਦਿੱਤੀ ਜਾਣੀ ਚਾਹੀਦੀ ਆ। ਜੋ ਉਹ ਲੋਕ ਜਿਹੜੇ ਹੈਗੇ ਨੇ, ਜੇ ਇਸ ਹਾਲਤਾਂ 'ਚ ਰਹਿੰਦੇ ਹੈਗੇ ਨੇ, ਉਹ ਪਛੜੇ ਹੋਏ ਲੋਕ ਆਪਾਂ ਕਹਿ ਸਕਦੇ ਹਾਂ, ਉਹਨਾਂ ਨੂੰ ਸਕਿੱਲ ਦੇ ਰੂਪ 'ਚ ਕੋਈ ਜੇ ਕੰਮ ਸਿਖਾਇਆ ਜਾਊਗਾ ਤਦੇ ਉਹ ਕੋਈ ਕੰਮ ਕਰਨ ਦੇ ਯੋਗ ਹੋ ਸਕਦੇ ਨੇ। ਤੇ ਇਹ ਉਹਨਾਂ ਦੇ ਲਈ ਆਪਾਂ ਰੋਜ਼ਗਾਰ ਤੇ ਸਿੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਵੀ ਕਰਨੇ ਜ਼ਰੂਰੀ ਨੇ। ਤੇ ਇਹਦੇ ਵਿੱਚ ਪ੍ਰੈਕਟੀਕਲੀ ਜਿਹੜਾ ਸੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਜਾਂ ਸਰਕਾਰਾਂ ਦੇ ਡਿਪਾਰਟਮੈਂਟ ਜਿਹੜੇ ਬਣਾਏ ਹੋਏ ਨੇ ਉਹਨਾਂ ਦੀ ਕਾਰਗੁਜ਼ਾਰੀ ਕੀ ਆ, ਇਹ ਤਾਂ ਜੇ ਸਰਵੇ ਅਪਡੇਟ ਲਗਾਤਾਰ ਹੁੰਦੇ ਰਹਿਣਗੇ ਤਦੇ ਪਤਾ ਲੱਗ ਸਕਦਾ ਕਿ ਉਹਨਾਂ ਦੀ ਹਾਲਤ ਅੱਗੇ ਨੂੰ ਸੁਧਾਰ ਹੋ ਰਿਹਾ
ਜਾਂ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਨੇ ਇਹਨਾਂ ਦਾ ਕੋਈ ਫਾਇਦਾ ਹੋ ਵੀ ਰਿਹਾ ਜਾਂ ਨਹੀਂ ਹੋ ਰਿਹਾ। ਇਹਦੇ ਲਈ ਸਰਕਾਰ ਜਿਹੜੀ ਅਪਡੇਟ ਇੱਕ ਸਰਵੇ ਹੋਣੇ ਬਹੁਤ ਜ਼ਰੂਰੀ ਹੈ। ਜੀ ਡਾਕਟਰ ਸਾਹਿਬ, ਇੱਕ ਜਾਂਦੇ ਜਾਂਦੇ ਕੋਈ ਚੀਜ਼ ਰਹਿ ਗਈ ਹੋਵੇ ਤੇ ਉਹ ਤੁਹਾਨੂੰ ਮੈਂ ਕਹਾਂਗਾ ਵੀ ਮੈਨੂੰ ਉਹ ਵੀ ਜ਼ਰੂਰ ਸਾਂਝੀ ਕਰ ਦਿਓ ਜਿਹੜੀ ਮੈਂ ਨਾ ਪੁੱਛ ਸਕਿਆ ਹਾਂ। ਪਰ ਜਿਹੜੀ ਕੁਝ ਪੌਕਟ ਇੱਥੇ ਵੀ ਨੇ ਸਾਡੀਆਂ ਇਮੀਗ੍ਰੈਂਟ ਦੀਆਂ ਪੌਕਟ ਵੀ ਨੇ, ਜਿਵੇਂ ਆਪਾਂ ਬਰੈਂਪਟਨ ਨੂੰ ਹੀ ਕਹਿ ਲੈਂਦੇ ਹਾਂ, ਕਿਹਾ ਜਾਂਦਾ ਹੈ ਕਿ ਉੱਥੇ ਦੇ ਲੋਕਾਂ ਦਾ ਸਟੈਂਡਰਡ ਵੀ ਜਿਹੜਾ ਭਾਵੇਂ ਵੇਖਣ ਨੂੰ ਲੱਗਦਾ ਹੈ ਕਿ ਅਸੀਂ ਬੜੇ ਖੁਸ਼ਹਾਲ ਹਾਂ, ਜਦੋਂ ਕੰਪੈਰੀਟਿਵ ਸਟੱਡੀ ਹੁੰਦੀ ਆ, ਕੰਪੇਅਰ ਕਰਦੇ ਆ ਜਿਸ ਤਰ੍ਹਾਂ ਬਾਕੀ ਲੋਕਾਂ ਨਾਲ ਜਿਹੜੇ ਇੱਥੋਂ ਦੇ ਮੈਂ ਜਿਹੜੇ ਪਹਿਲਾਂ ਤੋਂ ਆਏ ਹੋਏ ਲੋਕ ਨੇ ਜਾਂ ਜਿਨ੍ਹਾਂ ਨੂੰ ਵਾਈਟ ਸਕਿਨ ਲੋਕ ਕਹਿ ਸਕਦੇ, ਉਹਨਾਂ ਦੇ ਹਾਲਾਤ ਤੇ ਬਲੈਕ ਕਮਿਊਨਿਟੀ ਦੇ ਹਾਲਾਤ ਤੇ ਇਮੀਗ੍ਰੈਂਟ ਦੇ ਹਾਲਾਤ, ਇਹਨਾਂ ਵਿੱਚ ਵੀ ਕਿਤੇ ਨਾ ਕਿਤੇ ਵਖਰੇਵਾਂ ਜਿਹੜਾ ਉਹ ਨਜ਼ਰ ਆਉਂਦਾ ਹੈ। ਔਰ ਕੁਝ ਇੱਕ ਲੋਕ ਜ਼ਰੂਰ ਤਰੱਕੀਆਂ ਕਰ ਗਏ ਹੋਣਗੇ। ਆਪਾਂ ਆਪਣੀਆਂ ਕੌਮਾਂ ਉੱਦਾਂ ਵੀ ਡੀਂਗਾਂ ਮਾਰਨ ਨੂੰ ਆਪਾਂ ਤਕੜੇ ਆ ਕਿ ਅਸੀਂ ਬਹੁਤ ਕੁਝ ਕਰ ਲਿਆ, ਟਰੱਕ ਲੈ ਲਈਏ ਤੇ ਅਸੀਂ ਸਮਝਦੇ ਕਿ ਦੁਨੀਆ ਫਤਿਹ ਕਰ ਲਈ ਆ। ਸੋ ਕਿਤੇ ਨਾ ਕਿਤੇ ਪੌਕਟ ਆਪਣੀਆਂ ਵੀ ਅਜੇ ਇਸ ਤਰ੍ਹਾਂ ਦੀਆਂ ਤੁਹਾਨੂੰ ਲੱਗਦਾ ਕਿ ਹੈ ਨੇ ਕਿ ਜਿੱਥੇ ਜਿਹੜਾ ਵੰਡ ਹੈ ਵੈਲਥ ਦੀ ਉਹ ਉਸ ਤਰੀਕੇ ਦੀ ਨਹੀਂ ਹੈ, ਅਪਰਚੂਨਿਟੀ ਉਸ ਤਰ੍ਹਾਂ ਦੀ ਨਹੀਂ ਹੈ, ਉਹਨਾਂ ਬੱਚਿਆਂ ਨੂੰ ਗਵਰਨਮੈਂਟ ਜੋਬਾਂ ਉਸ ਤਰ੍ਹਾਂ ਦੀਆਂ ਨਹੀਂ ਮਿਲਦੀਆਂ, ਉਹਨਾਂ ਨੂੰ ਉਹ ਸਾਧਨ ਉਹ ਸਾਰੇ ਜਿਹੜੇ ਆ ਉਹ ਪੂਰੀ ਤਰ੍ਹਾਂ ਨਹੀਂ ਅਵੇਲ ਕਰ ਪਾਉਂਦੇ। ਹਾਂਜੀ ਬਿਲਕੁਲ, ਦੇਖੋ ਇਹ ਗੱਲ ਹੈਗੀ ਆ ਕਿ ਇਮੀਗ੍ਰੈਂਟ ਜਿਹੜੇ ਨਵੇਂ ਆਉਂਦੇ ਨੇ ਤੇ ਉਹ ਚਾਹੇ ਆਪਣੇ ਦੇਸ਼ ਤੋਂ ਉਹ ਜਿੰਨੇ ਮਰਜ਼ੀ ਯੂਨੀਵਰਸਿਟੀਆਂ ਪਾਸ ਕਰਕੇ ਆਏ ਹੋਣ, ਅੱਛੇ ਟੀਚਰ, ਸਕਿਲਡ ਟੀਚਰ ਵੀ ਹੋ ਸਕਦੇ ਨੇ, ਸਕਿਲਡ ਇੰਜੀਨੀਅਰ ਵੀ ਹੋ ਸਕਦੇ ਨੇ, ਸਕਿਲਡ ਡਾਕਟਰ ਵੀ ਹੋ ਸਕਦੇ ਨੇ, ਪਰ ਇੱਥੇ ਆ ਕੇ ਜਿਹੜੀ ਕੋਈ ਵੀ ਇਮੀਗ੍ਰੈਂਟ ਜਿਹੜਾ ਹੈਗਾ ਉਹਨੂੰ ਜ਼ੀਰੋ ਤੋਂ ਬੇਸਿਕ ਤੋਂ ਕੰਮ ਸ਼ੁਰੂ ਕਰਨਾ ਪੈਂਦਾ। ਤੇ ਇਹਦੇ 'ਚ ਜਿਹੜੇ 99% ਦੇ ਜਿਹੜੇ ਇਮੀਗ੍ਰੈਂਟ ਜਿਹੜੇ ਆਉਂਦੇ ਨੇ ਉਹ ਆ ਕੇ ਬੇਸਿਕ ਜਿਹੜੀ ਇੱਕ ਮਿਨੀਮਮ ਪੇ ਹੈਗੀ ਆ ਉਹਦੇ ਤੋਂ ਆਪਣੀ ਜ਼ਿੰਦਗੀ ਸ਼ੁਰੂਆਤ ਕਰਦੇ ਹੈਗੇ ਨੇ। ਇੱਕ ਤਰ੍ਹਾਂ ਇਹ ਵੀ ਕਿਹਾ ਜਾਂਦਾ ਕਿ ਵੀ ਹੋ ਸਕਦਾ ਵੀ ਜਿਹੜੇ ਇੱਥੋਂ ਦਾ ਸਰਮਾਏਦਾਰੀ ਹੈਗੀ ਆ ਜਿਹੜੀ ਕੈਨੇਡਾ ਦੀ, ਉਹ ਤਾਂ ਸਭ ਤੋਂ ਵੱਡਾ ਪ੍ਰੋਫਿਟ ਇਸੇ ਚੀਜ਼ 'ਚ ਹੈਗਾ ਕਿ ਉਹਨਾਂ ਨੂੰ ਇੱਕ ਚੰਗੇ ਸਕਿਲਡ ਬਾਹਰੋਂ ਆਏ ਹੋਏ ਲੋਕ ਜਿਹੜੇ ਸਕਿਲਡ ਵੀ ਚੰਗੇ ਨੇ, ਕੰਮ ਵੀ ਦੂਜਿਆਂ ਮੁਕਾਬਲੇ ਕਰਦੇ ਹੋਣਗੇ ਤੇ ਉਹਨਾਂ ਮਿਨੀਮਮ ਪੇ ਦੇ ਉੱਤੇ ਇੱਕ ਲੇਬਰ ਮਿਲ ਰਹੀ ਆ, ਉਹਦੇ ਕਰਕੇ ਵੀ ਉਹਨਾਂ ਦੇ ਪ੍ਰੋਫਿਟਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਸੀ ਉਹ ਫਾਇਦਾ ਹੋ ਰਿਹਾ ਹੋਏਗਾ। ਕਹਿੰਦਾ ਮਤਲਬ ਵੀ ਕੈਨੇਡਾ ਦੀ ਇਕਨੋਮੀ ਜਿਹੜੀ ਹੈਗੀ ਆ ਉਹ ਲੋ ਪੇ ਵਾਲੇ ਲੋਕਾਂ ਲੇਬਰ ਦੇ ਨਾਲ ਜ਼ਿਆਦਾ ਮਤਲਬ ਹਾਈਲੀ ਸਕਿਲਡ, ਹਾਈਲੀ ਐਜੂਕੇਟਡ, ਬਟ ਮਤਲਬ ਕੰਮ ਉਹਨਾਂ ਨੂੰ ਜਿਹੜੇ ਆ ਉਹ ਵੇਅਰ ਹਾਊਸ ਤੇ ਹੀ ਕਰਨ ਲਈ ਮਜਬੂਰ ਹੋਣਾ ਪੈਣਾ ਜੀ। ਹਾਂਜੀ, ਸ਼ੁਰੂ ਸਾਰੇ ਕਰਦੇ ਨੇ। ਤੇ ਇਸ ਤੇ ਦੂਜੀ ਗੱਲ ਜਿਹੜਾ ਸੀਗੀ ਜਿਹੜੇ ਹੁਣ ਤੱਕ ਦੇ ਸਰਵੇ ਹੋਏ ਨੇ ਉਹ ਗੱਲ ਜਿਹੜੀ ਹੈਗੀ ਆ ਉਹ ਇਮੀਗ੍ਰੈਂਟ ਤੇ ਇੱਥੋਂ ਦੇ ਜਿਹੜੇ ਬੌਰਨ ਲੋਕ ਨੇ ਉਹਨਾਂ ਦੇ ਨਾਲ ਜਦੋਂ ਮੁਕਾਬਲਾ ਕੀਤਾ ਜਾਂਦਾ ਤੇ ਉਹਦੇ ਵਿੱਚ ਉਹ ਪਰਿਵਾਰਾਂ ਦੇ ਜਦੋਂ ਸਰਵੇ ਹੁੰਦਾ ਹੈਗਾ, ਤੇ ਹੁਣ ਇਸ ਵਕਤ ਮੇਰੇ ਕੋਲ ਡਾਟਾ ਸਾਹਮਣੇ ਨਹੀਂ ਹੈ, ਆਪਾਂ ਅੱਗੇ ਕਦੀ ਕਰਾਂਗੇ ਅਗਲੀ ਮੀਟਿੰਗ ਤੇ ਉਹਦੇ 'ਚ ਪ੍ਰੋਗਰਾਮ 'ਚ, ਕਿ ਉਹ ਅੰਕੜੇ ਇਹ ਦੱਸਦੇ ਹੈਗੇ ਨੇ ਕਿ ਇਮੀਗ੍ਰੈਂਟਸ ਵਾਲਾ ਸੈਕਸ਼ਨ ਜਿਹੜਾ ਹੈਗਾ ਉਹਦੇ ਵਿੱਚ ਜਿਹੜੇ ਪਰਿਵਾਰਾਂ ਦੀ ਜਿਹੜੀ ਹਾਲਤ ਹੈਗੀ ਆ ਉਹ ਬਹੁਤੀ ਚੰਗੀ ਨਹੀਂ ਹੈਗੀ। ਉਹ ਇੱਕ ਜਿਹੜਾ ਅਸੀਂ ਆਪਾਂ ਕਹਿ ਸਕਦੇ ਹਾਂ ਕਿ ਨੀਵੇਂ ਪੱਧਰ ਦੀ ਆਰਥਿਕ ਹਾਲਤ ਦੇ ਨਾਲ ਉਹ ਆਪਣੇ ਘਰਾਂ ਦਾ ਗੁਜ਼ਾਰਾ ਉਹਨਾਂ ਦਾ ਚੱਲ ਰਿਹਾ ਹੈਗਾ ਮੁਕਾਬਲੇ 'ਚ ਜਿਹੜੇ ਇੱਥੋਂ ਦੇ ਪੁਰਾਣੇ ਵਸਿੰਦੇ ਹੈਗੇ ਉਹਨਾਂ ਦੇ ਮੁਕਾਬਲੇ 'ਚ। ਬਿਲਕੁਲ, ਇਹ ਬੜਾ ਵੱਡਾ ਵਿਸ਼ਾ ਜੀ, ਇਹਦੇ ਤੇ ਆਪਾਂ ਨੂੰ ਪੂਰਾ ਪ੍ਰੋਗਰਾਮ ਜਿਹੜਾ ਪੂਰਾ ਆਪਣੇ ਤੱਥਾਂ ਸਹਿਤ ਕਰਾਂਗੇ ਆਪਾਂ ਕਿਸੇ ਦਿਨ। ਔਰ ਡਾਕਟਰ ਸਾਹਿਬ ਕੋਈ ਐਸੀ ਗੱਲ ਜਿਹੜੀ ਅੱਜ ਦੇ ਦਿਨ ਲਈ ਜ਼ਰੂਰੀ ਸਮਝਦੇ ਹੋ ਉਹਨੂੰ ਕਹੀਏ, ਤੇ ਕਾਫੀ ਸਮਾਂ ਹੋ ਗਿਆ ਆਪਾਂ ਹੁਣ ਇਹਦਾ ਇਜਾਜ਼ਤ ਲਈ ਆਪਣੇ ਦਰਸ਼ਕਾਂ ਕੋਲੋਂ। ਦੇਖੋ ਫਿਰ ਕੈਨੇਡਾ ਡੇ ਤੇ ਇਹੀ ਆਪਣਾ ਬਣਦਾ ਹੈਗਾ ਕਿ ਅਸੀਂ ਇੱਕ ਦੂਜੇ ਨਾਲ ਹੱਥ ਮਿਲਾ ਕੇ ਚੱਲੀਏ, ਇੱਥੋਂ ਦੇ ਲੋਕ ਜਿਹੜੇ ਵਿਚਾਰੇ ਦੱਬੇ ਕੁਚਲੇ ਨੇ ਉਹਨਾਂ ਨਾਲ ਵੀ ਹਮਦਰਦੀ ਦਾ ਰਵੱਈਆ ਅਪਣਾਈਏ, ਤੇ ਬਾਹਰੋਂ ਹਰੇਕ ਮੁਲਕਾਂ ਦੇ ਵਿੱਚੋਂ ਜਿਹੜੇ ਆਏ ਹੋਏ ਲੋਕ ਨੇ ਸਾਰਿਆਂ ਨਾਲ ਮਿਲ ਮਿਲਾ ਕੇ ਚੱਲੀਏ, ਤੇ ਅਮਲੀ ਰੂਪ ਦੇ ਵਿੱਚ ਜਿਹੜੀਆਂ ਸਾਡੀ ਸਰਕਾਰ ਆ ਅਸੀਂ ਉਹਨਾਂ ਤੋਂ ਮੰਗ ਕਰੀਏ ਇੱਥੋਂ ਦੀਆਂ ਪਾਰਟੀਆਂ ਤੋਂ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ 'ਚ, ਸਭ ਨੂੰ ਬਰਾਬਰੀ ਦਾ ਅਧਿਕਾਰ ਦੇਣ 'ਚ, ਸਭ ਨੂੰ ਇੱਕੋ ਜਿਹੇ ਮੌਕੇ ਦੇਣ ਦੇ ਵਿੱਚ ਇੱਦਾਂ ਦੇ ਜਿਹੜੇ ਸੀ ਯਤਨ ਹੋਣੇ ਚਾਹੀਦੇ ਨੇ, ਜਿਸ 'ਚ ਸਭ ਦਾ ਸਾਥ ਜਿਹੜਾ ਹੈਗਾ ਉਹ ਰਲ ਮਿਲ ਕੇ ਹੀ ਹੋ ਸਕਦਾ। ਇਹੀ ਕੈਨੇਡਾ ਡੇ ਤੇ ਸਾਨੂੰ ਸੁਨੇਹਾ ਦੇਣਾ ਚਾਹੀਦਾ। ਇੱਕ ਵਾਰੀ ਆਪ ਤੁਹਾਨੂੰ ਵੀ ਜੀ ਤੇ ਕੈਨੇਡਾ ਦੇ ਸਾਰੇ ਨਿਵਾਸੀਆਂ ਨੂੰ ਫਿਰ ਆਪਾਂ ਕੈਨੇਡਾ ਡੇ ਦੀ ਮੁਬਾਰਕ ਦਿੰਦੇ ਹਾਂ। ਗੱਲਾਂ ਬਹੁਤ ਕੀਤੀਆਂ ਨੇ ਤੇ ਦੋਨੇ ਪੱਖ ਲਏ ਨੇ ਆਪਾਂ, ਚੰਗਾ ਤੇ ਬੁਰਾ। ਸੋ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਮੰਥਨ ਕਰਦੇ ਰਹਿਣਾ ਚਾਹੀਦਾ, ਤਾਂ ਹੀ ਇਹ ਸੁੰਦਰ ਮੁਲਕ ਜਿਹੜਾ ਹੋਰ ਜ਼ਿਆਦਾ ਦੁਨੀਆ ਦੇ ਵਿੱਚ ਵਧੀਆ ਮੁਲਕ ਦੇ ਵਜੋਂ ਇਹਨੂੰ ਅਸੀਂ ਜਿਹੜਾ ਆ ਉਹ ਰੱਖ ਸਕਦੇ ਹਾਂ। ਇਹਦਾ ਸਥਾਨ ਇਹ ਤੋਂ ਵੀ ਉੱਪਰ ਜਾ ਸਕਦਾ ਹੈ। ਬਹੁਤ ਅਪਰਚੂਨਿਟੀ ਦਾ ਮੁਲਕ ਹੈ, ਬਹੁਤ ਚੰਗਾ ਸਿਸਟਮ ਹੈ, ਪਰ ਜਿਹੜੀਆਂ ਕਮੀਆਂ ਨੇ ਉਹ ਸਾਹਮਣੇ ਲਿਆਉਣਾ ਜਿਹੜਾ ਉਹ ਮੀਡੀਆ ਦਾ ਫਰਜ਼ ਹੁੰਦਾ। ਕੁਝ ਇੱਕ ਗੱਲਾਂ ਹੋ ਸਕਦਾ ਤੁਹਾਨੂੰ ਠੀਕ ਨਾ ਲੱਗੀਆਂ ਹੁਣ ਅੱਜ ਦੇ ਦਿਨ, ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕੈਨੇਡਾ ਨੂੰ ਜਿਹੜਾ ਇੱਕ ਦਾਅਵਾ ਕਰਦਾ ਹੈ ਕਿ ਦੁਨੀਆ ਦਾ ਇੱਕ ਵਾਹਿਦ ਮੁਲਕ ਹੈ ਜਿਹੜਾ ਸਭ ਨੂੰ
ਸਮਾਨ ਅਪਰਚੂਨਿਟੀ ਦਿੰਦਾ ਹੈ, ਉਹਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਹਾਈਲਾਈਟ ਜ਼ਰੂਰ ਕੀਤਾ। ਸੋ ਤੁਹਾਨੂੰ ਸਭ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਬਹੁਤ ਬਹੁਤ ਮੁਬਾਰਕਾਂ ਜੀ, ਧੰਨਵਾਦ, ਥੈਂਕ ਯੂ ਜੀ, ਥੈਂਕ ਯੂ ਡਾਕਟਰ ਸਾਹਿਬ, ਬਹੁਤ ਧੰਨਵਾਦ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਰੀ ਸਾਨੂੰ ਕੈਨੇਡਾ ਡੇ ਦੀ ਜਾਣਕਾਰੀ ਦਿੱਤੀ ਆ, ਔਰ ਖਾਸ ਕਰਕੇ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਬਾਰੇ ਤੁਸੀਂ ਪੂਰਾ ਤੱਥਾਂ ਸਹਿਤ ਆਪਾਂ ਲੰਬੇ ਪ੍ਰੋਗਰਾਮ 'ਚ ਕੀਤੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ ਧੰਨਵਾਦ ਜੀ। ਧੰਨਵਾਦ।